ਸਤਿ ਸ੍ਰੀ ਅਕਾਲ। ਕਹਾਣੀ ਸੁਣਾਉਣਾ ਆਪਣੇ ਆਪ ਵਿੱਚ ਇੱਕ ਕਲਾ ਹੈ। ਬਹੁਤ ਅਭਿਆਸ ਤੋਂ ਬਾਅਦ ਕਹਾਣੀ ਸੁਣਾਉਣ ਦੀ ਕਲਾ ਵਿੱਚ ਕਿਰਿਆਤਮਕਤਾ ਅਤੇ ਨਿਪੁੰਨਤਾ ਪੈਦਾ ਕੀਤੀ ਜਾ ਸਕਦੀ ਹੈ। ਕਹਾਣੀਆਂ ਸਾਡੇ ਅੰਦਰ ਕਹਾਣੀਕਾਰ ਦੇ ਸਫ਼ਰ ਨੂੰ ਸਾਡੇ ਨਾਲ ਜੋੜਦੀਆਂ ਹਨ ਅਤੇ ਸਾਡੇ ਆਲੇ ਦੁਆਲੇ ਦੇ ਪ੍ਰਤੀ ਗਿਆਨ ਵਿੱਚ ਵਾਧਾ ਕਰਦੀਆਂ ਹਨ। ਬੱਚਿਆਂ ਨੂੰ ਸੱਭਿਆਚਾਰ ਅਤੇ ਸਮਾਜ ਦੀ ਸੱਚਾਈ ਨੂੰ ਸੋਹਣੀਆਂ ਸੋਹਣੀਆਂ ਕਹਾਣੀਆਂ ਦੁਆਰਾ ਮਨਾਂ ਵਿੱਚ ਵਸਾਇਆ ਜਾ ਸਕਦਾ ਹੈ। ਕਹਾਣੀਆਂ ਵਿਗਿਆਨ ਤੋਂ ਇਲਾਵਾ ਰਿਸ਼ਤਿਆਂ ਦੀ ਗੁੰਝਲਤਾ, ਭਾਵਨਾਵਾਂ, ਅਭੁੱਲ ਯਾਦਾਂ ਦਾ ਅਮੁੱਕ ਸਰਮਾਇਆ ਹੁੰਦੀਆਂ ਹਨ। ਜਿਹੜੀ ਵੀ ਕਹਾਣੀ ਅਸੀਂ ਸੁਣਦੇ ਪੜ੍ਹਦੇ ਹਾਂ ਉਸ ਨਾਲ ਸਾਡਾ ਭਾਵਨਾਤਮਕ ਰਿਸ਼ਤਾ ਜੁੜ ਜਾਂਦਾ ਹੈ ਅਤੇ ਬੱਚਿਆਂ ਦੀ ਕਿਰਿਆਤਮਕ ਕਲਪਨਾ ਸ਼ਕਤੀ ਦਾ ਵਿਕਾਸ ਹੁੰਦਾ ਹੈ। ਮਨੁੱਖੀ ਦਿਮਾਗ ਦਾ ਤਾਣਾ ਬਾਣਾ ਹੀ ਇਸ ਤਰ੍ਹਾਂ ਦਾ ਹੈ ਕਿ ਉਹ ਤੱਥ ਅੰਕੜੇ ਯਾਦ ਨਹੀਂ ਰੱਖ ਸਕਦਾ। ਕਹਾਣੀ ਨਾਲ ਉਹ ਹਰ ਚੀਜ਼ ਚੰਗੀ ਤਰ੍ਹਾਂ ਸਮਝ ਸਕਦਾ ਹੈ। ਅੱਜ ਤੁਸੀਂ ਮੇਰੇ ਨਾਲ ਗ੍ਰਿਮ ਦੀਆਂ ਪਰੀ ਕਹਾਣੀਆਂ ਪੜ੍ਹੋਗੇ, ਜਿਨ੍ਹਾਂ 'ਤੇ ਕਈ ਕਿਤਾਬਾਂ, ਫਿਲਮਾਂ ਅਤੇ ਡਰਾਮੇ ਕੀਤੇ ਗਏ। ਇਹ ਕਹਾਣੀਆਂ ਸਾਡੇ ਲਈ ਸਾਹਿਤਕ ਖਜ਼ਾਨਾ ਹਨ। ਇਹ ਕਹਾਣੀਆਂ ਦੋ ਭਰਾਵਾਂ ਜੈਕਬ ਗ੍ਰਿਮ ਅਤੇ ਕਾਰਲ ਗ੍ਰਿਮ ਦੁਆਰਾ 17ਵੀਂ ਸਦੀ ਦੇ ਲਗਭਗ ਲਿਖੀਆਂ ਗਈਆਂ। ਦੋਹਾਂ ਭਰਾਵਾਂ ਨੇ ਲੋਕ ਸਾਹਿਤ ਨੂੰ ਆਪਣਾ ਜੀਵਨ ਅਰਪਣ ਕੀਤਾ ਹੋਇਆ ਸੀ। ਗ੍ਰਿਮ ਦੀਆਂ ਪਰੀ ਕਹਾਣੀਆਂ ਦੀ ਗਿਣਤੀ 200 ਦੇ ਕਰੀਬ ਹੈ, ਜਿਹੜੀਆਂ ਪੀੜ੍ਹੀ ਦਰ ਪੀੜ੍ਹੀ ਦੰਦ ਕਥਾਵਾਂ ਦੇ ਰੂਪ ਵਿੱਚ ਪ੍ਰਚਲਿਤ ਸਨ ਅਤੇ ਔਰਤਾਂ ਦੁਆਰਾ ਮੌਖਿਕ ਰੂਪ ਵਿੱਚ ਕਹੀਆਂ ਸੁਣੀਆਂ ਜਾਂਦੀਆਂ ਰਹੀਆਂ ਹਨ। ਆਓ ਅੱਜ ਅਸੀਂ ਪਹਿਲੀ ਕਹਾਣੀ ਪੜ੍ਹਨਾ ਸ਼ੁਰੂ ਕਰਦੇ ਹਾਂ। ਗੁਲਾਬ ਦੀ ਕਲੀ। ਇੱਕ ਵਾਰ ਦੀ ਗੱਲ ਹੈ ਕਿ ਕਿਸੇ ਦੇਸ਼ ਵਿੱਚ ਇੱਕ ਰਾਜਾ ਤੇ ਰਾਣੀ ਰਹਿੰਦੇ ਸਨ। ਉਹਨਾਂ ਦੇ ਘਰ ਕੋਈ ਬਾਲ ਨਹੀਂ ਸੀ, ਇਸ ਕਰਕੇ ਉਹ ਬੜੇ ਉਦਾਸ ਰਹਿੰਦੇ ਸਨ। ਇੱਕ ਦਿਨ ਜਦੋਂ ਰਾਣੀ ਆਪਣੀ ਦਾਸੀਆਂ ਨਾਲ ਦਰਿਆ ਦੇ ਕੰਢੇ ਸੈਰ ਕਰ ਰਹੀ ਸੀ ਤਾਂ ਇੱਕ ਨੰ੍ਹੀ ਜਿਹੀ ਮੱਛੀ ਨੇ ਆਪਣਾ ਗੁਲਾਬੀ ਮੂੰਹ ਪਾਣੀ 'ਚੋਂ ਬਾਹਰ ਕੱਢਿਆ ਅਤੇ ਰਾਣੀ ਵੱਲ ਦੇਖ ਕੇ ਆਖਿਆ, ਤੇਰੀ ਰੀਝ ਪੂਰੀ ਹੋਵੇਗੀ ਅਤੇ ਛੇਤੀ ਹੀ ਤੇਰੇ ਘਰ ਇੱਕ ਲੜਕੀ ਜਨਮ ਲਵੇਗੀ। ਜਿਹੜੀ ਇੱਕ ਭਵਿੱਖਬਾਣੀ ਉਸ ਨੰ੍ਹੀ ਮੱਛੀ ਨੇ ਕੀਤੀ ਸੀ, ਜਲਦੀ ਹੀ ਉਹ ਪੂਰੀ ਹੋ ਗਈ। ਰਾਣੀ ਦੇ ਘਰ ਇੱਕ ਬੜੀ ਹੀ ਸੁੰਦਰ ਅਤੇ ਕੋਮਲਾਂਗੀ ਬੱਚੀ ਪੈਦਾ ਹੋਈ। ਉਹ ਇੰਨੀ ਸੁੰਦਰ ਅਤੇ ਪਿਆਰੀ ਸੀ ਕਿ ਰਾਜੇ ਦੀ ਇੱਛਾ ਹੁੰਦੀ ਕਿ ਹਰ ਵੇਲੇ ਉਸ ਨੂੰ ਵੇਖਦਾ ਰਹੇ। ਰਾਜੇ ਨੇ ਇਸ ਖੁਸ਼ੀ ਵਿੱਚ ਇੱਕ ਵੱਡੀ ਦਾਵਤ ਕਰਨ ਦਾ ਨਿਸ਼ਚਾ ਕੀਤਾ। ਸੋ ਉਸਨੇ ਨਾ ਕੇਵਲ ਆਪਣੇ ਸੰਬੰਧੀਆਂ, ਸਨੇਹੀਆਂ ਅਤੇ ਗੁਆਂਢੀਆਂ ਨੂੰ, ਬਲਕਿ ਉਹਨਾਂ ਪਰੀਆਂ ਨੂੰ ਵੀ ਸੱਦਾ ਭੇਜਿਆ ਜਿਹੜੀਆਂ ਉਸਦੇ ਰਾਜ ਵਿੱਚ ਰਹਿੰਦੀਆਂ ਸਨ, ਤਾਂ ਜੋ ਉਹ ਉਸ ਬੱਚੀ 'ਤੇ ਪ੍ਰਸੰਨ ਰਹਿਣ। ਹੁਣ ਉਸਦੇ ਰਾਜ ਵਿੱਚ 13 ਪਰੀਆਂ ਰਹਿੰਦੀਆਂ ਸਨ, ਪਰ ਉਸਦੇ ਕੋਲ ਉਹਨਾਂ ਅੱਗੇ ਪਰੋਸਣ ਲਈ ਸੋਨੇ ਦੀਆਂ ਕੇਵਲ 12 ਥਾਲੀਆਂ ਸਨ। ਇਸ ਲਈ ਉਹ ਮਜਬੂਰ ਹੋ ਗਿਆ ਕਿ ਉਹ ਪਰੀਆਂ 'ਚੋਂ ਇੱਕ ਨੂੰ ਸੱਦਾ ਨਾ ਭੇਜੇ। ਬਾਕੀ ਦੀਆਂ ਪਰੀਆਂ ਆਈਆਂ ਅਤੇ ਜਦੋਂ ਦਾਵਤ ਖਤਮ ਹੋਈ ਤਾਂ ਉਹਨਾਂ ਨੇ ਰਾਜਕੁਮਾਰੀ ਨੂੰ ਆਪਣੇ ਸਭ ਤੋਂ ਵਧੀਆ ਤੋਹਫੇ ਭੇਂਟ ਕੀਤੇ। ਇੱਕ ਨੇ ਉਸ ਨੂੰ ਨੇਕੀ ਦਿੱਤੀ, ਦੂਸਰੀ ਨੇ ਸੁੰਦਰਤਾ, ਇੱਕ ਹੋਰ ਨੇ ਦੌਲਤ, ਅਤੇ ਇਸ ਤਰ੍ਹਾਂ ਚੱਲਦਾ ਗਿਆ। ਇੱਥੋਂ ਤੱਕ ਕਿ ਸੰਸਾਰ ਵਿੱਚ ਜੋ ਕੁਝ ਸਭ ਤੋਂ ਵਧੀਆ ਸੀ ਉਸ ਨੂੰ ਮਿਲ ਗਿਆ। ਜਦੋਂ 12 ਪਰੀਆਂ ਉਸ ਨੂੰ ਸੁਗਾਤਾਂ ਭੇਟ ਕਰ ਚੁੱਕੀਆਂ ਤਾਂ 13ਵੀਂ ਪਰੀ, ਜਿਸ ਨੂੰ ਸੱਦਾ ਨਹੀਂ ਸੀ ਦਿੱਤਾ ਗਿਆ ਅਤੇ ਜਿਹੜੀ ਇਸ ਵਜ੍ਹਾ ਕਰਕੇ ਸਖਤ ਨਾਰਾਜ਼ ਸੀ, ਉੱਥੇ ਆਈ ਅਤੇ ਚੀਖ ਕੇ ਕਹਿਣ ਲੱਗੀ, ਰਾਜੇ ਦੀ ਪੁੱਤਰੀ ਆਪਣੇ 15ਵੇਂ ਵਰ੍ਹੇ ਵਿੱਚ ਤਕਲੇ ਦੇ ਜ਼ਖਮ ਨਾਲ ਮਰ ਜਾਵੇਗੀ। ਜਦ 12ਵੀਂ ਪਰੀ, ਜਿਸਨੇ ਅਜੇ ਕੋਈ ਸੁਆਗਾਤ ਭੇਟਾ ਨਹੀਂ ਕੀਤੀ ਸੀ, ਅੱਗੋਂ ਆਈ ਅਤੇ ਬੋਲੀ, ਇਹ ਸਰਾਪ ਤਾਂ ਭਾਵੇਂ ਜ਼ਰੂਰ ਪੂਰਾ ਹੋਵੇਗਾ, ਪਰ ਮੈਂ ਇਸ ਦੀ ਸਖਤੀ ਨੂੰ ਘੱਟ ਕਰ ਦਿੰਦੀ ਹਾਂ। ਰਾਜਕੁਮਾਰੀ ਮਰੇਗੀ ਨਹੀਂ, ਪਰ 100 ਸਾਲ ਲਈ ਡੂੰਘੀ ਨੀਂਦਰ ਵਿੱਚ ਲੀਨ ਹੋ ਜਾਵੇਗੀ। ਰਾਜੇ ਨੂੰ ਫਿਰ ਨਵੀਂ ਚਿੰਤਾ ਲੱਗੀ। ਉਸਨੇ ਹੁਕਮ ਦਿੱਤਾ ਕਿ ਰਾਜ ਵਿੱਚ ਦੇ ਸਾਰੇ ਤਕਲੇ ਖਰੀਦ ਕੇ ਨਸ਼ਟ ਕਰ ਦਿੱਤੇ ਜਾਣ। ਇਸ ਵਿਚਾਲੇ ਬਾਕੀ ਪਰੀਆਂ ਦੀਆਂ ਸੁਗਾਤਾਂ ਰਾਜਕੁਮਾਰੀ ਦੇ ਗੁਣ ਬਣ ਕੇ ਪ੍ਰਗਟ ਹੋਣ ਲੱਗੀਆਂ। ਉਹ ਅਤੀ ਸੁੰਦਰ, ਸੁਹਿਰਦ, ਸੁਸ਼ੀਲ ਅਤੇ ਬੁੱਧਵਤੀ ਨਿਕਲੀ। ਹਰ ਕੋਈ ਉਸ ਨਾਲ ਸਨੇਹ ਕਰਦਾ ਸੀ। ਹੁਣ ਕੀ ਹੋਇਆ ਕਿ ਠੀਕ ਉਸ ਦਿਨ ਜਦੋਂ ਰਾਜਕੁਮਾਰੀ 15 ਸਾਲਾਂ ਦੀ ਹੋਈ, ਰਾਜਾ ਤੇ ਰਾਣੀ ਕਿਤੇ ਬਾਹਰ ਗਏ ਹੋਏ ਸਨ ਅਤੇ ਰਾਜਕੁਮਾਰੀ ਮਹੱਲ ਵਿੱਚ ਇਕੱਲੀ ਸੀ। ਉਹ ਇਕੱਲੀ ਇੱਧਰ ਉੱਧਰ ਭੌਣ ਲੱਗੀ ਅਤੇ ਸਾਰੇ ਕਮਰਿਆਂ ਅਤੇ ਕੋਠੜੀਆਂ ਨੂੰ ਖੋਲ੍ਹ ਕੇ ਵੇਖਣ ਲੱਗੀ। ਅੰਤ ਵਿੱਚ ਉਹ ਇੱਕ ਪੁਰਾਣੇ ਬੁਰਜ ਕੋਲ ਆਈ। ਉਸਦੇ ਉੱਪਰ ਜਾਣ ਲਈ 13 ਪੌੜੀਆਂ ਸਨ ਅਤੇ ਅਖੀਰ 'ਤੇ ਇੱਕ ਸੁਨਹਿਰੀ ਚਾਬੀ ਲਟਕ ਰਹੀ ਸੀ। ਰਾਜਕੁਮਾਰੀ ਨੇ ਚਾਬੀ ਪੁਆਈ ਤਾਂ ਬੂਹਾ ਝਟਪਟ ਖੁੱਲ੍ਹ ਗਿਆ। ਕੋਠੜੀ ਦੇ ਅੰਦਰ ਇੱਕ ਅਤੀ ਬਿਰਧ ਜ਼ਨਾਨੀ ਚਰਖਾ ਕੱਤਣ ਵਿੱਚ ਮਗਨ ਸੀ। ਕਿਉਂ ਚੰਗੀ ਅੰਮਾ, ਰਾਜਕੁਮਾਰੀ ਨੇ ਕਿਹਾ, ਤੂੰ ਇੱਥੇ ਕੀ ਕਰ ਰਹੀ ਹੈ? ਕਤਾਈ ਬਿਰਧ ਇਸਤਰੀ ਆਪਣੇ ਬਰਫ਼ ਚਿੱਟੇ ਸਿਰ ਨੂੰ ਕੰਬਣੀ ਜਿਹੀ ਵਿੱਚ ਹਿਲਾ ਕੇ ਬੋਲੀ, ਇਹ ਨੰਨਾ ਜਿਹਾ ਚਰਖਾ ਕਿੰਨਾ ਪਿਆਰਾ ਘੁੰਮਦਾ ਹੈ। ਰਾਜਕੁਮਾਰੀ ਨੇ ਕਿਹਾ ਅਤੇ ਅੱਗੇ ਹੋ ਕੇ ਚਰਖਾ ਕੱਤਣ ਲੱਗੀ, ਪਰ ਜਿਵੇਂ ਹੀ ਉਸਨੇ ਤਕਲੇ ਨੂੰ ਹੱਥ ਲਾਇਆ, ਸਰਾਪ ਪੂਰਾ ਹੋ ਗਿਆ ਅਤੇ ਬਿਰਸੁਰਤ ਹੋ ਕੇ ਧਰਤੀ 'ਤੇ ਡਿੱਗ ਪਈ, ਮੁਰਦਾ ਅਤੇ ਬੇਜਾਨ। ਪਰ ਉਹ ਜੀਵਨਹੀਨ ਨਹੀਂ ਹੋਈ ਸੀ।
ਕੇਵਲ ਡੂੰਘੀ ਨੀਂਦਰ ਵਿੱਚ ਗੁਆਚ ਗਈ ਸੀ ਤੇ ਰਾਜਾ ਤੇ ਰਾਣੀ ਜਿਹੜੇ ਮਹੱਲ ਵਿੱਚ ਮੁੜੇ ਹੀ ਸਨ ਤੇ ਉਹਨਾਂ ਦਾ ਸਾਰਾ ਦਰਬਾਰ ਵੀ ਮੌਤ ਵਰਗੀ ਨੀਂਦਰ ਵਿੱਚ ਗੁਆਚ ਗਿਆ। ਘੋੜੇ ਤਬੇਲਿਆਂ ਵਿੱਚ ਸੌਂ ਗਏ, ਕੁੱਤੇ ਵਿਹੜੇ ਵਿੱਚ, ਕਬੂਤਰ ਮਹੱਲ ਦੀ ਛੱਤ ਉੱਤੇ ਅਤੇ ਮੱਖੀਆਂ ਕੰਧਾਂ ਉੱਤੇ। ਇੱਥੋਂ ਤੱਕ ਕਿ ਤੰਦੂਰ ਵਿੱਚ ਸੋਲੇ ਵੀ ਆਪਣੀ ਲਹਿਰ ਛੱਡ ਕੇ ਸੌਂ ਗਏ ਤੇ ਜਿਹੜਾ ਮਾਸ ਭੁੰਨਿਆ ਜਾ ਰਿਹਾ ਸੀ ਠੰਡਾ ਹੋ ਕੇ ਜੰਮ ਗਿਆ। ਅਤੇ ਰਸੋਈਨ ਜਿਹੜੀ ਉਸ ਵੇਲੇ ਰਸੋਈ ਸਾਫ਼ ਕਰਨ ਵਾਲੇ ਮੁੰਡੂ ਨੂੰ ਵਾਲਾਂ ਤੋਂ ਖਿੱਚ ਕੇ ਕਿਸੇ ਗਲਤੀ ਲਈ ਕੰਨ ਤੇ ਕਸੁੰਨ ਜੜਨ ਲੱਗੀ ਸੀ, ਦੋਵੇਂ ਸੁਸਰੀ ਵਾਂਗ ਸੌਂ ਗਏ। ਇਵੇਂ ਹਰ ਚੀਜ਼ ਨਿਸ਼ਚਲ ਤੇ ਅਡੋਲ ਹੋ ਗਈ ਤੇ ਗਹਿਰੀ ਨੀਂਦਰ ਵਿੱਚ ਖੋ ਗਈ। ਛੇਤੀ ਹੀ ਮਹੱਲ ਦੇ ਆਲੇ ਦੁਆਲੇ ਕੰਡਿਆਲੀਆਂ ਝਾੜੀਆਂ ਦੀ ਇੱਕ ਵੱਡੀ ਸਾਰੀ ਵਾੜ ਉੱਗ ਗਈ। ਹਰ ਸਾਲ ਉਹ ਵਧੇਰੇ ਉੱਚੀ ਤੇ ਵਧੇਰੇ ਸੰਘਣੀ ਹੁੰਦੀ ਗਈ, ਇੱਥੋਂ ਤੱਕ ਕਿ ਉਸ ਦੇ ਮਹੱਲ ਨੂੰ ਆਪਣੇ ਅੰਦਰ ਘੇਰ ਲਿਆ ਤੇ ਲੁਕਾ ਲਿਆ ਤੇ ਉਸ ਦੀ ਛੱਤ ਤੇ ਚਿਮਨੀਆਂ ਵੀ ਦਿਸਣੋਂ ਬੰਦ ਹੋ ਗਈਆਂ। ਪਰ ਉਸ ਇਲਾਕੇ ਵਿੱਚ ਤੇ ਹੌਲੀ ਹੌਲੀ ਦੂਰ ਦੂਰ ਦੇ ਦੇਸ਼ਾਂ ਵਿੱਚ ਉਸ ਸੁੰਦਰ ਨੀਂਦ ਵਿਗੁੱਤੀ ਗੁਲਾਬ ਦੀ ਕਲੀ, ਕਿਉਂਕਿ ਰਾਜਕੁਮਾਰੀ ਨੂੰ ਇਹੀ ਕਹਿ ਕੇ ਬੁਲਾਇਆ ਜਾਂਦਾ ਸੀ, ਦੀ ਕਹਾਣੀ ਲੋਕ ਮੂੰਹਾਂ ਤੇ ਚੜ੍ਹ ਗਈ। ਇਸ ਕਹਾਣੀ ਨੂੰ ਸੁਣਨ ਕੇ ਸਮੇਂ ਦੇ ਸਮੇਂ ਕਈ ਰਾਜਕੁਮਾਰਾਂ ਨੇ ਉਸ ਝਾੜ ਚਕਾਰ ਦੇ ਵਿੱਚੋਂ ਲੰਘ ਕੇ ਮਹੱਲ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਫਲ ਨਾ ਹੋ ਸਕੇ, ਕਿਉਂਕਿ ਕੰਢੇ ਤੇ ਝਾੜੀਆਂ ਉਹਨਾਂ ਦੇ ਰਾਹ ਵੱਲ ਇਵੇਂ ਉੱਲਰਦੀਆਂ ਜਿਵੇਂ ਉਹ ਕਿਸੇ ਅਦ੍ਰਿਸ਼ ਰਖਵਾਲੇ ਦੇ ਹੱਥ ਹੋਣ ਤੇ ਉਹ ਉਹਨਾਂ ਨੂੰ ਖੁੱਭ ਜਾਂਦੇ ਤੇ ਤੜਫ ਤੜਫ ਕੇ ਮਰ ਜਾਂਦੇ। ਕਈ ਲੰਮੇ ਸਾਲਾਂ ਮਗਰੋਂ ਇੱਕ ਰਾਜਪੁੱਤਰ ਉਸ ਦੇਸ਼ ਵਿੱਚ ਆਇਆ। ਇੱਕ ਬਿਰਧ ਆਦਮੀ ਨੇ ਉਸ ਨੂੰ ਕੰਢਿਆਂ ਵਾਲੇ ਜੰਗਲ ਦੀ ਕਹਾਣੀ ਸੁਣਾਈ, ਕਿਵੇਂ ਉਸ ਦੇ ਪਿੱਛੇ ਇੱਕ ਸ਼ਾਨਦਾਰ ਮਹੱਲ ਖੜਾ ਹੈ ਜਿਸ ਵਿੱਚ ਗੁਲਾਬ ਦੀ ਕਲੀ ਨਾਂ ਦੀ ਅਨੋਖੀ ਰਾਜਕੁਮਾਰੀ ਆਪਣੇ ਸਾਰੇ ਦਰਬਾਰ ਸਮੇਤ ਲੰਮੀ ਡੂੰਘੀ ਨੀਂਦਰੇ ਸੁੱਤੀ ਪਈ ਹੈ। ਉਸਨੇ ਇਹ ਵੀ ਦੱਸਿਆ ਕਿ ਕਿਵੇਂ ਇਹ ਵਾਰਤਾ ਉਸਨੇ ਆਪਣੇ ਦਾਦੇ ਕੋਲੋਂ ਸੁਣੀ ਸੀ ਕਿ ਅਨੇਕਾਂ ਰਾਜਕੁਮਾਰ ਉੱਥੇ ਆਏ ਤੇ ਉਹਨਾਂ ਨੇ ਝਾੜ ਝੰਕਾਰ ਦੇ ਵਿੱਚੋਂ ਲੰਘਣ ਦਾ ਯਤਨ ਕੀਤਾ ਪਰ ਅੜ ਕੇ ਮਰ ਗਏ। ਤਦ ਨੌਜਵਾਨ ਰਾਜਕੁਮਾਰ ਬੋਲਿਆ, ਮੈਨੂੰ ਇਹ ਕਹਾਣੀਆਂ ਡਰਾ ਨਹੀਂ ਸਕਦੀਆਂ, ਮੈਂ ਅਵਸ਼ ਮਹੱਲ ਤੱਕ ਜਾਵਾਂਗਾ ਤੇ ਗੁਲਾਬ ਦੀ ਕਲੀ ਨੂੰ ਵੇਖਾਂਗਾ। ਬਿਰਧ ਆਦਮੀ ਨੇ ਉਸ ਨੂੰ ਰੋਕਣ ਦਾ ਬੜਾ ਯਤਨ ਕੀਤਾ, ਪਰ ਉਹ ਜਾਣ ਦੇ ਇਰਾਦੇ ਉੱਤੇ ਅੜਿਆ ਰਿਹਾ। ਹੁਣ ਠੀਕ ਉਸੇ ਦਿਨ 100 ਵਰ੍ਹਿਆਂ ਦਾ ਸਮਾਂ ਪੂਰਾ ਹੋ ਗਿਆ ਅਤੇ ਜਿਵੇਂ ਹੀ ਰਾਜਕੁਮਾਰ ਕੰਢਿਆਂ ਦੇ ਬਨ ਵੱਲ ਆਇਆ, ਉਸਨੇ ਉੱਥੇ ਤਿੱਖੇ ਕੰਢਿਆਂ ਤੇ ਸੰਘਣੇ ਝਾੜ ਚੰਕਾਰ ਦੀ ਥਾਂ ਰੰਗ ਬਰੰਗੀ ਫੁੱਲਾਂ ਨਾਲ ਲੱਦੀਆਂ ਸਰਸਬਜ਼ ਝਾੜੀਆਂ ਝੂਮਦੀਆਂ ਤੱਕੀਆਂ। ਉਹ ਬੜੀ ਸੁਖੈਨਤਾ ਨਾਲ ਉਹਨਾਂ ਦੇ ਵਿੱਚੋਂ ਦੀ ਲੰਘ ਗਿਆ ਤੇ ਉਸ ਦੇ ਪਿੱਛੇ ਉਹ ਆਪਸ ਵਿੱਚ ਇੱਕ ਗਲਵੱਕੜੀ ਵਿੱਚ ਜੁੜ ਗਈਆਂ। ਉਹ ਚੱਲਦਾ ਚੱਲਦਾ ਮਹੱਲ ਤੱਕ ਆਇਆ। ਉੱਥੇ ਦਲਾਨ ਵਿੱਚ ਕੁੱਤੇ ਸੁੱਤੇ ਪਏ ਸਨ ਤੇ ਘੋੜੇ ਤਬੇਲਿਆਂ ਵਿੱਚ, ਤੇ ਛੱਤ ਉੱਤੇ ਕਬੂਤਰ ਨੀਂਦ ਗਵਾਚੇ ਬੈਠੇ ਸਨ। ਜਦ ਉਹ ਅੰਦਰ ਪਹੁੰਚਿਆ, ਉਸਨੇ ਵੇਖਿਆ ਕਿ ਮੱਖੀਆਂ ਕੰਧਾਂ ਨਾਲ ਚੰਬੜ ਕੇ ਸੁੱਤੀਆਂ ਸਨ। ਰਸੋਈ ਵਿੱਚ ਲਾਂਗੜੀ ਕੁੜੀ ਅਜੇ ਤੱਕ ਮੁੰਡੂ ਦਾ ਹੱਥ ਫੜੀ ਸੁੱਤੀ ਸੀ ਜਿਵੇਂ ਉਹ ਉਸਨੂੰ ਕੁੱਟਣ ਲੱਗੀ ਹੈ, ਤੇ ਕੋਲ ਸਹਾਇਕ ਦਾਸੀ ਇੱਕ ਕਾਲੇ ਚੂਚੇ ਨੂੰ ਕੁੱਟੀ ਬੈਠੀ ਸੀ ਜਿਵੇਂ ਹੁਣ ਉਸਦੇ ਪਰ ਪੁੱਟ ਕੇ ਸਾਫ਼ ਕਰਨ ਲੱਗੀ ਹੈ। ਤਦ ਉਹ ਹੋਰ ਅੱਗੇ ਗਿਆ। ਹਰ ਚੀਜ਼ ਇਵੇਂ ਅਹਿਲ ਤੇ ਅਡੋਲ ਪਈ ਸੀ ਕਿ ਉਹ ਆਪਣੇ ਸਾਹ ਦੀ ਆਵਾਜ਼ ਸੁਣ ਸਕਦਾ ਸੀ। ਚੱਲਦਾ ਚੱਲਦਾ ਉਹ ਪੁਰਾਣੇ ਬੁਰਜ ਕੋਲ ਆਇਆ ਅਤੇ ਉਸ ਛੋਟੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਜਿਸ ਵਿੱਚ ਗੁਲਾਬ ਦੀ ਕਲੀ ਹੈ ਸੀ। ਉਹ ਨੀਂਦ ਵਿਗੁੱਤੀ ਲੇਟੀ ਸੀ ਤੇ ਇੰਨੀ ਸੁੰਦਰ ਤੇ ਮੋਹਣੀ ਵਿਖਾਈ ਦਿੰਦੀ ਸੀ ਕਿ ਉਸ ਦੀਆਂ ਨਜ਼ਰਾਂ ਉਸ ਉੱਤੇ ਜੰਮ ਕੇ ਰਹਿ ਗਈਆਂ। ਉਹ ਹੌਲੇ ਜਿਹੇ ਚੁੱਕਿਆ ਤੇ ਉਸਨੇ ਗੋਰੇ ਮੱਥੇ ਤੇ ਇੱਕ ਕੋਮਲ ਚੁੰਮਣ ਦਿੱਤਾ, ਪਰ ਜਿਵੇਂ ਹੀ ਉਸਦੇ ਬੁੱਲਾਂ ਨੇ ਰਾਜਕੁਮਾਰੀ ਦੇ ਮੱਥੇ ਨੂੰ ਛੂਹਿਆ, ਉਸਨੇ ਆਪਣੀਆਂ ਅੱਖਾਂ ਖੋਲ੍ਹੀਆਂ ਤੇ ਜਾਗ ਪਈ ਤੇ ਉਸ ਵੱਲ ਸ਼ਾਇਦ ਮਿੱਠੀ ਮੁਸਕਾਨ ਨਾਲ ਤੱਕੀ। ਰਾਜਕੁਮਾਰ ਨੇ ਉਸਦੀ ਨਾਜ਼ੁਕ ਵੀਣੀ ਨੂੰ ਕੋਮਲਤਾ ਨਾਲ ਫੜ ਕੇ ਉਸ ਨੂੰ ਉਠਾਇਆ ਤੇ ਦੋਵੇਂ ਰਲ ਕੇ ਕਮਰੇ ਵਿੱਚੋਂ ਬਾਹਰ ਨਿਕਲੇ। ਉਸੇ ਪਲ ਰਾਜਾ ਤੇ ਰਾਣੀ ਵੀ ਆਪਣੀ ਲੰਮੀ ਨੀਂਦਰ ਤੋਂ ਜਾਗ ਪਏ ਤੇ ਸਾਰੇ ਦਰਬਾਰੀ ਵੀ, ਤੇ ਉਹ ਬੜੀ ਹੈਰਾਨੀ ਨਾਲ ਇੱਕ ਦੂਜੇ ਵੱਲ ਤੱਕਣ ਲੱਗੇ। ਘੋੜੇ ਆਪਣੇ ਤਬੇਲਿਆਂ ਵਿੱਚ ਉੱਠ ਖਲੋਤੇ ਤੇ ਉਹਨਾਂ ਨੇ ਆਪਣੇ ਸਰੀਰ ਨੂੰ ਛੰਡਿਆ। ਕੁੱਤੇ ਪੁੜਕ ਕੇ ਇੱਧਰ ਉੱਧਰ ਉਲਰੇ ਤੇ ਭੌਂਕਣ ਲੱਗੇ। ਕਬੂਤਰਾਂ ਨੇ ਆਪਣੀਆਂ ਸਿਰੀਆਂ ਪਰਾਂ ਹੇਠੋਂ ਦੀ ਸਿੱਧੀਆਂ ਕੀਤੀਆਂ, ਆਲੇ ਦੁਆਲੇ ਨਜ਼ਰਾਂ ਪੁਆਈਆਂ ਤੇ ਖੇਤਾਂ ਵੱਲ ਉਡਾਣਾ ਭਰ ਗਏ। ਕੰਧਾਂ ਨਾਲ ਚਮੁੱਟੀਆਂ ਮੱਖੀਆਂ ਭਿੰਨ ਭਿਨਾਉਣ ਲੱਗੀਆਂ। ਰਸੋਈ ਦੀ ਅੱਗ ਦੀ ਲਾਟ ਲਾਲ ਜੀਭ ਕੱਢ ਕੇ ਭੜਕ ਉੱਠੀ ਤੇ ਭੋਜਨ ਪੱਕ ਗਿਆ ਤੇ ਮਾਸ ਭੁੱਜ ਗਿਆ। ਰਸੋਈਨ ਨੇ ਮੁੰਡੇ ਨੂੰ ਕੰਨ ਤੇ ਇੱਕ ਮੁੱਕਾ ਜੜ ਦਿੱਤਾ ਜਿਸ ਨਾਲ ਉਹ ਕਰਾਹ ਉੱਠਿਆ ਤੇ ਨੌਕਰਾਨੀ ਚੂਚੇ ਦੇ ਪਰ ਖੋਲ੍ਹਣ ਲੱਗੀ ਤੇ ਹੁਣ ਰਾਜਕੁਮਾਰ ਤੇ ਰਾਜਕੁਮਾਰੀ ਗੁਲਾਬ ਦੀ ਕਲੀ ਦੇ ਵਿਆਹ ਦੀ ਦਾਵਤ ਸ਼ੁਰੂ ਹੋਈ ਤੇ ਉਹ ਆਪਣਾ ਜੀਵਨ ਖੁਸ਼ੀ-ਖੁਸ਼ੀ ਬਿਤਾਉਣ ਲੱਗੇ। ਭੌਂਦੂ ਗਵਈਏ। ਇੱਕ ਵਾਰ ਇੱਕ ਦਰਮਿਆਨੇ ਕਿਸਾਨ ਕੋਲ ਇੱਕ ਖੋਤਾ ਸੀ। ਉਹ ਕਈ ਸਾਲ ਆਪਣੇ ਮਾਲਕ ਦੀ ਵਫਾਦਾਰੀ ਨਾਲ ਸੇਵਾ ਕਰਦਾ ਰਿਹਾ, ਪਰੰਤੂ ਬੁੱਢਾ ਹੋਣ ਲੱਗਾ ਤੇ ਦਿਨ ਬ ਦਿਨ ਕੰਮ ਦੇ ਅਯੋਗ ਹੁੰਦਾ ਗਿਆ। ਉਸ ਦਾ ਮਾਲਕ ਇਸ ਕਰਕੇ ਉਸ ਕੋਲੋਂ ਅੱਕ ਗਿਆ।
ਉਸ ਨੂੰ ਮਾਰ ਦੇਣ ਦੀਆਂ ਵਿਉਂਤਾਂ ਸੋਚਣ ਲੱਗਾ, ਪਰ ਖੋਤਾ ਭਾਂਪ ਗਿਆ ਕਿ ਉਹਦੇ ਤੇ ਕੋਈ ਬਿੱਜ ਪੈਣ ਵਾਲੀ ਹੈ। ਸੋ ਚੁੱਪ ਕੀਤਾ, ਉੱਥੋਂ ਖਿਸਕ ਤੁਰਿਆ ਤੇ ਬਰੀਮੈਨ ਵੱਲ ਚੱਲ ਪਿਆ, ਕਿਉਂਕਿ ਉੱਥੇ ਉਸ ਸੋਚਿਆ ਸ਼ਾਇਦ ਮੈਨੂੰ ਨਗਰ ਗਾਇਕ ਚੁਣ ਲਿਆ ਜਾਵੇ। ਉਸ ਥੋੜਾ ਪੈਂਡਾ ਹੀ ਕੀਤਾ ਸੀ ਕਿ ਉਸਦੇ ਸੜਕ ਦੇ ਕੰਢੇ ਤੇ ਇੱਕ ਕੁੱਤੇ ਨੂੰ ਲੇਟੇ ਤੱਕਿਆ। ਉਹ ਇਵੇਂ ਹੱਫ ਰਿਹਾ ਸੀ ਜਿਵੇਂ ਬੜਾ ਥੱਕਿਆ ਹੋਵੇ। ਮਿੱਤਰ, ਤੂੰ ਇਵੇਂ ਕਿਉਂ ਹੱਫ ਰਿਹਾ ਹੈ? ਖੋਤੇ ਨੇ ਪੁੱਛਿਆ। ਹਾਏ, ਕੀ ਦੱਸਾਂ, ਕੁੱਤਾ ਬੋਲਿਆ। ਮੇਰਾ ਮਾਲਕ ਮੈਨੂੰ ਸਿਰ ਤੇ ਪੱਥਰ ਮਾਰ ਕੇ ਮਾਰਨ ਲੱਗਾ ਸੀ, ਕਿਉਂਕਿ ਮੈਂ ਬੁੱਢਾ ਤੇ ਕਮਜ਼ੋਰ ਹੋ ਗਿਆ ਹਾਂ ਤੇ ਮੈਂ ਉਸਨੂੰ ਸ਼ਿਕਾਰ ਵਿੱਚ ਮਦਦ ਨਹੀਂ ਦੇ ਸਕਦਾ। ਇਸ ਲਈ ਮੈਂ ਨੱਸ ਆਇਆ ਹਾਂ, ਪਰ ਮੈਂ ਸੋਚਦਾ ਹਾਂ ਹੁਣ ਮੈਂ ਖਾਵਾਂਗਾ ਕਿੱਥੋਂ? ਉੱਠ, ਮੇਰੀ ਗੱਲ ਸੁਣ, ਖੋਤੇ ਨੇ ਕਿਹਾ। ਮੈਂ ਬਰੀਮੈਨ ਨਗਰ ਗਵਈਆ ਬਣਨ ਜਾ ਰਿਹਾ ਹਾਂ। ਫਰਜ਼ ਕਰੋ ਤੂੰ ਮੇਰੇ ਨਾਲ ਚੱਲਦਾ ਏ ਤੇ ਉੱਥੇ ਜਾ ਕੇ ਮੇਰੇ ਵਾਂਗ ਕੁਝ ਬਣਨ ਦਾ ਯਤਨ ਕਰੇ। ਕੁੱਤਾ ਰਾਜੀ ਹੋ ਗਿਆ ਤੇ ਦੋਵੇਂ ਠੁਮਕ ਠੁਮਕ ਚੱਲਦੇ ਅਗਾਂਹ ਵੱਲ ਤੁਰ ਪਏ। ਉਹ ਅਜੇ ਬਹੁਤੀ ਦੂਰ ਨਹੀਂ ਗਏ ਸਨ ਕਿ ਉਹਨਾਂ ਨੇ ਇੱਕ ਬਿੱਲੀ ਨੂੰ ਸੜਕ ਦੇ ਵਿਚਕਾਰੇ ਬੈਠੇ ਦੇਖਿਆ। ਉਸਦੇ ਚਿਹਰੇ ਤੇ ਦੁੱਖ ਤੇ ਉਦਾਸੀ ਦੀਆਂ ਡੂੰਘੀਆਂ ਲਕੀਰਾਂ ਖਿੱਚੀਆਂ ਹੋਈਆਂ ਸਨ। ਮੇਰੀ ਚੰਗੀ ਸੁਆਣੀ, ਖੋਤੇ ਨੇ ਕਿਹਾ, ਕੀ ਗੱਲ ਏ, ਤੁਸੀਂ ਬੜੇ ਉਦਾਸ ਤੇ ਨਿਰਾਸ਼ ਵਿਖਾਈ ਦਿੰਦੇ ਹੋ। ਹਾਏ, ਬਿੱਲੀ ਬੋਲੀ, ਕੋਈ ਕਿਵੇਂ ਖੁਸ਼ ਵਿਖਾਈ ਦੇ ਸਕਦਾ ਹੈ ਜੇਕਰ ਉਸਦੀ ਜ਼ਿੰਦਗੀ ਖਤਰੇ ਵਿੱਚ ਹੋਵੇ। ਗੱਲ ਇਹ ਹੈ ਕਿ ਮੈਂ ਬੁੱਢੀ ਹੁੰਦੀ ਜਾ ਰਹੀ ਹਾਂ ਤੇ ਘਰ ਵਿੱਚ ਚੂਹਿਆਂ ਦੇ ਪਿੱਛੇ ਦੌੜ ਭੱਜ ਕਰਨ ਦੇ ਯੋਗ ਨਹੀਂ ਰਹੀ ਤੇ ਅੱਗੇ ਅੱਗੇ ਅਲਸਾਈ ਪਈ ਰਹਿੰਦੀ ਸਾਂ। ਮੇਰੀ ਮਾਲਕਣ ਮੈਨੂੰ ਫੜ ਕੇ ਟੱਬ ਵਿੱਚ ਡੋਬਣ ਲੱਗੀ ਸੀ ਕਿ ਮੈਂ ਕਿਸੇ ਤਰ੍ਹਾਂ ਛੁੱਟ ਕੇ ਭੱਜ ਆਈ, ਪਰ ਮੈਨੂੰ ਕੁਝ ਸੁੱਝਦਾ ਨਹੀਂ, ਮੈਂ ਖਾਵਾਂਗੀ ਕਿੱਥੋਂ? ਓਹ, ਖੋਤੇ ਨੇ ਕਿਹਾ, ਉਦਾਸੀ ਛੱਡੋ, ਸਾਡੇ ਨਾਲ ਬਰੀਮੈਨ ਚੱਲੋ। ਤੁਸੀਂ ਇੱਕ ਕਲਾਵਾਨ ਰਾਤ ਗਵਈਏ ਹੋ ਤੇ ਸਾਡੇ ਵਾਂਗ ਆਪਣੀ ਕਿਸਮਤ ਅਜ਼ਮਾ ਸਕਦੇ ਹੋ। ਬਿੱਲੀ ਇਸ ਪ੍ਰਸਤਾਵ ਤੇ ਬੜੀ ਖੁਸ਼ ਹੋਈ ਤੇ ਸੰਗ ਵਿੱਚ ਸ਼ਾਮਲ ਹੋ ਗਈ। ਕੁਝ ਅਗਾਂਹ ਜਾਣ ਤੇ ਜਦੋਂ ਇੱਕ ਫਾਰਮ ਦੇ ਹਾਤੇ ਕੋਲੋਂ ਲੰਘ ਰਹੇ ਸਨ, ਉਹਨਾਂ ਨੇ ਇੱਕ ਕੁੱਕੜ ਨੂੰ ਫਾਟਕ ਦੇ ਕਿੰਗਰੇ ਤੇ ਬੈਠੇ ਤੱਕਿਆ। ਉਹ ਆਪਣਾ ਪੂਰਾ ਤਾਣ ਲਾ ਕੇ ਉੱਚੀ ਉੱਚੀ ਚੀਕ ਰਿਹਾ ਸੀ। ਸ਼ਾਬਾਸ਼, ਖੋਤੇ ਨੇ ਕਿਹਾ, ਸੱਚ ਕਹਿੰਦਾ ਹਾਂ, ਤੇਰੀਆਂ ਚੀਕਾਂ ਬੜੀਆਂ ਪਿਆਰੀਆਂ ਹਨ, ਪਰ ਇਹ ਸਾਰਾ ਰੌਲਾ ਕਾਹਦੇ ਲਈ ਹੈ? ਕਿਉਂ? ਕੁੱਕੜ ਬੋਲਿਆ, ਮੈਂ ਹੁਣੇ ਆਖ ਰਿਹਾ ਸਾਂ ਕਿ ਅੱਜ ਘਾਟ ਤੇ ਧੁਆਈ ਲਈ ਜਾਣ ਵਾਸਤੇ ਬੜਾ ਸੋਹਣਾ ਮੌਸਮ ਹੈ, ਪਰ ਫਿਰ ਵੀ ਮੇਰੀ ਮਾਲਕਣ ਤੇ ਰਸੋਈਨ ਮੇਰਾ ਧੰਨਵਾਦ ਕਰਨ ਦੀ ਥਾਂ ਮੈਨੂੰ ਧਮਕੀਆਂ ਦੇ ਰਹੀਆਂ ਹਨ ਕਿ ਤੂੰ ਸਾਡੇ ਕੰਨ ਖਾਂਦਾ ਹੈ। ਇਸ ਲਈ ਕੱਲ੍ਹ ਅਸੀਂ ਤੇਰੀ ਧੌਣ ਖਿੱਚ ਸੁੱਟਣੀ ਹੈ ਤੇ ਪ੍ਰਾਹੁਣਿਆਂ ਲਈ ਤੇਰਾ ਸ਼ੋਰਬਾ ਬਣਾ ਖੜਨਾ ਹੈ। ਰੱਬ ਨਾ ਕਰੇ, ਖੋਤੇ ਨੇ ਹੌਸਲਾ ਦਿੰਦਾ ਕਿਹਾ। ਮਾਸਟਰ ਕੁੱਕੜ, ਆਓ ਸਾਡੇ ਨਾਲ ਚੱਲੋ। ਇੱਥੇ ਰਹਿਣ ਤੇ ਧੌਣ ਖਿਚਵਾਉਣ ਨਾਲੋਂ ਹਰ ਹਾਲਤ ਵਿੱਚ ਚੰਗਾ ਰਹੇਗਾ। ਇਸ ਤੋਂ ਇਲਾਵਾ ਕਿਸਮਤ ਦਾ ਕੋਈ ਕੀ ਕਹਿ ਸਕਦਾ ਹੈ? ਜੇਕਰ ਅਸੀਂ ਸਾਰੇ ਸੁਰ ਮਿਲ ਕੇ ਗਾਉਣ ਦਾ ਅਭਿਆਸ ਕਰੀਏ ਤਾਂ ਸਾਡੀ ਇੱਕ ਸੋਹਣੀ ਰਾਗ ਮੰਡਲੀ ਬਣ ਸਕਦੀ ਹੈ। ਇਸ ਲਈ ਸਾਡੇ ਨਾਲ ਚੱਲੋ। ਬੜੀ ਖੁਸ਼ੀ ਨਾਲ ਕੁੱਕੜ ਨੇ ਕਿਹਾ ਤੇ ਉਹ ਸਾਰੇ ਰਲ ਕੇ ਖੁਸ਼ੀ ਖੁਸ਼ੀ ਅਗਾਂਹ ਚੱਲ ਪਏ। ਉਹ ਚੱਲਦੇ ਗਏ, ਪਰ ਉਹ ਪਹਿਲੇ ਦਿਨ ਨਗਰ ਨਾ ਪਹੁੰਚ ਸਕੇ। ਰਾਤ ਉੱਤਰ ਆਈ, ਇਸ ਲਈ ਉਹ ਸੌਣ ਵਾਸਤੇ ਇੱਕ ਜੰਗਲ ਵਿੱਚ ਵੜ ਗਏ। ਖੋਤਾ ਤੇ ਕੁੱਤਾ ਇੱਕ ਵੱਡੇ ਸਾਰੇ ਦਰਖਤ ਦੇ ਹੇਠਾਂ ਲੇਟ ਗਏ ਤੇ ਬਿੱਲੀ ਦਰਖਤ ਦੀਆਂ ਟਹਿਣੀਆਂ ਵਿੱਚ ਜਾ ਲੁਕੀ। ਕੁੱਕੜ ਇਹ ਸੋਚ ਕੇ ਕਿ ਜਿੰਨਾ ਮੈਂ ਉੱਚਾ ਚੜ੍ਹ ਜਾਵਾਂਗਾ ਓਨਾ ਹੀ ਸੁਰੱਖਿਅਤ ਰਹਾਂਗਾ, ਦਰਖਤ ਦੀ ਟੀਸੀ ਤੇ ਜਾ ਚੜ੍ਹਿਆ। ਸੌਣ ਤੋਂ ਪਹਿਲਾਂ ਆਪਣੀ ਆਦਤ ਅਨੁਸਾਰ ਉਸਨੇ ਇਹ ਜਾਣਨ ਲਈ ਕਿ ਸਭ ਠੀਕ ਹੈ ਨਾ, ਆਪਣੇ ਚਾਰੇ ਪਾਸੇ ਨਜ਼ਰ ਮਾਰੀ। ਅਜਿਹਾ ਕਰਦਿਆਂ ਉਸਨੇ ਦੂਰ ਇੱਕ ਚਮਕੀਲੀ ਤੇ ਰੌਸ਼ਨ ਚੀਜ਼ ਵੇਖੀ। ਉਸਨੇ ਆਪਣੇ ਸਾਥੀਆਂ ਨੂੰ ਆਵਾਜ਼ ਦੇ ਕੇ ਕਿਹਾ, ਮੇਰਾ ਖਿਆਲ ਹੈ ਥੋੜ੍ਹੇ ਫਾਸਲੇ ਤੇ ਜ਼ਰੂਰ ਇੱਕ ਮਕਾਨ ਹੈਗਾ ਹੈ, ਕਿਉਂਕਿ ਮੈਨੂੰ ਰੌਸ਼ਨੀ ਵਿਖਾਈ ਦਿੰਦੀ ਹੈ। ਜੇ ਇਹ ਗੱਲ ਹੈ, ਖੋਤੇ ਨੇ ਕਿਹਾ, ਤਾਂ ਸਾਡੇ ਲਈ ਜਗ੍ਹਾ ਬਦਲ ਲੈਣੀ ਚੰਗੀ ਰਹੇਗੀ, ਕਿਉਂਕਿ ਹੁਣ ਵਾਲੀ ਜਗ੍ਹਾ ਕੁਝ ਦੇਰ ਆਰਾਮਦੇਹ ਨਹੀਂ। ਇਸ ਤੋਂ ਇਲਾਵਾ ਕੁੱਤੇ ਨੇ ਗੱਲ ਅੱਗੇ ਵਧਾਈ, ਜੇ 2 ਕੁ ਹੱਡੀਆਂ ਜਾਂ ਮਾਸ ਦਾ ਟੁਕੜਾ ਉੱਥੇ ਮਿਲ ਜਾਵੇ ਤਾਂ ਮੈਂ ਉਹਨਾਂ ਲਈ ਮਾੜਾ ਨਹੀਂ ਹੋਵਾਂਗਾ। ਸੋ ਇਕੱਠੇ ਉਸ ਸਥਾਨ ਵੱਲ ਤੁਰ ਪਏ ਜਿੱਥੇ ਕੁੱਕੜ ਨੇ ਰੌਸ਼ਨੀ ਤੱਕੀ ਸੀ, ਅਤੇ ਜਿਉਂ-ਜਿਉਂ ਨੇੜੇ ਪਹੁੰਚਦੇ ਗਏ ਉਹ ਵੱਡਾ ਤੇ ਚੁਰੜਿਆ ਹੁੰਦਾ ਗਿਆ, ਇੱਥੋਂ ਤੱਕ ਕਿ ਆਖਰ ਉਹ ਇੱਕ ਮਕਾਨ ਦੇ ਅੱਗੇ ਜਾ ਪਹੁੰਚੇ ਜਿਸ ਵਿੱਚ ਡਾਕੂਆਂ ਦਾ ਇੱਕ ਗਰੋਹ ਰਹਿੰਦਾ ਸੀ। ਖੋਤਾ, ਜਿਹੜਾ ਸਭ ਤੋਂ ਲੰਮਾ ਸੀ, ਮਾਰਚ ਕਰਦਾ ਬਾਰੀ ਤੱਕ ਆਇਆ ਤੇ ਉਸਨੇ ਅੰਦਰ ਝਾਕਿਆ। ਕਿਉਂ ਖੋਤਾ ਜੀ? ਕੁੱਕੜ ਨੇ ਪੁੱਛਿਆ। ਕੀ ਵੇਖਿਆ ਜੇ? ਕੀ ਵੇਖਿਆ? ਖੋਤੇ ਨੇ ਉੱਤਰ ਦਿੱਤਾ। ਉਹ ਮੈਂ ਦੇਖਦਾ ਹਾਂ ਕਿ ਇੱਕ ਵੱਡਾ ਸਾਰਾ ਮੇਜ਼ ਵਿਛਿਆ ਹੋਇਆ ਹੈ ਤੇ ਉਸ ਉੱਪਰ ਸਭ ਪ੍ਰਕਾਰ ਦੇ ਵਧੀਆ ਖਾਣੇ ਚੁਣੇ ਹੋਏ ਹਨ ਤੇ ਡਾਕੂ ਉਸ ਦੇ ਦੁਆਲੇ ਬੈਠ ਕੇ ਮੌਜਾਂ ਉਡਾ ਰਹੇ ਹਨ। ਇਹ ਸਾਡੇ ਰਹਿਣ ਲਈ ਇੱਕ ਉਸ ਦਾ ਸਥਾਨ ਹੋਵੇਗਾ, ਕੁੱਕੜ ਨੇ ਕਿਹਾ। ਹਾਂ, ਖੋਤਾ ਕਹਿਣ ਲੱਗਾ, ਪਰ ਜੇਕਰ ਅਸੀਂ ਅੰਦਰ ਪਹੁੰਚ ਸਕੀਏ। ਸੋ ਰਲ ਕੇ ਸਲਾਹ ਕਰਨ ਲੱਗੇ ਕਿ ਡਾਕੂਆਂ ਨੂੰ ਕਿਵੇਂ ਮਕਾਨ 'ਚੋਂ ਬਾਹਰ ਧੱਕਿਆ ਜਾਏ। ਆਖਰ ਉਹਨਾਂ ਨੇ ਇੱਕ ਉਪਾਅ ਸੋਚ ਕੱਢਿਆ। ਖੋਤਾ ਆਪਣੀਆਂ ਪਿਛਲੀਆਂ ਲੱਤਾਂ 'ਤੇ ਸਿੱਧਾ ਖੜਾ ਹੋ ਗਿਆ ਤੇ ਅਗਲੀਆਂ ਲੱਤਾਂ ਉਸਨੇ ਬਾਰੀ ਦੇ ਨਾਲ ਟਿਕਾ ਲਈਆਂ। ਕੁੱਤਾ ਉਸਦੀ ਪਿੱਠ 'ਤੇ ਚੜ੍ਹ ਬੈਠਾ। ਬਿੱਲੀ ਕੁੱਤੇ ਦੇ ਮੋਢਿਆਂ 'ਤੇ ਸਵਾਰ ਹੋ ਗਈ ਤੇ ਕੁੱਕੜ ਉੱਡ ਕੇ ਬਿੱਲੀ ਦੇ ਸਿਰ 'ਤੇ ਜਾ ਬੈਠਾ।
ਜਦ ਸਾਰੇ ਤਿਆਰ ਹੋ ਗਏ ਤਾਂ ਇੱਕ ਇਸ਼ਾਰਾ ਦਿੱਤਾ ਗਿਆ ਤੇ ਉਹਨਾਂ ਨੇ ਆਪਣੀ ਸੰਗੀਤ ਆਰੰਭ ਕਰ ਦਿੱਤਾ। ਖੋਤਾ ਜ਼ੋਰ ਦੀ ਹਿੰਗਿਆ, ਕੁੱਤਾ ਗਲਾ ਪਾੜ ਕੇ ਭੌਂਕਿਆ, ਬਿੱਲੀ ਮਿਆਉ ਮਿਆਉ ਕਰਨ ਲੱਗੀ ਤੇ ਕੁੱਕੜ ਨੇ ਉੱਚੀ ਸਾਰੀ ਨਾਅਰਾ ਮਾਰਿਆ, ਕੁੱਕੜੂ। ਤਦ ਉਹ ਝੱਪਦੇ ਹੀ ਬਾਰੀ ਦੇ ਵਿੱਚੋਂ ਦੀ ਅੰਦਰ ਧੱਸ ਗਏ ਤੇ ਸ਼ੀਸ਼ਿਆਂ ਦੇ ਟੁੱਟਣ ਦੇ ਡਰਾਉਣੇ ਸ਼ੋਰ ਦੇ ਦਰਮਿਆਨ ਕਮਰੇ ਦੇ ਫਰਸ਼ ਤੇ ਲੁੜਕ ਪਏ। ਡਾਕੂ ਜਿਹੜੇ ਕਿ ਅਨੋਖੇ ਸੰਗੀਤ ਤੋਂ ਰਤਾ ਨਹੀਂ ਡਰੇ ਸਨ, ਹੁਣ ਇਹ ਖਿਆਲ ਕਰਕੇ ਕਿ ਕੋਈ ਭੂਤ ਮੰਡਲੀ ਅੰਦਰ ਆ ਵੜੀ ਹੈ, ਡਾਢੇ ਸਹਿਮ ਗਏ ਤੇ ਜਿੰਨਾ ਤੇਜ਼ ਹੋ ਸਕਿਆ ਉਸ ਮਕਾਨ ਤੋਂ ਨਿਕਲ ਕੇ ਦੂਰ ਨੱਸ ਗਏ। ਹੁਣ ਰਾਹ ਸਾਫ਼ ਸੀ। ਸਾਡੇ ਪੌਂਦੂ ਯਾਤਰੀ ਮੇਜ਼ ਅੱਗੇ ਡਟ ਗਏ ਤੇ ਜੋ ਕੁਝ ਭੋਜਨ ਬਚਿਆ ਸੀ ਤੇ ਅਜੇ ਤਾਂ ਮੇਜ਼ ਲੱਦੀ ਪਈ ਸੀ, ਹਾਬੜਿਆਂ ਵਾਂਗ ਇਵੇਂ ਅੰਦਰ ਸੁੱਟਣ ਲੱਗੇ ਜਿਵੇਂ ਉਹਨਾਂ ਨੂੰ ਡਰ ਹੋਵੇ ਕਿ ਅੱਗੇ ਤੋਂ ਮਹੀਨਾ ਪਰ ਉਹਨਾਂ ਨੂੰ ਕੁਝ ਖਾਣ ਨੂੰ ਨਹੀਂ ਲੱਭਣਾ। ਜਦ ਉਹਨਾਂ ਦੇ ਢਿੱਡ ਮੂੰਹ ਤੱਕ ਭਰ ਗਏ ਤੇ ਮਨ ਤ੍ਰਿਪਤ ਹੋ ਗਏ ਤਾਂ ਉਹਨਾਂ ਨੇ ਰੋਸ਼ਨੀ ਗੁੱਲ ਕਰ ਦਿੱਤੀ। ਹਰ ਇੱਕ ਨੇ ਆਪਣੀ ਪਸੰਦ ਦੇ ਆਰਾਮ ਦੀ ਜਗ੍ਹਾ ਲੱਭ ਲਈ। ਖੋਤਾ ਵਿਹੜੇ ਵਿੱਚ ਘਾਹ ਤੇ ਲੰਮਾ ਪੈ ਗਿਆ, ਕੁੱਤੇ ਨੇ ਬੂਹੇ ਦੇ ਪਿੱਛੇ ਇੱਕ ਸੱਫ ਤੇ ਲੱਤਾਂ ਨਿੱਸਲ ਕੀਤੀਆਂ, ਬਿੱਲੀ ਬੁੱਝਦੀ ਅੱਗ ਸਾਵੇਂ ਗੋਲਾ ਬਣ ਗਈ ਤੇ ਕੁੱਕੜ ਘਰ ਦੀ ਮਮਟੀ ਤੇ ਚੜ ਗਿਆ। ਕਿਉਂ ਜੋ ਸਾਰੇ ਸਫ਼ਰ ਦੇ ਥੱਕੇ ਹੋਏ ਸਨ, ਇਸ ਲਈ ਝੱਟ ਹੀ ਨੀਂਦਰ ਵਿੱਚ ਗੁਆਚ ਗਏ। ਪਰ ਅੱਧੀ ਰਾਤ ਦੇ ਕਰੀਬ ਜਦੋਂ ਡਾਕੂਆਂ ਨੇ ਫਾਸਲੇ ਤੋਂ ਵੇਖਿਆ ਕਿ ਰੋਸ਼ਨੀਆਂ ਬੁੱਝ ਗਈਆਂ ਹਨ ਤੇ ਚਾਰੇ ਪਾਸੇ ਚੁੱਪਚਾਂ ਛਾਈ ਹੈ ਤਾਂ ਉਹ ਸੋਚਣ ਲੱਗੇ ਕਿ ਉਹਨਾਂ ਨੇ ਘਰ ਛੱਡ ਕੇ ਨੱਸਣ ਲਈ ਬਹੁਤ ਕਾਹਲ ਕੀਤੀ ਹੈ। ਤੇ ਉਹਨਾਂ ਵਿੱਚੋਂ ਇੱਕ ਜਣਾ ਜਿਹੜਾ ਦੂਜਿਆਂ ਨਾਲੋਂ ਰਤਾ ਦਲੇਰ ਸੀ, ਇਹ ਵੇਖਣ ਲਈ ਕਿ ਉੱਥੇ ਕੀ ਵਾਪਰ ਰਿਹਾ ਹੈ ਘਰ ਵੱਲ ਗਿਆ। ਹਰ ਚੀਜ਼ ਅਡੋਲ ਤੇ ਖਾਮੋਸ਼ ਵੇਖ ਉਹ ਰਸੋਈ ਵਿੱਚ ਵੜਿਆ ਤੇ ਹਨੇਰੇ ਵਿੱਚ ਟੋ ਟੋ ਕੇ ਮਾਚਸ ਲੱਭੀ ਤਾਂ ਜੋ ਮੋਮਬੱਤੀ ਬਾਲ ਸਕੇ। ਤਦ ਉਸ ਦੀ ਨਜ਼ਰ ਬਿੱਲੀ ਦੀਆਂ ਅੰਗਿਆਰੇ ਵਾਂਗ ਚਮਕਦੀਆਂ ਅੱਖਾਂ ਤੇ ਪਈ। ਉਸ ਨੇ ਸਮਝਿਆ ਕਿ ਇਹ ਪੱਖ ਦੇ ਕੋਇਲੇ ਹਨ ਤੇ ਤਿੱਲੀ ਬਾਲਣ ਲਈ ਉਸ ਦੀਆਂ ਅੱਖਾਂ ਵਿੱਚ ਵਾੜਨ ਲੱਗਾ। ਪਰ ਬਿੱਲੀ ਇਸ ਮਖੌਲ ਨੂੰ ਨਾ ਸਮਝੀ ਤੇ ਉਹਦੇ ਮੂੰਹ ਵੱਲ ਝਪੱਟੀ। ਉਸਨੇ ਉਸਦੇ ਮੂੰਹ ਤੇ ਥੁੱਕਿਆ ਤੇ ਆਪਣੇ ਤਿੱਖੇ ਪੰਜਿਆਂ ਨਾਲ ਚੇੜਾ ਵਲੂੰਦਰ ਸੁੱਟਿਆ। ਇਸ ਨਾਲ ਉਹ ਅਤੀ ਭੈਭੀਤ ਹੋ ਗਿਆ ਤੇ ਬੂਹੇ ਵੱਲ ਭੱਜਿਆ। ਪਰ ਉੱਥੇ ਕੁੱਤਾ ਉਹਦੇ ਤੇ ਟੁੱਟ ਪਿਆ ਤੇ ਉਹਨੇ ਉਹਦੀ ਲੱਤ ਤੇ ਵੱਢ ਖਾਧਾ ਤੇ ਜਿਸ ਵੇਲੇ ਉਹ ਵਿਹੜਾ ਪਾਰ ਕਰ ਰਿਹਾ ਸੀ, ਖੋਤੇ ਨੇ ਪੂਰੇ ਜ਼ੋਰ ਨਾਲ ਉਹਦੇ ਤੇ ਦੁਲੱਤੀ ਚਲਾਈ। ਉਸ ਵੇਲੇ ਕੁੱਕੜ ਜਿਹੜਾ ਇਸ ਰੌਲੇ ਗੋਲੇ ਕਾਰਨ ਜਾਗ ਪਿਆ ਸੀ, ਆਪਣੇ ਪੂਰੇ ਤਾਨ ਨਾਲ ਕੁੱਕਿਆ। ਇਸ ਤੇ ਡਾਕੂ ਜਿੰਨੀ ਤੇਜ਼ ਉਸ ਤੋਂ ਹੋ ਸਕਿਆ ਉੱਥੋਂ ਨੱਠਿਆ ਤੇ ਸਾਊ ਸਹੀ ਹੋਇਆ ਆਪਣੇ ਸਾਥੀਆਂ ਕੋਲ ਪਹੁੰਚਿਆ ਤੇ ਉਹਨਾਂ ਨੂੰ ਦੱਸਿਆ ਕਿ ਕਿਵੇਂ ਇੱਕ ਅਤੀ ਭਿਆਨਕ ਚੁੜੇਲ ਘਰ ਵਿੱਚ ਵੜੀ ਹੋਈ ਹੈ ਤੇ ਉਹ ਜਿਹਨੇ ਉਸਦੇ ਮੂੰਹ ਤੇ ਥੁੱਕਿਆ ਤੇ ਆਪਣੀਆਂ ਲੰਮੀਆਂ ਤਿੱਖੀਆਂ ਪੰਜੇ ਵਰਗੀਆਂ ਉਂਗਲਾਂ ਨਾਲ ਉਸਦਾ ਚਿਹਰਾ ਵਲੂੰਦਰ ਮਾਰਿਆ। ਕਿਵੇਂ ਇੱਕ ਭੂਤ ਬੂਹੇ ਪਿੱਛੇ ਲੁਕਿਆ ਸੀ ਤੇ ਉਸਨੇ ਤਿੱਖਾ ਛੁਰਾ ਉਸਦੀ ਲੱਤ ਵਿੱਚ ਖੋਭ ਦਿੱਤਾ। ਕਿਵੇਂ ਇੱਕ ਸਿਆਹ ਰਾਖਸ਼ ਵਿਹੜੇ ਵਿੱਚ ਖੜਾ ਸੀ ਤੇ ਉਸਨੇ ਆਪਣੀ ਲੱਠ ਉਹਦੀ ਪਿੱਠ ਤੇ ਕੱਢ ਮਾਰਿਆ ਤੇ ਕਿਵੇਂ ਸ਼ੈਤਾਨ ਜੋ ਮਮਟੀ ਤੇ ਚੜਿਆ ਬੈਠਾ ਸੀ ਉਸ ਨੂੰ ਵੇਖ ਕੇ ਚੀਕ ਉੱਠਿਆ, ਇਸ ਬਦਮਾਸ਼ ਨੂੰ ਮੇਰੇ ਵੱਲ ਸੁੱਟੋ। ਇਹ ਸੁਣ ਕੇ ਡਾਕੂ ਅਤੀ ਭੈਭੀਤ ਹੋ ਗਏ। ਉਹਨਾਂ ਨੂੰ ਮੁੜ ਕਦੀ ਘਰ ਵੱਲ ਜਾਣ ਦਾ ਹੌਸਲਾ ਨਾ ਪਿਆ। ਪਰ ਸਾਡੇ ਮਿੱਤਰ ਗਵਈਏ ਅਜਿਹੀ ਆਰਾਮ ਦੀ ਜਗ੍ਹਾ ਪਾ ਕੇ ਬੜੇ ਖੁਸ਼ ਹੋਏ ਤੇ ਉੱਥੇ ਹੀ ਰਹਿ ਪਏ ਅਤੇ ਮੈਂ ਕਹਿਣ ਦਾ ਹੌਸਲਾ ਕਰ ਸਕਦਾ ਹਾਂ ਕਿ ਉਹ ਅੱਜ ਵੀ ਉੱਥੇ ਰਹਿ ਰਹੇ ਹਨ। ਵਫਾਦਾਰ ਦਰਿੰਦੇ। ਇੱਕ ਵਿਚਾਰਾ ਆਦਮੀ ਸੀ, ਉਹ ਆਪਣਾ ਲਗਭਗ ਸਾਰਾ ਧਨ ਗਵਾ ਬੈਠਾ। ਜੋ ਥੋੜ੍ਹੀ ਬਹੁਤ ਉਸਦੇ ਕੋਲ ਸੀ ਉਸ ਨੂੰ ਲੈ ਕੇ ਅਥਾਹ ਸੰਸਾਰ ਵਿੱਚ ਸਫ਼ਰ ਤੇ ਨਿਕਲ ਤੁਰਿਆ। ਪਹਿਲੀ ਜਗ੍ਹਾ ਜਿੱਥੇ ਉਹ ਪਹੁੰਚਾ ਇੱਕ ਛੋਟਾ ਜਿਹਾ ਪਿੰਡ ਸੀ। ਪਿੰਡ ਦੇ ਲੋਕ ਬੇਕਰਾਰੀ ਜਿਹੀ ਵਿੱਚ ਇੱਧਰ ਉੱਧਰ ਦੌੜ ਭੱਜ ਰਹੇ ਸਨ ਤੇ ਚੀਕ ਤੇ ਚਿਲਾ ਰਹੇ ਸਨ। ਕੀ ਮਾਮਲਾ ਹੈ ਇੱਥੇ? ਉਸਨੇ ਪੁੱਛਿਆ। ਇੱਧਰ ਤੱਕ, ਉਹਨਾਂ ਨੇ ਉੱਤਰ ਦਿੱਤਾ। ਅਸੀਂ ਇੱਕ ਚੂਹਾ ਫੜਿਆ ਹੈ ਤੇ ਆਪਣਾ ਦਿਲ ਪਰਚਾਉਣ ਲਈ ਉਸ ਨੂੰ ਛੇੜ ਰਹੇ ਹਾਂ। ਆਹ ਵੇਖ ਕਿਆ ਮਜ਼ੇਦਾਰ ਤਮਾਸ਼ਾ ਹੈ, ਕਿਵੇਂ ਇੱਧਰ ਉੱਧਰ ਪੁੜਕ ਰਿਹਾ ਹੈ। ਪਰ ਆਦਮੀ ਦੇ ਦਿਲ ਵਿੱਚ ਉਸ ਗਰੀਬ ਨੰਨੇ ਜੀਵ ਲਈ ਬੜਾ ਤਰਸ ਉਤਪੰਨ ਹੋ ਗਿਆ। ਉਹ ਕਹਿਣ ਲੱਗਾ, ਤੁਸੀਂ ਚੂਹੇ ਨੂੰ ਛੱਡ ਦਿਓ, ਮੈਂ ਤੁਹਾਨੂੰ ਇਸ ਦੇ ਬਦਲੇ ਧਨ ਦਿਆਂਗਾ। ਸੋ ਉਸਨੇ ਉਹਨਾਂ ਨੂੰ ਕੁਝ ਧਨ ਦਿੱਤਾ ਤੇ ਚੂਹਾ ਲੈ ਕੇ ਆਜ਼ਾਦ ਕਰ ਦਿੱਤਾ। ਚੂਹਾ ਪੁੜਕ ਕੇ ਇੱਕ ਪਾਸੇ ਨੂੰ ਦੌੜਿਆ ਤੇ ਇੱਕ ਬਿੱਲ ਵਿੱਚ ਵੜ ਗਿਆ ਜਿਹੜਾ ਕੋਲ ਹੀ ਸੀ ਤੇ ਇਵੇਂ ਉਸਨੇ ਉਹਨਾਂ ਦੀ ਪਕੜ ਤੋਂ ਬਾਹਰ ਹੋ ਗਿਆ। ਤਦ ਉਹ ਆਪਣੇ ਸਫ਼ਰ ਤੇ ਚੱਲਦਾ ਗਿਆ ਤੇ ਇੱਕ ਹੋਰ ਪਿੰਡ ਵੱਲ ਆਇਆ। ਉੱਥੇ ਉਸਨੇ ਵੇਖਿਆ ਪਿੰਡ ਦੇ ਸ਼ਰਾਰਤੀ ਮੁੰਡਿਆਂ ਨੇ ਇੱਕ ਖੋਤੇ ਨੂੰ ਘੇਰਿਆ ਹੋਇਆ ਹੈ ਤੇ ਉਸਨੂੰ ਪਿਛਲੀਆਂ ਲੱਤਾਂ ਤੇ ਖੜਾ ਹੋਣ ਲਈ ਤੰਗ ਕਰ ਰਹੇ ਹਨ। ਵਿਚਾਰਾ ਜਾਨਵਰ ਇੱਧਰ ਉੱਧਰ ਲੁੜਕ ਜਾਂਦਾ ਹੈ ਤੇ ਘਬਰਾ ਕੇ ਰੀਂਗਣ ਲੱਗ ਪੈਂਦਾ ਹੈ। ਇਸ ਤੇ ਉਹ ਸ਼ੈਤਾਨ ਹੱਸਣ ਤੇ ਚਿਲਾਉਣ ਲੱਗ ਜਾਂਦੇ ਹਨ। ਉਹ ਉਸ ਗਰੀਬ ਜਾਨਵਰ ਨੂੰ ਰਤਾ ਵੀ ਸਾਰ ਨਹੀਂ ਲੈਣ ਦਿੰਦੇ। ਸੋ ਉਸ ਨੇਕ ਮਨੁੱਖ ਨੇ ਉਹਨਾਂ ਨੂੰ ਆਪਣੇ ਕੋਲੋਂ ਕੁਝ ਧਨ ਦੇ ਕੇ ਜਾਨਵਰ ਦੀ ਖਲਾਸੀ ਕਰਾਈ। ਅਗਲੇ ਪਿੰਡ ਵਿੱਚ ਉਸਨੇ ਵੇਖਿਆ ਕਿ ਲੋਕਾਂ ਨੇ ਇੱਕ ਰਿੱਛ ਫੜਿਆ ਹੋਇਆ ਹੈ ਤੇ ਉਸ ਨੂੰ ਨੱਚਣਾ ਸਿਖਾ ਰਹੇ ਹਨ। ਵਿਚਾਰਾ ਬੜੇ ਔਖ ਨਾਲ ਪਿਛਲੀਆਂ ਲੱਤਾਂ ਤੇ ਖੜਾ ਹੋ ਕੇ ਉਛਲ ਰਿਹਾ ਸੀ। ਤਦ ਉਸਨੇ ਉਹਨਾਂ ਨੂੰ ਵੀ ਕੁਝ ਰੁਪਏ ਦੇ ਕੇ ਰਿੱਛ ਨੂੰ ਛੁਡਾਇਆ। ਰਿੱਛ ਮੁੜ 4 ਲੱਤਾਂ ਦੇ ਪਾਰ ਚੱਲ ਕੇ ਬੜਾ ਖੁਸ਼ ਹੋਇਆ ਤੇ ਦਿਲ ਹੀ ਦਿਲ ਵਿੱਚ ਉਸ ਨੇਕ ਆਦਮੀ ਨੂੰ ਅਸੀਸਾਂ ਦਿੰਦਾ ਹੋਇਆ ਆਪਣੇ ਰਾਹ ਚੱਲ ਪਿਆ।
ਪਰ ਹੁਣ ਉਸ ਆਦਮੀ ਨੇ ਵੇਖਿਆ ਕਿ ਉਹ ਸਾਰਾ ਧਨ ਦੇ ਬੈਠਾ ਹੈ ਤੇ ਉਸਦੀ ਜੇਬ ਵਿੱਚ ਹੁਣ 1 ਪੈਸਾ ਵੀ ਨਹੀਂ ਬਚਿਆ। ਤਦ ਉਸਨੇ ਆਪਣੇ ਆਪ ਨੂੰ ਕਿਹਾ, ਰਾਜੇ ਕੋਲ ਖਜ਼ਾਨੇ ਵਿੱਚ ਸੋਨੇ ਦੇ ਢੇਰ ਲੱਗੇ ਹੋਏ ਨੇ, ਪਰ ਉਸਨੂੰ ਉਹ ਕਦੀ ਵੀ ਲੋੜ ਨਹੀਂ ਪਈ। ਮੈਂ ਭੁੱਖ ਦੇ ਹੱਥੋਂ ਮਰਨਾ ਪਸੰਦ ਨਹੀਂ ਕਰ ਸਕਦਾ। ਮੈਨੂੰ ਉਮੀਦ ਹੈ ਕਿ ਮੈਨੂੰ ਮੁਆਫ ਕਰ ਦਿੱਤਾ ਜਾਵੇਗਾ, ਤੇ ਜੇ ਮੈਂ ਥੋੜ੍ਹਾ ਜਿਹਾ ਸੋਨਾ ਉਧਾਰ ਦੇ ਰੂਪ ਵਿੱਚ ਚੁਰਾ ਲਵਾਂ, ਜਦੋਂ ਮੈਂ ਮੁੜ ਅਮੀਰ ਹੋਇਆ ਤਾਂ ਮੈਂ ਇਹ ਸਾਰਾ ਮੋੜ ਦਿਆਂਗਾ। ਸੋ ਉਹ ਕਿਸੇ ਤਰ੍ਹਾਂ ਖਜ਼ਾਨੇ ਦੇ ਅੰਦਰ ਵੜ ਗਿਆ ਤੇ ਥੋੜ੍ਹਾ ਕੁ ਜਿਹਾ ਸੋਨਾ ਚੁੱਕ ਲਿਆ। ਪਰ ਬਾਹਰ ਨਿਕਲਦੇ ਸਮੇਂ ਰਾਜੇ ਦੇ ਰੱਖਿਅਕਾਂ ਨੇ ਉਸ ਨੂੰ ਵੇਖ ਲਿਆ ਤੇ ਫੜ ਕੇ ਜੱਜ ਕੋਲ ਲੈ ਗਏ। ਜੱਜ ਨੇ ਹੁਕਮ ਦਿੱਤਾ ਕਿ ਉਸ ਨੂੰ ਲੱਕੜ ਦੇ ਸੰਦੂਕ ਵਿੱਚ ਬੰਦ ਕਰਕੇ ਦਰਿਆ ਵਿੱਚ ਸੁੱਟ ਦਿੱਤਾ ਜਾਵੇ। ਇਸ ਸੰਦੂਕ ਦੇ ਢੱਕਣ ਵਿੱਚ ਬਹੁਤ ਸਾਰੇ ਛੇਕ ਸਨ, ਜਿਨ੍ਹਾਂ ਰਾਹੀਂ ਹਵਾ ਅੰਦਰ ਪਹੁੰਚਦੀ ਸੀ। ਸੰਦੂਕ ਵਿੱਚ ਪਾਣੀ ਦਾ ਇੱਕ ਗੜਵਾ ਤੇ ਰੋਟੀ ਦਾ ਇੱਕ ਟੁਕੜਾ ਵੀ ਰੱਖ ਦਿੱਤਾ ਗਿਆ। ਸੰਦੂਕ ਦਰਿਆ ਵਿੱਚ ਠੇਲ ਦਿੱਤਾ ਗਿਆ। ਕੁਝ ਸਮਾਂ ਪਾਣੀ ਵਿੱਚ ਤਰਦਾ ਉਹ ਇੱਕ ਕੰਢੇ ਦੇ ਕੋਲ ਆਉਣ ਲੱਗਾ। ਉਸ ਵੇਲੇ ਉਸ ਆਦਮੀ ਨੇ, ਜਿਹੜਾ ਬੜਾ ਉਦਾਸ ਬੈਠਾ ਸੀ, ਸੰਦੂਕ ਤੇ ਜੰਦਰੇ ਦੇ ਖੁਰਚੇ ਜਾਣ ਦੀ ਆਵਾਜ਼ ਸੁਣੀ ਤੇ ਫਿਰ ਉਹ ਲੱਥ ਕੇ ਡਿੱਗ ਪਿਆ। ਇਸ ਦੇ ਨਾਲ ਹੀ ਸੰਦੂਕ ਦਾ ਢੱਕਣ ਜ਼ੋਰ ਦੀ ਖੁੱਲ੍ਹ ਗਿਆ। ਬਾਹਰ ਉਸ ਦਾ ਮਿੱਤਰ ਨੰਨਾ ਚੂਹਾ ਖੜਾ ਸੀ, ਜਿਸ ਨੇ ਉਸ ਦੀ ਅੱਤ ਦੀ ਲੋੜ ਦੀ ਸਹਾਇਤਾ ਕੀਤੀ ਸੀ। ਤੇ ਤਦ ਖੋਤਾ ਤੇ ਰਿੱਛ ਵੀ ਉੱਥੇ ਆ ਪਹੁੰਚੇ। ਉਹਨਾਂ ਨੇ ਮਿਲ ਕੇ ਉਸ ਨੇਕ ਮਨੁੱਖ ਨੂੰ ਸੰਦੂਕ ਚੋਂ ਬਾਹਰ ਕੱਢ ਲਿਆ। ਪਰ ਹੁਣ ਉਹਨਾਂ ਨੂੰ ਸਮਝ ਨਾ ਆਵੇ ਕਿ ਅਗਾਂਹ ਕੀ ਕਰਨਾ ਚਾਹੀਦਾ ਹੈ। ਉਹ ਆਪਸ ਵਿੱਚ ਰਲ ਕੇ ਸਲਾਹ ਕਰਨ ਲੱਗੇ। ਉਸ ਵੇਲੇ ਇੱਕ ਪਾਣੀ ਦੀ ਇੱਕ ਵੱਡੀ ਲਹਿਰ ਆਈ ਤੇ ਉਹਨਾਂ ਨੇ ਇੱਕ ਬੜਾ ਚਮਕੀਲਾ ਦੁੱਧ ਚਿੱਟਾ ਪੱਥਰ ਕੰਢੇ ਤੇ ਸੁੱਟਿਆ। ਉਹ ਪੱਥਰ ਅੰਡੇ ਦੇ ਆਕਾਰ ਦਾ ਸੀ। ਉਸ ਨੂੰ ਵੇਖ ਕੇ ਰਿੱਛ ਬੋਲਿਆ, ਇਹ ਇੱਕ ਸ਼ੁਭ ਚੀਜ਼ ਹੈ, ਇੱਕ ਅਦਭੁਤ ਪੱਥਰ, ਜਿਸ ਕਰਕੇ ਕਿਸੇ ਦੇ ਕਬਜ਼ੇ ਵਿੱਚ ਹੋਵੇਗਾ ਉਹ ਹਰ ਮਨ ਵਾਂਛਤ ਵਸਤ ਪ੍ਰਾਪਤ ਕਰ ਲਵੇਗਾ। ਸੋ ਨੇਕ ਆਦਮੀ ਉੱਠਿਆ, ਉਸਨੇ ਪੱਥਰ ਚੁੱਕ ਲਿਆ। ਪੱਥਰ ਹੱਥ ਵਿੱਚ ਲੈ ਕੇ ਉਸਨੇ ਕਾਮਨਾ ਕੀਤੀ ਕਿ ਉਸ ਕੋਲ ਮਹੱਲ ਹੋਵੇ ਤੇ ਇੱਕ ਬਾਗ ਤੇ ਘੋੜਿਆਂ ਦਾ ਝੁੰਡ, ਤੇ ਉਸਦੀ ਇਹ ਕਾਮਨਾ ਉਸੇ ਪਲ ਹੀ ਪੂਰੀ ਹੋ ਗਈ। ਉਹ ਆਪਣੇ ਕਿਲੇ ਵਿੱਚ ਰਹਿਣ ਲੱਗਾ ਤੇ ਬਾਗ ਵਿੱਚ ਸੈਰ ਕਰਦਾ। ਉਸ ਕੋਲ ਸੁੰਦਰ ਤਬੇਲੇ ਸਨ, ਉਸਦੇ ਕੋਲ ਘੋੜੇ ਸਨ। ਇਹ ਸਭੋ ਕੁਝ ਇੰਨਾ ਮਹਾਨ ਤੇ ਸੁਨਹਿਰਾ ਸੀ ਕਿ ਉਹ ਵੇਖ ਵੇਖ ਕੇ ਨਹੀਂ ਰੱਜਦਾ ਸੀ। ਕੁਝ ਸਮਾਂ ਬੀਤ ਗਿਆ। ਇੱਕ ਵਾਰ ਕੁਝ ਸੁਦਾਗਰ ਉਧਰੋਂ ਦੀ ਲੰਘੇ। ਵੇਖੋ ਤਾਂ, ਉਹਨਾਂ ਨੇ ਕਿਹਾ, ਕਿਆ ਸ਼ਾਹਾਨਾ ਮਹੱਲ ਹੈ। ਪਿਛਲੀ ਵਾਰ ਜਦੋਂ ਅਸੀਂ ਇੱਧਰੋਂ ਲੰਘੇ ਸੀ ਤਾਂ ਇੱਥੇ ਮਾਰੂਥਲ ਤੋਂ ਸਿਵਾ ਕੁਝ ਵੀ ਨਹੀਂ ਸੀ। ਉਹਨਾਂ ਅੰਦਰ ਇਹ ਜਾਣਨ ਲਈ ਬੜੀ ਉਤਸੁਕਤਾ ਪੈਦਾ ਹੋਈ ਕਿ ਕਿਵੇਂ ਇਹ ਸਭ ਹੋਇਆ ਹੈ। ਸੋ ਉਹ ਅੰਦਰ ਗਏ ਤੇ ਮਹੱਲ ਦੇ ਸਵਾਮੀ ਕੋਲੋਂ ਪੁੱਛਣ ਲੱਗੇ ਕਿ ਕਿਵੇਂ ਐਡੀ ਛੇਤੀ ਉਸਰ ਕੇ ਤਿਆਰ ਹੋ ਗਿਆ। ਮੈਂ ਆਪ ਤਾਂ ਕੁਝ ਨਹੀਂ ਕੀਤਾ, ਉਸਨੇ ਉੱਤਰ ਦਿੱਤਾ, ਪਰ ਇਹ ਇੱਕ ਅਨੋਖੇ ਪੱਥਰ ਦੀ ਕਰਾਮਾਤ ਹੈ ਜਿਸ ਨੇ ਸਭ ਕੁਝ ਬਣਾਇਆ ਹੈ। ਕਿਹਾ ਚਮਤਕਾਰੀ ਪੱਥਰ ਹੈ, ਉਹਨਾਂ ਨੇ ਆਖਿਆ। ਤਦ ਉਸਨੇ ਉਹਨਾਂ ਸੁਦਾਗਰਾਂ ਨੂੰ ਆਪਣਾ ਸਾਰਾ ਮਹੱਲ ਵਿਖਾਇਆ। ਚਲਾਕ ਸੁਦਾਗਰਾਂ ਨੇ ਉਸਨੂੰ ਕਿਹਾ ਕਿ ਉਹ ਪੱਥਰ ਉਹਨਾਂ ਕੋਲ ਵੇਚ ਦੇਵੇ। ਉਹਨਾਂ ਨੇ ਉਸਦੇ ਬਦਲੇ ਆਪਣਾ ਸਾਰਾ ਮਾਲ ਦੇਣ ਦੀ ਪੇਸ਼ਕਸ਼ ਕੀਤੀ ਜਿਹੜਾ ਉਹਨਾਂ ਦੇ ਕੋਲ ਸੀ, ਤੇ ਮਾਲ ਇੰਨਾ ਉਮਦਾ ਤੇ ਕੀਮਤੀ ਵਿਖਾਈ ਦਿੰਦਾ ਸੀ ਕਿ ਉਹ ਬਿਲਕੁਲ ਭੁੱਲ ਗਿਆ ਕਿ ਉਹ ਪੱਥਰ ਉਸ ਮਾਲ ਨਾਲੋਂ ਹਜ਼ਾਰਾਂ ਗੁਣਾ ਵਧੀਆ ਤੇ ਮੁੱਲਵਾਨ ਵਸਤਾਂ ਅੱਖ ਦੇ ਪਲਕਾਰੇ ਵਿੱਚ ਦੇ ਸਕਦਾ ਹੈ, ਤੇ ਇਸ ਸੌਦੇ ਨਾਲ ਸਹਿਮਤ ਹੋ ਗਿਆ। ਪਰ ਉਸਦੇ ਪੱਥਰ ਹੱਥੋਂ ਛੱਡਣ ਦੀ ਦੇਰ ਸੀ ਕਿ ਉਸਦਾ ਸਾਰਾ ਮਾਲ ਦੌਲਤ ਅਲੋਪ ਹੋ ਗਿਆ। ਉਸਨੇ ਆਪਣੇ ਆਪ ਨੂੰ ਉਸੇ ਲੱਕੜ ਦੇ ਸੰਦੂਕ ਵਿੱਚ ਬੈਠੇ ਵੇਖਿਆ ਜਿਹੜਾ ਪਾਣੀ ਦੇ ਅੰਦਰ ਤਰ ਰਿਹਾ ਸੀ, ਤੇ ਉਸ ਕੋਲ ਪਾਣੀ ਦਾ ਗੜਵਾ ਤੇ ਰੋਟੀ ਦਾ ਇੱਕ ਟੁਕੜਾ ਪਏ ਸਨ। ਉਸਦੇ ਵਫਾਦਾਰ ਸਾਥੀ ਚੂਹਾ, ਖੋਤਾ ਤੇ ਰਿੱਛ ਝੱਪਦੇ ਹੀ ਉਸਦੀ ਸਹਾਇਤਾ ਨੂੰ ਪਹੁੰਚ ਗਏ। ਪਰ ਇਸ ਵਾਰ ਚੂਹੇ ਨੇ ਵੇਖਿਆ ਕਿ ਉਹਦੇ ਲਈ ਜੰਦਰੇ ਨੂੰ ਕੁਤਰਨਾ ਅਸੰਭਵ ਹੈ, ਕਿਉਂਕਿ ਉਹ ਪਹਿਲੇ ਨਾਲੋਂ ਕਈ ਗੁਣਾ ਵਧੇਰੇ ਮਜ਼ਬੂਤ ਸੀ। ਤਦ ਰਿੱਛ ਬੋਲਿਆ, ਸਾਨੂੰ ਚਾਹੀਦਾ ਹੈ ਕਿ ਉਸ ਕਰਾਮਾਤੀ ਪੱਥਰ ਨੂੰ ਮੁੜ ਲੱਭੀਏ, ਨਹੀਂ ਤਾਂ ਅਸੀਂ ਜੋ ਕੁਝ ਵੀ ਕਰਾਂਗੇ ਉਹ ਅਕਾਰਥ ਜਾਏਗਾ। ਇਸ ਦੌਰਾਨ ਵਿੱਚ ਸੁਦਾਗਰ ਉਸ ਮਹੱਲ ਵਿੱਚ ਵਸ ਗਏ ਸਨ। ਸੋ ਤਿੰਨੇ ਮਿੱਤਰ ਉੱਥੋਂ ਚੱਲ ਕੇ ਮਹੱਲ ਦੇ ਕੋਲ ਪਹੁੰਚੇ। ਉੱਥੇ ਪਹੁੰਚ ਕੇ ਰਿੱਛ ਬੋਲਿਆ, ਮਿੱਤਰ ਚੂਹੇ, ਤੂੰ ਅੰਦਰ ਜਾ ਕੇ ਬੂਹੇ ਦੀ ਵਿਰਲ ਵਿੱਚੋਂ ਵੇਖ ਪਤਾ ਲਾ ਕਿ ਪੱਥਰ ਕਿੱਥੇ ਰੱਖਿਆ ਹੈ। ਤੂੰ ਛੋਟਾ ਜਿਹਾ ਹੈ, ਇਸ ਲਈ ਕਿਸੇ ਦਾ ਤੇਰੇ ਵੱਲ ਧਿਆਨ ਨਹੀਂ ਜਾਵੇਗਾ। ਚੂਹੇ ਨੇ ਉਵੇਂ ਹੀ ਕੀਤਾ, ਪਰ ਉਹ ਛੇਤੀ ਹੀ ਵਾਪਸ ਪਰਤ ਆਇਆ ਤੇ ਕਹਿਣ ਲੱਗਾ, ਬੁਰੀ ਖਬਰ, ਮੈਂ ਅੰਦਰ ਝਾਤ ਪਾਈ ਸੀ। ਪੱਥਰ ਇੱਕ ਸ਼ੀਸ਼ੇ ਦੇ ਹੇਠਾਂ ਲਾਲ ਰੇਸ਼ਮੀ ਡੋਰੀ ਨਾਲ ਲਟਕ ਰਿਹਾ ਹੈ ਤੇ ਉਸਦੇ ਦੋਵੇਂ ਬੰਨੀ ਇੱਕ ਇੱਕ ਭਿਆਨਕ ਬਿੱਲੀ ਬੈਠੀ ਉਸਦੀ ਰਖਵਾਲੀ ਕਰ ਰਹੀ ਹੈ। ਤਾਂ ਦੂਜੇ ਦੋਹਾਂ ਨੇ ਮਿਲ ਕੇ ਵਿਚਾਰ ਕੀਤੀ ਤੇ ਚੂਹੇ ਨੂੰ ਕਿਹਾ ਕਿ ਤੂੰ ਮੁੜ ਕੇ ਜਾ ਤੇ ਮਹੱਲ ਦੇ ਮਾਲਕ ਦੇ ਸੌਣ ਦੀ ਉਡੀਕ ਕਰ। ਜਦ ਉਹ ਸੌਂ ਜਾਵੇ ਤਾਂ ਉਸਦੇ ਨੱਕ ਨੂੰ ਕੁਤਰ ਕੇ ਤੇ ਵਾਲਾਂ ਨੂੰ ਝਟਕਾ ਦੇ। ਚੂਹਾ ਫੇਰ ਚੱਲ ਪਿਆ ਤੇ ਉਸਨੇ ਨੇ ਉਵੇਂ ਹੀ ਕੀਤਾ ਜਿਵੇਂ ਉਸਨੂੰ ਹਦਾਇਤ ਕੀਤੀ ਗਈ ਸੀ। ਮਾਲਕ ਅਤੀ ਕ੍ਰੋਧਵਾਨ ਹੋ ਕੇ ਭੁੜਕਿਆ ਤੇ ਨੱਕ ਮਲਦਾ ਹੋਇਆ ਚੀਕਿਆ, ਇਹ ਕਮਬਖਤ ਬਿੱਲੀਆਂ ਬਿਲਕੁਲ ਨਿਕੰਮੀਆਂ ਹਨ। ਇਹਨਾਂ ਕੋਲੋਂ ਇੱਕ ਚੂਹਾ ਨਹੀਂ ਰੋਕਿਆ ਗਿਆ ਜਿਹੜਾ ਮੇਰਾ ਨੱਕ ਹੀ ਕੁਤਰ ਗਿਆ ਤੇ ਵਾਲ ਪੁੱਟ ਗਿਆ ਹੈ। ਤਦ ਉਸਨੇ ਦੋਹਾਂ ਬਿੱਲੀਆਂ ਨੂੰ ਕਮਰੇ 'ਚੋਂ ਬਾਹਰ ਨਠਾ ਦਿੱਤਾ ਤੇ ਇਵੇਂ ਚੂਹਾ ਆਪਣੇ ਮੰਤਵ ਵਿੱਚ ਸਫਲ ਹੋ ਗਿਆ। ਅਗਲੀ ਰਾਤ ਨੂੰ ਜਿਉਂ ਹੀ ਮਾਲਕ ਦੀ ਅੱਖ ਲੱਗੀ, ਚੂਹਾ ਫੇਰ ਅੰਦਰ ਜਾ ਵੜਿਆ,
ਤੇ ਉਸ ਲਾਲ ਰੇਸ਼ਮੀ ਡੋਰੀ ਨੂੰ ਕੁਤਰਨ ਲੱਗਾ ਜਿਸ ਨਾਲ ਪੱਥਰ ਲਟਕ ਰਿਹਾ ਸੀ। ਇੱਥੋਂ ਤੱਕ ਕਿ ਉਹ ਟੁੱਟ ਗਈ ਤੇ ਪੱਥਰ ਹੇਠਾਂ ਡਿੱਗ ਪਿਆ। ਚੂਹਾ ਉਸਨੂੰ ਰੇੜਦਾ ਦਰਵਾਜ਼ੇ ਤੱਕ ਲੈ ਆਇਆ, ਪਰ ਇੱਥੋਂ ਤੱਕ ਪਹੁੰਚ ਕੇ ਉਹ ਵਿਚਾਰਾ ਥੱਕ ਗਿਆ। ਉਸਨੇ ਖੋਤੇ ਨੂੰ ਆਵਾਜ਼ ਦਿੱਤੀ, ਆਪਣਾ ਪੈਰ ਅੱਗੇ ਕਰੋ ਤੇ ਇਸ ਪੱਥਰ ਨੂੰ ਫੜ ਕੇ ਦਲੀਜ਼ਾਂ 'ਚੋਂ ਬਾਹਰ ਕਰ ਲਓ। ਇਹ ਝੱਟ ਹੋ ਗਿਆ। ਉਹਨਾਂ ਨੇ ਪੱਥਰ ਸੰਭਾਲਿਆ ਤੇ ਦਰਿਆ ਵੱਲ ਚੱਲ ਪਏ। ਉੱਥੇ ਪਹੁੰਚ ਕੇ ਖੋਤੇ ਨੇ ਕਿਹਾ, ਹੁਣ ਅਸੀਂ ਸੰਦੂਕ ਤੱਕ ਕਿਵੇਂ ਪਹੁੰਚਾਂਗੇ? ਇਸ ਦਾ ਪ੍ਰਬੰਧ ਸੌਖੇ ਹੀ ਹੋ ਜਾਵੇਗਾ। ਰਿੱਛ ਨੇ ਉੱਤਰ ਦਿੱਤਾ, ਮੈਂ ਬੜੀ ਚੰਗੀ ਤਰ੍ਹਾਂ ਤਰ ਲੈਂਦਾ ਹਾਂ ਤੇ ਤੂੰ ਖੋਤਿਆ ਆਪਣੇ ਅਗਲੇ ਪੈਰ ਮੇਰੇ ਮੋਢਿਆਂ 'ਤੇ ਟਿਕਾ ਲੈ ਤੇ ਯਾਦ ਰੱਖ ਮੇਰੇ ਮੋਢੇ ਪੱਕੀ ਤਰ੍ਹਾਂ ਫੜੀ ਤੇ ਪੱਥਰ ਨੂੰ ਤੂੰ ਮੂੰਹ ਵਿੱਚ ਘੁੱਟ ਲੈ ਤੇ ਤੂੰ ਚੂਹਿਆ ਮੇਰੇ ਕੰਨ ਵਿੱਚ ਵੜ ਕੇ ਬਹਿ ਜਾ। ਸਭ ਇਵੇਂ ਹੀ ਕੀਤਾ ਗਿਆ ਤੇ ਉਹ ਦਰਿਆ ਵਿੱਚ ਠਿੱਲ ਪਏ। ਕੁਝ ਦੂਰ ਜਾ ਕੇ ਰਿੱਛ ਮਾਣ ਵਿੱਚ ਆ ਕੇ ਸ਼ੇਖੀਆਂ ਮਾਰਨ ਲੱਗ ਪਿਆ ਕਿ ਅਸੀਂ ਬੜੇ ਬਹਾਦਰ ਹਾਂ। ਨਹੀਂ ਖੋਤਿਆ, ਉਹ ਕਹਿਣ ਲੱਗਾ, ਤੇਰਾ ਕੀ ਖਿਆਲ ਹੈ? ਪਰ ਖੋਤੇ ਨੇ ਮੂੰਹ ਘੁੱਟੀ ਰੱਖਿਆ ਤੇ ਕੁਝ ਨਾ ਬੋਲਿਆ। ਤੂੰ ਜਵਾਬ ਕਿਉਂ ਨਹੀਂ ਦਿੰਦਾ? ਰਿੱਛ ਗੁੱਸੇ ਨਾਲ ਬੋਲਿਆ, ਤੂੰ ਬੜਾ ਅਸਭਿਆ ਦਰਿੰਦਾ ਹੈ, ਜਿਹੜਾ ਕੋਈ ਗੱਲ ਕਹੋ ਤਾਂ ਅੱਗੋਂ ਬੋਲਦਾ ਹੀ ਨਹੀਂ। ਖੋਤੇ ਕੋਲੋਂ ਇਹ ਸੁਣ ਕੇ ਹੋਰ ਚੁੱਪ ਨਾ ਰਿਹਾ। ਉਹਨੇ ਜਵਾਬ ਦੇਣ ਲਈ ਮੂੰਹ ਖੋਲ੍ਹਿਆ। ਉਸ ਵੇਲੇ ਪੱਥਰ ਮੂੰਹ 'ਚੋਂ ਨਿਕਲ ਕੇ ਪਾਣੀ ਵਿੱਚ ਡਿੱਗ ਪਿਆ। ਮੈਂ ਕਿਵੇਂ ਬੋਲ ਸਕਦਾ ਸੀ? ਉਸਨੇ ਕਿਹਾ, ਤੈਨੂੰ ਪਤਾ ਨਹੀਂ ਸੀ ਕਿ ਮੇਰੇ ਮੂੰਹ ਵਿੱਚ ਪੱਥਰ ਕੁੱਟਿਆ ਸੀ? ਹੁਣ ਦਰਿਆ ਵਿੱਚ ਡੁੱਬ ਗਿਆ ਹੈ ਤੇ ਇਹ ਸਾਰਾ ਤੇਰਾ ਕਸੂਰ ਹੈ। ਬੜਬੜ ਨਾ ਕਰ ਤੇ ਚੁੱਪ ਰਹੋ। ਰਿੱਛ ਨੇ ਕਿਹਾ, ਆਹ ਵਿਚਾਰੀਏ ਹੁਣ ਕੀ ਕਰਨਾ ਚਾਹੀਦਾ ਹੈ? ਤਦ ਉਹਨਾਂ ਨੇ ਆਪਸ ਵਿੱਚ ਵਿਚਾਰ ਕੀਤੀ ਤੇ ਅੰਤ ਵਿੱਚ ਉਹਨਾਂ ਨੇ ਦਰਿਆ ਵਿਚਲੇ ਸਾਰੇ ਡੱਡੂਆਂ ਨੂੰ ਬੁਲਾ ਭੇਜਿਆ, ਉਹਨਾਂ ਦੀਆਂ ਵਹੁਟੀਆਂ ਨੂੰ ਵੀ ਤੇ ਪਰਿਵਾਰਾਂ ਨੂੰ ਵੀ, ਸਾਕ ਸੰਬੰਧੀਆਂ ਨੂੰ ਵੀ ਤੇ ਮਿੱਤਰਾਂ ਨੂੰ ਵੀ, ਤੇ ਕਿਹਾ, ਇੱਕ ਬੜਾ ਭਿਆਨਕ ਜਾਨਵਰ ਤੁਹਾਨੂੰ ਸਾਰਿਆਂ ਨੂੰ ਹੜੱਪ ਕਰਨ ਲਈ ਆ ਰਿਹਾ ਹੈ, ਪਰ ਡਰੋ ਨਾ, ਸਾਨੂੰ ਦਰਿਆ ਵਿੱਚ ਬਹੁਤ ਸਾਰੇ ਪੱਥਰ ਲਿਆ ਦਿਓ, ਅਸੀਂ ਤੁਹਾਡੀ ਰੱਖਿਆ ਲਈ ਬੜੀ ਮਜ਼ਬੂਤ ਕੰਧ ਉਸਾਰ ਦਿੰਦੇ ਹਾਂ। ਡੱਡੂ ਇਹ ਸੁਣ ਕੇ ਅਤੀ ਭੈਭੀਤ ਹੋ ਗਏ ਤੇ ਫੌਰਨ ਹੀ ਸਾਰੇ ਦਰਿਆ ਦੀ ਤਹਿ 'ਚੋਂ ਪੱਥਰ ਕੰਢੇ ਤੇ ਢੋਣ ਵਿੱਚ ਜੁਟ ਗਏ ਤੇ ਅੰਤ ਵਿੱਚ ਇੱਕ ਵੱਡਾ ਸਾਰਾ ਤੇ ਮੋਟਾ ਡੱਡੂ ਉਸ ਚਮਤਕਾਰੀ ਪੱਥਰ ਨੂੰ ਰੇਸ਼ਮੀ ਡੋਰੀ 'ਚੋਂ ਖਿੱਚਦਾ ਬਾਹਰ ਆਇਆ। ਜਦੋਂ ਰਿੱਛ ਨੇ ਉਸ ਨੂੰ ਵੇਖਿਆ ਤਾਂ ਖੁਸ਼ੀ ਨਾਲ ਪੁੜਕ ਪਿਆ ਤੇ ਕਹਿਣ ਲੱਗਾ, ਸਾਨੂੰ ਜੋ ਚਾਹੀਦਾ ਸੀ ਮਿਲ ਗਿਆ ਹੈ। ਸੋ ਉਸਨੇ ਬੁੱਢੇ ਡੱਡੂ ਨੂੰ ਭਾਰ ਤੋਂ ਮੁਕਤ ਕਰ ਦਿੱਤਾ ਤੇ ਉਸਨੂੰ ਆਖਿਆ ਕਿ ਉਹ ਆਪਣੇ ਸਾਥੀਆਂ ਨੂੰ ਕਹਿ ਦੇਵੇ ਕਿ ਪੱਥਰ ਢੋਣੇ ਬੰਦ ਕਰ ਦੇਣ ਤੇ ਬੇਫਿਕਰ ਹੋ ਕੇ ਆਪਣਾ ਕੰਮ ਕਰਨ। ਤਦ ਉਹ ਤਰ ਕੇ ਸੰਦੂਕ ਕੋਲ ਪਹੁੰਚੇ। ਹੁਣ ਢੱਕਣ ਖਟਕੇ ਨਾਲ ਆਪੋ ਆਪ ਖੁੱਲ੍ਹ ਗਿਆ ਤੇ ਉਹਨਾਂ ਵੇਖਿਆ ਕਿ ਉਹ ਐਨ ਮੌਕੇ ਸਿਰ ਪਹੁੰਚੇ ਸਨ, ਕਿਉਂਕਿ ਉਹਨਾਂ ਦੇ ਨੇਕ ਮਿੱਤਰ ਦੀ ਰੋਟੀ ਖਤਮ ਹੋ ਗਈ ਤੇ ਗੜਵਾ ਲਗਭਗ ਖਾਲੀ ਹੋ ਚੁੱਕਾ ਸੀ। ਪਰ ਜਿਵੇਂ ਹੀ ਉਸ ਭਲੇ ਮਨੁੱਖ ਨੇ ਪੱਥਰ ਹੱਥ ਵਿੱਚ ਲਿਆ ਤੇ ਮੁੜ ਰਾਜ਼ੀ-ਬਾਜ਼ੀ ਆਪਣੇ ਮਹੱਲ ਵਿੱਚ ਪਹੁੰਚਣ ਦੀ ਇੱਛਾ ਕੀਤੀ, ਉਹ ਪਲਕ ਝਪਕਦਿਆਂ ਹੀ ਉੱਥੇ ਜਾ ਚੁੱਕਾ ਸੀ। ਉਵੇਂ ਹੀ ਬਾਗ ਵਿੱਚ ਸਾਹਮਣੇ ਮੌਜੂਦ ਸੀ ਤੇ ਤਬੇਲਿਆਂ ਵਿੱਚ ਘੋੜੇ ਹਿਣਹਿਣਾਉਂਦੇ ਸਨ। ਉਸਨੇ ਆਪਣੀ ਵਫਾਦਾਰ ਸਾਥੀਆਂ ਨੂੰ ਵੀ ਆਪਣੇ ਕੋਲ ਹੀ ਰੱਖ ਲਿਆ ਤੇ ਉਹ ਬਾਕੀ ਦੀ ਸਾਰੀ ਜ਼ਿੰਦਗੀ ਹਾਸੇ ਤੇ ਖੁਸ਼ੀ ਵਿਚਾਲੇ ਇਕੱਠੇ ਬਿਤਾਉਂਦੇ ਰਹੇ। ਇੱਕ ਮੂਰਖ ਤੇ ਕੁਚੱਜੀ ਜਨਾਨੀ। ਇੱਕ ਵਾਰ ਇੱਕ ਪਿੰਡ ਵਿੱਚ ਫ੍ਰਿਡਰਿਕ ਨਾਂ ਦਾ ਇੱਕ ਆਦਮੀ ਰਹਿੰਦਾ ਸੀ। ਉਸਦੀ ਇੱਕ ਪਤਨੀ ਸੀ ਜਿਸ ਦਾ ਨਾਂ ਕੈਥਰੀਨ ਸੀ। ਉਸਦੇ ਵਿਆਹ ਨੂੰ ਥੋੜ੍ਹਾ ਸਮਾਂ ਹੀ ਹੋਇਆ ਸੀ। ਇੱਕ ਦਿਨ ਫ੍ਰਿਡਰਿਕ ਨੇ ਕਿਹਾ, ਕੈਥੀ, ਮੈਂ ਤੈਨੂੰ ਖੇਤਾਂ ਨੂੰ ਪਾਣੀ ਦੇਣ ਜਾ ਰਿਹਾ ਹਾਂ। ਜਦੋਂ ਮੈਂ ਵਾਪਸ ਪਰਤਾਂਗਾ ਤਾਂ ਮੈਨੂੰ ਭੁੱਖ ਲੱਗੀ ਹੋ ਸੀ, ਸੋ ਤੂੰ ਮੇਰੇ ਲਈ ਕੋਈ ਵਧੀਆ ਚੀਜ਼ ਪਕਾ ਰੱਖੀ ਤੇ ਜੌਆਂ ਦੀ ਬਹੁਤ ਸਾਰੀ ਸ਼ਰਾਬ। ਚੰਗਾ, ਉਹ ਬੋਲੀ, ਮੈਂ ਸਭ ਕੁਝ ਤਿਆਰ ਕਰ ਛੱਡਾਂਗੀ। ਜਦੋਂ ਭੋਜਨ ਦਾ ਵੇਲਾ ਨੇੜੇ ਆਇਆ ਤਾਂ ਕੈਥਰੀਨ ਨੇ ਮਾਸ ਦਾ ਇੱਕ ਮੋਟਾ ਸਾਰਾ ਟੁਕੜਾ ਅਲਮਾਰੀ 'ਚੋਂ ਕੱਢਿਆ ਤੇ ਭੁੰਨਣ ਲਈ ਅੱਗ 'ਤੇ ਰੱਖ ਦਿੱਤਾ। ਮਾਸ ਛੇਤੀ ਹੀ ਲਾਲ ਹੋ ਗਿਆ ਤੇ ਤੜਕਣ ਲੱਗੀ। ਕੈਥਰੀਨ ਕੜਛੀ ਨਾਲ ਉਸਨੂੰ ਪਰਤਦੀ ਰਹੀ ਤਾਂ ਕਿ ਉਹ ਸੜ ਨਾ ਜਾਏ। ਤਦ ਉਸਨੇ ਦਿਲ ਵਿੱਚ ਕਿਹਾ, ਮਾਸ ਤਾਂ ਕਰੀਬ ਤਿਆਰ ਹੋ ਗਿਆ ਹੈ, ਪਰ ਮੈਂ ਇੰਨੇ ਨੂੰ ਤਹਿਖਾਨੇ 'ਚੋਂ ਸ਼ਰਾਬ ਹੀ ਕਿਉਂ ਨਾ ਲੈ ਆਵਾਂ। ਸੋ ਉਸਨੇ ਮਾਸ ਵਾਲੇ ਪੈਨ ਨੂੰ ਅੱਗ 'ਤੇ ਹੀ ਛੱਡਿਆ ਤੇ ਇੱਕ ਵੱਡਾ ਸਾਰਾ ਜੱਗ ਲੈ ਕੇ ਤਹਿਖਾਨੇ ਵਿੱਚ ਉਤਰੀ। ਉਸਨੇ ਸ਼ਰਾਬ ਵਾਲੇ ਢੋਲ ਦੀ ਟੂਟੀ ਖੋਲ੍ਹੀ ਤੇ ਸ਼ਰਾਬ ਜੱਗ ਵਿੱਚ ਡਿੱਗਣ ਲੱਗੀ। ਕੈਥਰੀਨ ਜੱਗ ਨੂੰ ਭਰਦਾ ਵੇਖਦੀ ਰਹੀ। ਅਚਾਨਕ ਉਸਦੇ ਮਨ ਵਿੱਚ ਸੋਚ ਆਈ, ਮੈਂ ਕੁੱਤੇ ਨੂੰ ਸੰਗਲ ਨਾਲ ਬੰਨ੍ਹ ਕੇ ਨਹੀਂ ਆਈ। ਉਹ ਨਾ ਹੋਵੇ ਉਹ ਮਾਸ ਲੈ ਕੇ ਤੁਰਦਾ ਹੋਵੇ। ਉਹ ਤਹਿਖਾਨੇ 'ਚੋਂ ਉੱਪਰ ਨੂੰ ਨੱਸੀ। ਕੁੱਤੇ ਨੇ ਸੱਚੀ ਮੁੱਚੀ ਮਾਸ ਪੈਨ ਵਿੱਚੋਂ ਧੂ ਲਿਆ ਸੀ ਤੇ ਇੱਕ ਪਾਸੇ ਬੈਠਾ ਸਵਾਦ ਲੈ ਕੇ ਉਸਨੂੰ ਚੱਖ ਰਿਹਾ ਸੀ। ਕੈਥਰੀਨ ਕੁੱਤੇ ਵੱਲ ਝਪਟੀ, ਪਰ ਕੁੱਤਾ ਖੇਤਾਂ ਵੱਲ ਭੱਜ ਤੁਰਿਆ। ਉਸਨੇ ਉਹਦਾ ਪਿੱਛਾ ਕੀਤਾ, ਪਰ ਉਹ ਕੁੱਤੇ ਤੱਕ ਨਾ ਪਹੁੰਚ ਸਕੀ। ਥੱਕ ਕੇ ਉਹ ਖੜੀ ਹੋ ਗਈ ਤੇ ਦਿਲ ਵਿੱਚ ਕਹਿਣ ਲੱਗੀ, ਇਹ ਤਾਂ ਹੁਣ ਗਿਆ ਤੇ ਜਿੱਥੇ ਵਾਹ ਨਾ ਚੱਲੇ ਸਬਰ ਚੰਗੇਰਾ। ਇਹ ਸੋਚ ਕੇ ਘਰ ਵੱਲ ਪਰਤ ਪਈ। ਕੁੱਤੇ ਦੇ ਮਗਰ ਭੱਜ ਦੌੜ ਕਰਨ ਕਰਕੇ ਉਹ ਕਾਫੀ ਥੱਕ ਗਈ ਸੀ ਤੇ ਪਸੀਨੇ ਨਾਲ ਭਿੱਜੀ ਪਈ ਸੀ, ਇਸ ਲਈ ਉਹ ਬੜੀ ਮੱਠੀ ਚਾਲ ਨਾਲ ਚੱਲ ਰਹੀ ਸੀ। ਉੱਧਰ ਇਹ ਸਾਰਾ ਸਮਾਂ ਸ਼ਰਾਬ ਢੋਲ 'ਚੋਂ ਵਹਿੰਦੀ ਰਹੀ, ਕਿਉਂਕਿ ਕੈਥਰੀਨ ਨੇ ਢੋਲ ਦੀ ਟੂਟੀ ਬੰਦ ਨਹੀਂ ਸੀ ਕੀਤੀ। ਜਦੋਂ ਜੱਗ ਮੂੰਹ ਤੱਕ ਭਰ ਗਿਆ ਤਾਂ ਤਰਲ ਫਰਸ਼ 'ਤੇ ਵਹਿਣ ਲੱਗਾ, ਇੱਥੋਂ ਤੱਕ ਕਿ ਢੋਲ ਖਾਲੀ ਹੋ ਗਿਆ। ਜਦੋਂ ਕੈਥਰੀਨ ਘਰ ਪਹੁੰਚ ਕੇ ਤਹਿਖਾਨੇ ਦੀਆਂ ਪੌੜੀਆਂ ਉਤਰਨ ਲੱਗੀ ਤਦ ਉਸਨੇ ਵੇਖਿਆ ਕਿ ਉਹਨੇ ਕੀ ਚੰਨ ਚਾੜਿਆ ਹੋਇਆ ਹੈ। ਵਾਹ ਨੀ ਕਿਸਮਤ ਏ। ਉਹ ਕਹਿਣ ਲੱਗੀ, ਹੁਣ ਮੈਂ ਕੀ ਕਰਾਂ ਜਿਸ ਨਾਲ ਫ੍ਰਿਡਰਿਕ ਰੁੜੀ ਹੋਈ ਸ਼ਰਾਬ ਨੂੰ ਨਾ ਵੇਖ ਸਕੇ।
ਉਸਨੇ ਥੋੜ੍ਹਾ ਚਿਰ ਸੋਚਿਆ ਤਾਂ ਅਖੀਰ ਉਸਨੂੰ ਯਾਦ ਆਇਆ ਕਿ ਪਿਛਲੇ ਬਾਜ਼ਾਰ ਵਾਲੇ ਦਿਨ ਉਹਨਾਂ ਨੇ ਇੱਕ ਬੋਰੀ ਵਧੀਆ ਮੋਟੇ ਆਟੇ ਦੀ ਖਰੀਦੀ ਸੀ ਅਤੇ ਜੇਕਰ ਉਹ ਆਟਾ ਫਰਸ਼ ਉੱਤੇ ਛਿੜਕ ਦਿੱਤਾ ਜਾਵੇ ਤਾਂ ਬੜੀ ਸੋਹਣੀ ਤਰ੍ਹਾਂ ਇਸ ਦੀ ਸਾਰੀ ਤਰਲ ਸ਼ਰਾਬ ਨੂੰ ਚੂਸ ਲਵੇਗਾ। ਕਿਆ ਚੰਗੇ ਭਾਗ ਨੇ ਉਸ ਆਖਿਆ ਕਿ ਉਹ ਆਟਾ ਸਾਂਭਿਆ ਪਿਆ ਹੈ, ਇਹ ਹੁਣ ਉਸ ਦੀ ਸਭ ਤੋਂ ਉੱਤਮ ਵਰਤੋਂ ਹੋਵੇਗੀ। ਸੋ ਉਹ ਉੱਪਰ ਗਈ ਅਤੇ ਆਟੇ ਦੀ ਬੋਰੀ ਚੁੱਕ ਲਿਆਈ, ਪਰ ਉਹ ਇੰਨੀ ਭਾਰੀ ਸੀ ਕਿ ਉਹਦੇ ਲਈ ਉਸਨੂੰ ਚੁੱਕ ਕੇ ਤਹਿਖਾਨੇ ਦੀਆਂ ਪੌੜੀਆਂ ਉਤਰਨਾ ਬੜਾ ਔਖਾ ਹੋ ਗਿਆ। ਇਸ ਲਈ ਉਸਨੇ ਬੋਰੀ ਨੂੰ ਉੱਪਰੋਂ ਹੀ ਥੱਲੇ ਤੱਕ ਦਿੱਤਾ। ਬਦਕਿਸਮਤੀ ਨਾਲ ਬੋਰੀ ਐਨ ਜੱਗ ਦੇ ਉੱਪਰ ਜਾ ਡਿੱਗੀ ਅਤੇ ਉਸਨੇ ਜੱਗ ਨੂੰ ਉਲਟਾ ਦਿੱਤਾ। ਇਸ ਨਾਲ ਜੱਗ ਵਾਲੀ ਸ਼ਰਾਬ ਵੀ ਫਰਸ਼ ਉੱਤੇ ਵਗ ਤੁਰੀ। ਇਹ ਵਾਹ ਬਣੀ। ਉਸਦੇ ਮਨ ਵਿੱਚ ਆਖਿਆ, ਜਦੋਂ ਇੱਕ ਚੀਜ਼ ਜਾਂਦੀ ਹੈ ਤਾਂ ਦੂਜੀ ਵੀ ਉਸਦੇ ਮਗਰ ਤੁਰ ਪੈਂਦੀ ਹੈ। ਉਸਨੇ ਆਟਾ ਤਹਿਖਾਨੇ ਦੇ ਸਾਰੇ ਫਰਸ਼ 'ਤੇ ਖਿਲਾਰ ਦਿੱਤਾ ਅਤੇ ਆਪਣੀ ਇਸ ਚਤੁਰਤਾ 'ਤੇ ਬੜੀ ਖੁਸ਼ ਹੋਈ। ਇਹ ਕਿੰਨਾ ਸਾਫ਼ ਅਤੇ ਉਜਲਾ ਵਿਖਾਈ ਦਿੰਦਾ ਹੈ, ਉਸ ਆਖਿਆ। ਦੁਪਹਿਰ ਵੇਲੇ ਫ੍ਰਿਡਰਿਕ ਘਰ ਪਹੁੰਚਿਆ। ਕੈਥੀ, ਉਹ ਉੱਚੀ ਸਾਰੀ ਬੋਲਿਆ, ਕੀ ਤਿਆਰ ਕੀਤਾ ਹੀ ਖਾਣ ਲਈ? ਉਹ ਫ੍ਰਿਡਰਿਕ ਕੈਥੀ ਨੇ ਉੱਤਰ ਦਿੱਤਾ, ਮੈਂ ਤੇਰੇ ਲਈ ਮਾਸ ਦਾ ਇੱਕ ਵੱਡਾ ਟੁਕੜਾ ਭੁੰਨ ਰਹੀ ਸਾਂ, ਪਰ ਜਦੋਂ ਮੈਂ ਤਹਿਖਾਨੇ 'ਚੋਂ ਸ਼ਰਾਬ ਲੈਣ ਗਈ ਤਾਂ ਕੁੱਤਾ ਉਸਨੂੰ ਕੜਾਹੀ ਵਿੱਚੋਂ ਲੈ ਕੇ ਉੱਡਿਆ ਅਤੇ ਜਦੋਂ ਮੈਂ ਕੁੱਤੇ ਦੇ ਮਗਰ ਦੌੜੀ ਤਾਂ ਢੋਲ 'ਚ ਸਾਰੀ ਸ਼ਰਾਬ ਵਹਿ ਗਈ। ਜਿਸ ਵੇਲੇ ਮੈਂ ਬਾਜ਼ਾਰ ਵਾਲੇ ਦਿਨ ਖਰੀਦੇ ਆਟੇ ਨਾਲ ਸ਼ਰਾਬ ਸੁਕਾਉਣ ਲੱਗੀ ਤਾਂ ਜੱਗ ਉਲਟ ਗਿਆ, ਪਰ ਤਹਿਖਾਨੇ ਦਾ ਫਰਸ਼ ਹੁਣ ਬਿਲਕੁਲ ਖੁਸ਼ਕ ਹੋ ਗਿਆ ਹੈ ਅਤੇ ਬੜਾ ਉਜਲਾ ਵਿਖਾਈ ਦਿੰਦਾ ਹੈ। ਕੈਥੀ, ਫ੍ਰਿਡਰਿਕ ਚੀਕਿਆ, ਤੂੰ ਇਹ ਕੀ ਕੀਤਾ? ਤੂੰ ਮਾਸ ਕੜਾਹੀ ਵਿੱਚ ਕਿਉਂ ਛੱਡ ਗਈ ਅਤੇ ਸ਼ਰਾਬ ਕਿਉਂ ਡੁੱਲਣ ਦਿੱਤੀ ਅਤੇ ਸਾਰਾ ਆਟਾ ਕਿਉਂ ਬਰਬਾਦ ਕਰ ਦਿੱਤਾ? ਕਿਉਂ ਫ੍ਰਿਡਰਿਕ? ਉਹ ਭੋਲੇਪਣ ਵਿੱਚ ਬੋਲੀ, ਮੈਨੂੰ ਨਹੀਂ ਸੀ ਪਤਾ ਕਿ ਮੈਂ ਗਲਤ ਕਰ ਰਹੀ ਹਾਂ, ਤੈਨੂੰ ਚਾਹੀਦਾ ਸੀ ਕਿ ਮੈਨੂੰ ਪਹਿਲਾਂ ਦੱਸ ਛੱਡਦਾ। ਪਤੀ ਨੇ ਆਪਣੇ ਮਨ ਵਿੱਚ ਸੋਚਿਆ, ਜੇ ਮੇਰੀ ਵਹੁਟੀ ਇਵੇਂ ਹੀ ਕੰਮ ਵਿਗਾੜਦੀ ਰਹੀ ਤਾਂ ਮੈਨੂੰ ਆਪ ਘਰ ਦੀ ਸੰਭਾਲ ਕਰਨੀ ਪਵੇਗੀ। ਉਸ ਕੋਲ ਘਰ ਵਿੱਚ ਕਾਫੀ ਸੋਨਾ ਸਾਂਭਿਆ ਪਿਆ ਸੀ। ਉਸਨੇ ਕੈਥਰੀਨ ਨੂੰ ਕਿਹਾ ਕਿ ਹੇ ਸੋਹਣੇ ਪੀਲੇ ਬਟਨ ਨੇ, ਮੈਂ ਇਹਨਾਂ ਨੂੰ ਸੰਦੂਕੜੀ ਵਿੱਚ ਬੰਦ ਕਰਕੇ ਬਾਗ ਵਿੱਚ ਦਬਾ ਦਿਆਂਗਾ, ਪਰ ਖਿਆਲ ਰੱਖੀ ਤੂੰ ਇਹਨਾਂ ਦੇ ਨੇੜੇ ਨਾ ਜਾਵੀਂ ਅਤੇ ਨਾ ਹੀ ਇਹਨਾਂ ਨੂੰ ਛੇੜੀ। ਨਹੀਂ ਫ੍ਰਿਡਰਿਕ, ਉਸ ਜਵਾਬ ਦਿੱਤਾ, ਮੈਂ ਅਜਿਹਾ ਕਦੀ ਨਹੀਂ ਕਰਦੀ। ਜਿਵੇਂ ਹੀ ਉਹ ਸੋਨਾ ਜ਼ਮੀਨ ਵਿੱਚ ਦੱਬ ਕੇ ਕੰਮ 'ਤੇ ਗਿਆ, ਕੁਝ ਫੇਰੀ ਵਾਲੇ ਚੀਨੀ ਦੇ ਭਾਂਡੇ ਲੈ ਕੇ ਉੱਧਰੋਂ ਲੰਘੇ। ਉਹਨਾਂ ਨੇ ਕੈਥਰੀਨ ਕੋਲੋਂ ਪੁੱਛਿਆ ਕਿ ਉਹ ਕੁਝ ਪਲੇਟਾਂ ਪਿਆਲੇ ਖਰੀਦੇਗੀ। ਹਾਏ, ਮੈਂ ਜ਼ਰੂਰ ਖਰੀਦੀ, ਉਹ ਕਹਿਣ ਲੱਗੀ, ਪਰ ਮੇਰੇ ਕੋਲ ਪੈਸੇ ਨਹੀਂ ਹਨ। ਜੇ ਪੀਲੇ ਬਟਨ ਤੁਹਾਡੇ ਕਿਸੇ ਕੰਮ ਆ ਸਕਦੇ ਹੋਣ ਤਾਂ ਮੈਂ ਤੁਹਾਡੇ ਨਾਲ ਸੌਦਾ ਕਰਨ ਨੂੰ ਤਿਆਰ ਹਾਂ। ਪੀਲੇ ਬਟਨ? ਉਹਨਾਂ ਨੇ ਪੁੱਛਿਆ, ਜਰਾ ਸਾਨੂੰ ਵਿਖਾਓ ਖਾਂ। ਸਾਹਮਣੇ ਬਾਗ ਵਿੱਚ ਜਾਓ ਅਤੇ ਜਿੱਥੇ ਮੈਂ ਦੱਸਾਂ ਜ਼ਮੀਨ ਨੂੰ ਪੁੱਟੋ, ਤੁਹਾਨੂੰ ਲੱਭ ਪੈਣਗੇ, ਪਰ ਮੈਂ ਆਪ ਜਾਣ ਦਾ ਹੌਸਲਾ ਨਹੀਂ ਕਰ ਸਕਦੀ। ਉਹ ਤੁਰਤ ਬਾਗ ਵਿੱਚ ਗਏ। ਜਦੋਂ ਉਹਨਾਂ ਨੇ ਵੇਖਿਆ ਕਿ ਪੀਲੇ ਬਟਨ ਵਾਸਤਵ ਵਿੱਚ ਖਾਲਸ ਸੋਨੇ ਦੀਆਂ ਡਲੀਆਂ ਹਨ ਤਾਂ ਉਹ ਸਾਰਾ ਸੋਨਾ ਲੈ ਕੇ ਛੇਤੀ ਨਾਲ ਚੱਲਦੇ ਬਣੇ ਅਤੇ ਭਾਂਡਿਆਂ ਦਾ ਸਾਰਾ ਛਾਬਾ ਹੀ ਉੱਥੇ ਛੱਡ ਗਏ। ਕੈਥਰੀਨ ਬੜੀ ਖੁਸ਼ੀ ਹੋਈ, ਭਾਂਡਿਆਂ ਨੂੰ ਘਰ ਵਿੱਚ ਸਜਾਉਣ ਲੱਗੀ। ਜਦ ਫ੍ਰਿਡਰਿਕ ਘਰ ਮੁੜਿਆ ਤਾਂ ਵਹੁਟੀ ਨੂੰ ਪੁੱਛਣ ਲੱਗਾ, ਕੈਥੀ, ਤੂੰ ਕੀ ਕਰਦਾ ਰਹੀ ਹੈ? ਖਾਣਾ ਕਿਉਂ ਨਹੀਂ ਬਣਾਇਆ? ਵੇਖ ਤਾਂ, ਉਹ ਬੋਲੀ, ਮੈਂ ਸਾਰੇ ਬਰਤਨ ਤੇਰੇ ਪੀਲੇ ਬਟਨਾਂ ਦੇ ਬਦਲੇ ਖਰੀਦੇ ਹਨ, ਪਰ ਮੈਂ ਆਪ ਉਹਨਾਂ ਨੂੰ ਹੱਥ ਨਹੀਂ ਲਾਇਆ। ਫੇਰੀ ਵਾਲੇ ਖੁਦ ਹੀ ਬਾਗ ਵਿੱਚ ਗਏ ਸਨ ਅਤੇ ਉਹਨਾਂ ਨੇ ਜ਼ਮੀਨ ਪੁੱਟ ਕੇ ਕੱਢ ਗਏ। ਕੈਥੀਏ, ਫ੍ਰਿਡਰਿਕ ਗੁੱਸੇ ਨਾਲ ਚੀਕਿਆ, ਤੂੰ ਇਹ ਕੀ ਚੰਨ ਚਾੜ ਛੱਡਿਆ? ਉਹ ਪੀਲੇ ਬਟਨ ਹੀ ਮੇਰੀ ਸਾਰੀ ਦੌਲਤ ਸਨ, ਤੂੰ ਇਹ ਕੀ ਲੋੜਾ ਮਾਰਿਆ? ਲੈ, ਉਹ ਸਾਦਗੀ ਨਾਲ ਬੋਲੀ, ਮੈਨੂੰ ਕੀ ਪਤਾ ਸੀ, ਤੈਨੂੰ ਚਾਹੀਦਾ ਸੀ ਮੈਨੂੰ ਦੱਸ ਛੱਡਦਾ। ਕੈਥਰੀਨ ਪਲ ਭਰ ਸੋਚਦੀ ਰਹੀ, ਫਿਰ ਆਪਣੇ ਘਰ ਵਾਲੇ ਨੂੰ ਕਹਿਣ ਲੱਗੀ, ਸੁਣੋ ਨਾ ਫ੍ਰਿਡਰਿਕ, ਅਸੀਂ ਸੋਨਾ ਵਾਪਸ ਲੈ ਸਕਦੇ ਹਾਂ, ਉਹਨਾਂ ਠੱਗਾਂ ਦੇ ਮਗਰ ਚੱਲੀਏ। ਚੱਲ ਕੋਸ਼ਿਸ਼ ਕਰ ਵੇਖਦੇ ਹਾਂ। ਉਹ ਬੋਲਿਆ ਅਤੇ ਥੋੜ੍ਹਾ ਕੁ ਮੱਖਣ ਅਤੇ ਪਨੀਰ ਲੈ ਰਸਤੇ ਵਿੱਚ ਖਾਂਦੇ ਚੱਲਾਂਗੇ। ਚੰਗਾ, ਉਸ ਜਵਾਬ ਦਿੱਤਾ ਅਤੇ ਦੋਵੇਂ ਚੱਲ ਪਏ। ਕਿਉਂ ਜੋ ਫ੍ਰਿਡਰਿਕ ਦੀ ਚਾਲ ਤਿਖੇਰੀ ਸੀ, ਉਸ ਦੀ ਵਹੁਟੀ ਉਸ ਤੋਂ ਕੁਝ ਪਿੱਛੇ ਰਹਿ ਗਈ। ਸਗੋਂ ਇਹ ਚੰਗਾ ਹੀ, ਉਸਨੇ ਸੋਚਿਆ, ਜਦੋਂ ਅਸੀਂ ਵਾਪਸ ਪਰਤਾਂਗੇ ਤਾਂ ਮੈਂ ਉਹਦੇ ਨਾਲੋਂ ਘਰ ਦੇ ਵਧੇੜੇ ਨੇੜੇ ਹੋਵਾਂਗੀ। ਚਲਦੀ ਚਲਦੀ ਉਹ ਇੱਕ ਪਹਾੜੀ ਦੀ ਟੀਸੀ 'ਤੇ ਪਹੁੰਚੀ। ਉਸ ਤੋਂ ਅਗਲਾ ਉਤਰਾਈ ਦਾ ਰਾਹ ਬੜਾ ਤੰਗ ਸੀ, ਇੰਨਾ ਕਿ ਉੱਧਰੋਂ ਲੰਘਦੇ ਛੱਕੜੇ ਆਲੇ ਦੁਆਲੇ ਉੱਗੇ ਦਰਖਤਾਂ ਨਾਲ ਖੈਸਰ ਕੇ ਲੰਘਦੇ ਸਨ। ਆਹ ਵੇਖੋ ਨਾ, ਉਹ ਕਹਿਣ ਲੱਗੀ, ਕਿਵੇਂ ਉਹਨਾਂ ਨੇ ਇਹਨਾਂ ਵਿਚਾਰੇ ਦਰਖਤਾਂ ਨੂੰ ਛਿੱਲ ਮਾਰਿਆ ਹੈ ਅਤੇ ਘਾਉ ਲਾਏ ਹਨ। ਇਹ ਘਾਉ ਕਦੀ ਵੀ ਨਹੀਂ ਭਰ ਸਕਦੇ। ਉਸਨੂੰ ਉਹਨਾਂ 'ਤੇ ਤਰਸ ਆ ਗਿਆ ਅਤੇ ਉਸਨੇ ਸਾਰਾ ਮੱਖਣ ਉਹਨਾਂ ਦੀਆਂ ਛਿੱਲਾਂ 'ਤੇ ਮਲ ਦਿੱਤਾ ਤਾਂ ਜੋ ਉਹਨਾਂ ਦੇ ਜ਼ਖਮ ਨਰਮ ਹੋ ਜਾਣ ਅਤੇ ਛੱਕੜਿਆਂ ਦੀ ਰਗੜ ਨਾਲ ਉਹਨਾਂ ਨੂੰ ਵਧੇਰੇ ਪੀੜ ਨਾ ਹੋਵੇ। ਜਦੋਂ ਇਹ ਨੇਕ ਕੰਮ ਕਰ ਰਹੀ ਸੀ ਤਾਂ ਉਸਦੀ ਟੋਕਰੀ 'ਚੋਂ ਪਨੀਰ ਦਾ ਇੱਕ ਵੱਡਾ ਟੁਕੜਾ ਬਾਹਰ ਡਿੱਗ ਪਿਆ ਅਤੇ ਹੇਠਾਂ ਖੱਡ ਵਿੱਚ ਰਿੜ ਗਿਆ। ਕੈਥਰੀਨ ਨੇ ਹੇਠਾਂ ਚੁੱਕ ਕੇ ਵੇਖਿਆ, ਪਰ ਉਸਨੂੰ ਪਤਾ ਨਹੀਂ ਲੱਗਾ ਕਿ ਉਹ ਕਿੱਧਰ ਰਿੜ ਗਿਆ। ਸੋ ਉਸਨੇ ਆਪਣੇ ਆਪ ਨੂੰ ਕਿਹਾ, ਹੁਣ ਮੇਰਾ ਖਿਆਲ ਹੈ ਕਿ ਦੂਜਾ ਵੀ ਉਸੇ ਰਾਹ 'ਤੇ ਜਾਵੇਗਾ ਅਤੇ ਤੈਨੂੰ ਲੱਭ ਲਵੇਗਾ। ਉਸਦੀਆਂ ਲੱਤਾਂ ਮੇਰੇ ਨਾਲੋਂ ਫੁਰਤੀਲੀਆਂ ਹਨ। ਸੋ ਉਸਨੇ ਪਨੀਰ ਦਾ ਦੂਜਾ ਟੁਕੜਾ ਵੀ ਪਹਿਲੇ ਦੇ ਮਗਰ ਰੇੜ ਦਿੱਤਾ ਅਤੇ ਉਹ ਹੇਠਾਂ ਨੂੰ ਸਰਕ ਗਿਆ, ਰੱਬ ਜਾਣੇ ਕਿਹੜੇ ਪਾਸੇ। ਪਰ ਉਸਨੇ ਕਿਹਾ ਕਿ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਰਸਤੇ ਦਾ ਪਤਾ ਹੈ ਅਤੇ ਉਹ ਮੇਰੇ ਮਗਰ ਆ ਜਾਣਗੇ। ਮੈਂ ਉਹਨਾਂ ਨੂੰ ਸਾਰਾ ਦਿਨ ਖੜੀ ਨਹੀਂ ਉਡੀਕ ਸਕਦੀ। ਅਖੀਰ ਉਸਨੇ ਫ੍ਰਿਡਰਿਕ ਨੂੰ ਜਾ ਲਿਆ। ਫ੍ਰਿਡਰਿਕ ਨੇ ਕੁਝ ਖਾਣ ਦੀ ਇੱਛਾ ਜ਼ਾਹਰ ਕੀਤੀ। ਕੈਥਰੀਨ ਨੇ ਸੁੱਕੀ ਰੋਟੀ ਉਸਦੇ ਅੱਗੇ ਰੱਖ ਦਿੱਤੀ।
ਮੱਖਣ ਕਿੱਥੇ ਹੈ ਤੇ ਨਾਲੇ ਪਨੀਰ? ਉਹ ਕੈਥਰੀਨ ਬੋਲੀ, ਮੈਂ ਮੱਖਣ ਨੂੰ ਉਹਨਾਂ ਗਰੀਬ ਦਰਖਤਾਂ ਦੇ ਜ਼ਖਮਾਂ 'ਤੇ ਮਲ ਦਿੱਤਾ ਸੀ ਜਿਨ੍ਹਾਂ ਨੂੰ ਛਕੜਿਆਂ ਨੇ ਇੰਨੀ ਬੇਦਰਦੀ ਨਾਲ ਰਗੜ ਮਾਰਿਆ ਹੈ, ਤੇ ਪਨੀਰ ਦਾ ਇੱਕ ਟੁਕੜਾ ਖੱਡ ਵੱਲ ਨੱਸ ਗਿਆ ਸੀ, ਇਸ ਲਈ ਮੈਂ ਦੂਜੇ ਨੂੰ ਲੱਭਣ ਲਈ ਭੇਜ ਦਿੱਤਾ, ਤੇ ਮੇਰਾ ਖਿਆਲ ਹੈ ਕਿ ਦੋਵੇਂ ਇਕੱਠੇ ਰਸਤੇ ਵਿੱਚ ਕਿਧਰੇ ਆਉਂਦੇ ਹੋਣਗੇ। ਤੂੰ ਵੀ ਨੀਰੀ ਗਧੀ ਹੈ, ਹੁੰਦ ਦੰਦ ਪੀਂਦਾ ਹੋਇਆ ਬੋਲਿਆ, ਜਿਹੜਾ ਕੰਮ ਕਰੇਂਗੀ ਬਿਲਕੁਲ ਖੋਤਿਆਂ ਵਰਗਾ। ਤੂੰ ਇਹ ਕਿਵੇਂ ਆਖਦਾ ਹੈ? ਉਹ ਬੋਲੀ, ਮੇਰਾ ਖਿਆਲ ਹੈ ਤੂੰ ਮੈਨੂੰ ਕਦੀ ਇਹ ਨਹੀਂ ਕਰਨ ਲਈ ਆਖਿਆ। ਉਹਨਾਂ ਨੇ ਰਲ ਕੇ ਰੋਟੀ ਖਾਧੀ। ਫਿਰ ਫਰੈਡਰਿਕ ਪੁੱਛਣ ਲੱਗਾ, ਕੈਥੀ, ਮੇਰਾ ਖਿਆਲ ਹੈ ਤੂੰ ਆਉਣ ਲੱਗਿਆਂ ਬੂਹੇ ਨੂੰ ਜੰਦਰਾ ਮਾਰ ਕੇ ਸੁਰੱਖਿਅਤ ਕਰ ਆਈ ਹੋਵੇਂਗੀ। ਨਾ, ਉਸਨੇ ਉੱਤਰ ਦਿੱਤਾ, ਤੂੰ ਮੈਨੂੰ ਆਖਿਆ ਹੀ ਨਹੀਂ ਸੀ। ਤਦ ਘਰ ਜਾ ਤੇ ਹੁਣੇ ਇਹ ਕਰਕੇ ਆ, ਅਸੀਂ ਫੇਰ ਚੱਲਾਂਗੇ, ਫਰੈਡਰਿਕ ਨੇ ਕਿਹਾ, ਤੇ ਆਉਂਦੀ ਵਾਰ ਖਾਣ ਨੂੰ ਕੁਝ ਲੈ ਆਵੀਂ। ਕੈਥਰੀਨ ਚੱਲ ਪਈ। ਰਸਤੇ ਵਿੱਚ ਉਹ ਸੋਚਣ ਲੱਗੀ, ਫਰੈਡਰਿਕ ਖਾਣ ਨੂੰ ਕੁਝ ਮੰਗਦਾ ਹੈ, ਪਰ ਮੇਰਾ ਖਿਆਲ ਹੈ ਕਿ ਮੱਖਣ ਤੇ ਪਨੀਰ ਦਾ ਬਹੁਤਾ ਚਾਹਵਾਨ ਨਹੀਂ, ਉਸਨੂੰ ਸਗੋਂ ਨਾਰੀਅਲ ਦੇ ਸਿਰਕੇ ਦਾ ਵਧੇਰੇ ਸ਼ੌਂਕ ਹੈ। ਮੈਂ ਉਸਨੂੰ ਅਕਸਰ ਇਹ ਲੈਂਦਿਆਂ ਵੇਖਦੀ ਹਾਂ, ਸੋ ਮੈਂ ਇੱਕ ਥੈਲਾ ਨਾਰੀਅਲ ਤੇ ਸਿਰਕਾ ਉਹਦੇ ਲਈ ਲੈ ਆਵਾਂਗੀ। ਜਦੋਂ ਉਹ ਘਰ ਪਹੁੰਚੀ ਤਾਂ ਉਸਨੇ ਮਕਾਨ ਦੇ ਪਿਛਲੇ ਬੂਹੇ ਦਾ ਹੋੜਾ ਬੰਦ ਕਰ ਦਿੱਤਾ, ਪਰ ਸਾਹਮਣਾ ਬੂਹਾ ਕਬਜ਼ੇ ਲਾ ਕੇ ਉਖੇੜ ਲਿਆ, ਤੇ ਦਿਲ ਵਿੱਚ ਕਹਿਣ ਲੱਗੀ, ਫਰੈਡਰਿਕ ਨੇ ਬੂਹੇ ਨੂੰ ਜੰਦਰਾ ਮਾਰਨ ਲਈ ਕਿਹਾ ਸੀ, ਪਰ ਯਕੀਨੀ ਰੂਪ ਵਿੱਚ ਇਹ ਕਿਤੇ ਇੰਨਾ ਵੀ ਸੁਰੱਖਿਅਤ ਨਹੀਂ ਹੋ ਸਕਦਾ ਜਿੰਨਾ ਕਿ ਮੈਂ ਇਸ ਨੂੰ ਆਪਣੇ ਨਾਲ ਹੀ ਲੈ ਚੱਲਾਂ। ਸੋ ਬੂਹੇ ਨੂੰ ਸਿਰ 'ਤੇ ਚੁੱਕ ਕੇ ਤੁਰ ਪਈ, ਤੇ ਜਦੋਂ ਆਪਣੇ ਖੌਂਦ ਕੋਲ ਪਹੁੰਚੀ ਤਾਂ ਉਸ ਦੀ ਬੋਲ ਉੱਠੀ, ਐ ਲੈ ਫਰੈਡਰਿਕ, ਇਹ ਰੱਖਿਆ ਹੀ ਬੂਹਾ, ਹੁਣ ਤੂੰ ਜਿੰਨੀ ਚਾਹੇ ਇਸ ਦੀ ਰਖਵਾਲੀ ਕਰ ਸਕਦਾ ਹੈ। ਹਾਏ ਓ ਰੱਬਾ, ਉਹ ਬੋਲਿਆ, ਇਹ ਕਿੰਨੀ ਚਤਰ ਜਨਾਨੀ ਮੈਨੂੰ ਦਿੱਤੀ ਹੋ। ਮੈਂ ਤੈਨੂੰ ਭੇਜਿਆ ਸੀ ਕਿ ਮਕਾਨ ਤਾਲਾ ਲਾ ਕੇ ਬੰਦ ਕਰਾ, ਤੇ ਤੂੰ ਬੂਹਾ ਹੀ ਉਖੇੜ ਕੇ ਲੈ ਆਈ ਹੈ, ਤੇ ਤਾਂ ਜੋ ਜਿਹੜਾ ਮਕਾਨ ਦੇ ਅੰਦਰ ਜਾ ਵੜੇ ਤੇ ਜੋ ਹੱਥ ਲੱਗੇ ਲੈ ਕੇ ਚੱਲਦਾ ਬਣੇ। ਚਲੋ ਭਲਾ ਹੋਇਆ ਤੂੰ ਬੂਹਾ ਲੈ ਕੇ ਆਈ ਹੈ, ਹੁਣ ਤੂੰ ਹੀ ਇਸ ਨੂੰ ਚੁੱਕਣ ਦਾ ਭਾਰ ਚੱਲ। ਬਹੁਤ ਅੱਛਾ, ਉਸਨੇ ਉੱਤਰ ਦਿੱਤਾ, ਮੈਂ ਬੂਹਾ ਚੁੱਕ ਲਵਾਂਗੀ, ਪਰ ਮੈਂ ਨਾਰੀਅਲਾਂ ਦਾ ਝੋਲਾ ਤੇ ਸਿਰਕੇ ਦੀ ਬੋਤਲ ਨਹੀਂ ਚੁੱਕ ਸਕਦੀ, ਕਿਉਂਕਿ ਮੇਰਾ ਹੱਥ ਖਾਲੀ ਨਹੀਂ ਹੋਣਾ। ਸੋ ਜੇ ਤੂੰ ਬੁਰਾ ਨਾ ਮੰਨੇ ਤਾਂ ਮੈਂ ਇਹਨਾਂ ਨੂੰ ਬੂਹੇ ਦੇ ਨਾਲ ਹੀ ਬੰਨ੍ਹ ਲਵਾਂ। ਫਰੈਡਰਿਕ ਨੇ ਇਸ ਯੋਜਨਾ 'ਤੇ ਕੋਈ ਇਤਰਾਜ਼ ਨਾ ਕੀਤਾ, ਤੇ ਦੋਵੇਂ ਚੋਰਾਂ ਨੂੰ ਭਾਲਣ ਲਈ ਜੰਗਲ ਦੇ ਅੰਦਰ ਵੜੇ, ਪਰ ਉਹਨਾਂ ਨੂੰ ਲੱਭ ਨਾ ਸਕੇ, ਤੇ ਜਦੋਂ ਹਨੇਰਾ ਪਸਰਨ ਲੱਗਾ ਤਾਂ ਉਹ ਰਾਤ ਕੱਟਣ ਲਈ ਇੱਕ ਬ੍ਰਿਛ ਦੇ ਉੱਪਰ ਚੜ੍ਹ ਗਏ। ਉਹਨਾਂ ਨੂੰ ਉੱਪਰ ਚੜ੍ਹਿਆਂ ਕੁਝ ਪਲ ਹੀ ਹੋਏ ਸਨ ਕਿ ਕੁਝ ਆਦਮੀ ਉੱਥੇ ਆਏ। ਉਹ ਉਹੀ ਠੱਗ ਸਨ ਜਿਨ੍ਹਾਂ ਨੇ ਸੋਨਾ ਲੁੱਟਿਆ ਸੀ। ਅਸਲ ਵਿੱਚ ਉਹ ਬੜੇ ਭਾਰੀ ਬਦਮਾਸ਼ ਸਨ। ਉਹਨਾਂ ਨੇ ਸਾਰੇ ਇਲਾਕੇ ਵਿੱਚ ਲੁੱਟ ਮਚਾ ਰੱਖੀ ਸੀ। ਉਹ ਬਹੁਤ ਸਾਰਾ ਮਾਲ ਦੌਲਤ ਲੁੱਟ ਕੇ ਲਿਆਏ ਸਨ, ਤੇ ਥੱਕੇ ਹੋਣ ਕਰਕੇ ਆਰਾਮ ਕਰਨ ਲਈ ਇੱਥੇ ਆਏ ਸਨ। ਉਹਨਾਂ ਨੇ ਉਸੇ ਦਰਖਤ ਦੀ ਹੇਠਾਂ ਅੱਗ ਬਾਲੀ ਜਿਸ 'ਤੇ ਫਰੈਡਰਿਕ ਤੇ ਕੈਥਰੀਨ ਚੜ੍ਹੇ ਹੋਏ ਸਨ। ਫਰੈਡਰਿਕ ਛੋਪਲੀ ਜਿਹੀ ਦੂਜੇ ਪਾਸਿਓਂ ਹੇਠਾਂ ਉਤਰਿਆ ਤੇ ਕੁਝ ਛੋਟੇ ਛੋਟੇ ਪੱਥਰ ਇਕੱਠੇ ਕਰਕੇ ਮੁਰ ਦਰਖਤ 'ਤੇ ਜਾ ਚੜ੍ਹਿਆ। ਉਸਨੇ ਠੱਗਾਂ ਦੇ ਸਿਰ ਦਾ ਨਿਸ਼ਾਨਾ ਬਣ ਕੇ ਪੱਥਰ ਸੁੱਟਣੇ ਸ਼ੁਰੂ ਕੀਤੇ, ਪਰ ਉਹ ਕੇਵਲ ਇੰਨਾ ਹੀ ਕਹਿ ਕੇ ਚੁੱਪ ਹੋ ਗਏ, ਸ਼ਾਇਦ ਸਵੇਰ ਹੋਣ ਵਾਲੀ ਹੈ, ਕਿਉਂਕਿ ਰੁਮਕਦੀ ਹਵਾ ਕੱਚੇ ਸੇਬ ਹੇਠਾਂ ਡੇਗ ਰਹੀ ਹੈ। ਕੈਥਰੀਨ, ਜਿਸਨੇ ਮੋਢਿਆਂ 'ਤੇ ਲੱਕੜ ਦਾ ਭਾਰਾ ਬੂਹਾ ਚੁੱਕਿਆ ਹੋਇਆ ਸੀ, ਥਕਾਵਟ ਮਹਿਸੂਸ ਕਰਨ ਲੱਗੀ ਸੀ, ਪਰ ਉਸਨੇ ਸੋਚਿਆ ਕਿ ਇਹ ਭਾਰ ਬੂਹੇ ਨਾਲ ਵੱਜੇ ਨਾਰੀਅਲਾਂ ਦਾ ਲੱਗਦਾ ਹੈ। ਉਸਨੇ ਹੌਲੀ ਜਿਹੀ ਕਿਹਾ, ਫਰੈਡਰਿਕ, ਮੈਂ ਇਹ ਨਾਰੀਅਲ ਹੇਠਾਂ ਸੁੱਟ ਦਿਆਂ? ਨਾ, ਉਸਨੇ ਰੋਕਿਆ, ਅਜੇ ਨਹੀਂ, ਉਹ ਸਾਨੂੰ ਫੜ ਲੈਣਗੇ, ਮੈਥੋਂ ਨਹੀਂ ਇਹ ਚੁੱਕ ਹੁੰਦੇ ਹੁਣੇ, ਇਹਨਾਂ ਨੂੰ ਜਾਣ ਦੇ। ਤਾਂ ਠਾਹ ਠਾਹ ਕਰਦੇ ਨਾਰੀਅਲ ਠੱਗਾਂ ਦੇ ਕੋਲ ਜਾ ਡਿੱਗੇ। ਉਹਨਾਂ ਵਿੱਚੋਂ ਇੱਕ ਦਾ ਇਹਨਾਂ ਚਿਕਲਾਇਆ, ਰੱਬ ਰਹਿਮ ਕਰੇ, ਇਹ ਤਾਂ ਗੜੇ ਪਿਆਰੇ ਨੇ। ਥੋੜ੍ਹਾ ਚਿਰ ਠਹਿਰ ਕੇ ਕੈਥਰੀਨ ਨੇ ਸੋਚਿਆ ਕਿ ਦਰਵਾਜ਼ਾ ਹਾਲੀ ਵੀ ਬੜਾ ਭਾਰਾ ਹੈ, ਸੋ ਉਸਨੇ ਹੌਲੀ ਜਿਹੀ ਨੂੰ ਫਰੈਡਰਿਕ ਨੂੰ ਆਖਿਆ, ਮੈਂ ਇਹ ਸਿਰਕਾ ਵੀ ਹੇਠਾਂ ਸੁੱਟਣ ਲੱਗੀ ਹਾਂ। ਰੱਬ ਦਾ ਵਾਸਤਾ ਹੀ ਨਾ ਸੁੱਟ, ਉਸਨੇ ਕਿਹਾ, ਉਹਨਾਂ ਨੂੰ ਸਾਡਾ ਪਤਾ ਚੱਲ ਜਾਏਗਾ, ਮੈਥੋਂ ਨਹੀਂ ਰਹਿ ਹੁੰਦਾ। ਉਹ ਬੋਲੀ, ਇਹਨੂੰ ਵੀ ਜਾਣਦੇ। ਸੋ ਉਸਨੇ ਸਾਰਾ ਸਿਰਕਾ ਹੇਠਾਂ ਡੋਲ ਦਿੱਤਾ। ਚੋਰ ਆਖਣ ਲੱਗੇ, ਕਿੰਨੀ ਤਰੇਲ ਪੈ ਰਹੀ ਹੈ। ਅਖੀਰ ਇਹ ਗੱਲ ਉਹਨਾਂ ਦੇ ਦਿਮਾਗ ਵਿੱਚ ਆ ਗਈ ਕਿ ਇਹ ਤਾਂ ਖੁਦ ਬੂਹਾ ਹੈ ਜਿਸ ਦਾ ਇੰਨਾ ਭਾਰ ਹੈ। ਸੋ ਉਸਨੇ ਫਰੈਡਰਿਕ ਨੂੰ ਕਿਹਾ, ਮੈਨੂੰ ਇਹ ਬੂਹਾ ਵੀ ਹੇਠਾਂ ਸੁੱਟਣਾ ਪਵੇਗਾ। ਉਸਨੇ ਉਹਨੂੰ ਬੜਾ ਰੋਕਿਆ, ਤਰਲੇ ਵੀ ਕੀਤੇ, ਇਸ ਨਾਲ ਅਸੀਂ ਫੜੇ ਜਾਵਾਂਗੇ ਤੇ ਮਾਰੇ ਜਾਵਾਂਗੇ, ਪਰ ਕੈਥਰੀਨ ਨਾ ਮੰਨੀ। ਇਹ ਚੱਲਿਆ ਹੀ, ਉਸ ਆਖਿਆ, ਤੇ ਬੂਹਾ ਇੰਨੇ ਜ਼ੋਰ ਧਮਾਕੇ ਨਾਲ ਠਾਹ ਕਰਕੇ ਠੱਗਾਂ ਦੇ ਸਿਰ ਵਿੱਚ ਵੱਜਾ ਕਿ ਉਹਨਾਂ ਦੀਆਂ ਰਾੜਾਂ ਨਿਕਲ ਗਈਆਂ। ਮਾਰ ਸੁੱਟਿਆ, ਉਹ ਜ਼ੋਰ ਦੇ ਚੀਕੇ, ਤੇ ਨਾ ਜਾਣਦੇ ਹੋਏ ਕਿ ਕੀ ਉਹਨਾਂ 'ਤੇ ਆ ਪਿਆ ਹੈ, ਜਿੰਨੀ ਤੇਜ਼ ਹੋ ਸਕਿਆ ਉਹ ਉੱਥੋਂ ਭੱਜ ਤੁਰੇ। ਉਹਨਾਂ ਦਾ ਸਾਰਾ ਮਾਲ ਅਸਬਾਬ ਉੱਥੇ ਹੀ ਪਿਆ ਰਹਿ ਗਿਆ। ਸੋ ਆਖਰ ਕੈਥਰੀਨ ਦਾ ਅਖੜਪੁਣਾ ਹੀ ਕੰਮ ਆਇਆ। ਜਦੋਂ ਫਰੈਡਰਿਕ ਤੇ ਉਹ ਦਰਖਤ ਦੇ ਹੇਠਾਂ ਉਤਰੇ ਤਾਂ ਉਹਨਾਂ ਨੂੰ ਸੋਨੇ ਤੇ ਦੌਲਤ ਦੇ ਢੇਰ ਹੱਥ ਲੱਗੇ, ਜਿਸ ਨਾਲ ਉਹ ਖੁਸ਼ ਤੇ ਸੁਖ ਭਰਪੂਰ ਜੀਵਨ ਬਿਤਾਉਣ ਲੱਗ ਪਏ। ਜਾਦੂ ਦਾ ਫੁੱਲ। ਪੁਰਾਣੇ ਜ਼ਮਾਨੇ ਦੀ ਗੱਲ ਹੈ ਕਿ ਕਿਸੇ ਦੇਸ਼ ਵਿੱਚ ਇੱਕ ਵਪਾਰੀ ਰਹਿੰਦਾ ਸੀ। ਉਹ ਬੜੇ ਜਹਾਜ਼ਾਂ ਦਾ ਮਾਲਕ ਸੀ। ਉਹਦੇ ਜਹਾਜ਼ ਦੂਰ ਦੂਰ ਦੇਸ਼ਾਂ ਨਾਲ ਵਪਾਰ ਕਰਦੇ ਸਨ। ਕਿਤੋਂ ਰੇਸ਼ਮੀ ਕੱਪੜਾ ਲਿਆਉਂਦੇ ਸਨ, ਕਿਤੋਂ ਸੋਨਾ, ਕਿਤੋਂ ਲੋਹਾ ਤੇ ਕਿਤੋਂ ਤਾਂਬਾ। ਇਸ ਵਪਾਰੀ ਦੀਆਂ 3 ਲੜਕੀਆਂ ਸਨ। ਉਹ ਸਭ ਇੱਕ ਕਿਲ੍ਹੇ ਵਿੱਚ ਬੜੀ ਠਾਠ ਬਾਠ ਨਾਲ ਰਹਿੰਦੇ ਸਨ। ਵਪਾਰੀ ਆਪਣੀਆਂ ਸਭ ਲੜਕੀਆਂ ਨੂੰ ਪਿਆਰ ਕਰਦਾ ਸੀ, ਪਰ ਸਭ ਤੋਂ ਲਾਡਲੀ ਉਸਦੀ ਛੋਟੀ ਲੜਕੀ ਸੁੰਦਰੀ ਸੀ। ਉਹ ਨਾ ਕੇਵਲ ਸੁੰਦਰ ਸੀ, ਬਲਕਿ ਬੜੀ ਅਕਲ ਵਾਲੀ ਤੇ ਨੇਕ ਦਿਲ ਸੀ।
ਇੱਕ ਦਿਨ ਜਦ ਉਹ ਸਭ ਮੌਜ ਵਿੱਚ ਬੈਠੇ ਖਾਣਾ ਖਾ ਰਹੇ ਸਨ ਤਾਂ ਅਚਾਨਕ ਪਾਰੀ ਦੇ ਇੱਕ ਬਾਹਰ ਨੌਕਰ ਨੇ ਆ ਕੇ ਇਤਲਾਹ ਦਿੱਤੀ ਕਿ ਇੱਕ ਬੜੇ ਭਾਰੀ ਤੂਫਾਨ ਵਿੱਚ ਉਹਦੇ ਸਾਰੇ ਜਹਾਜ਼ ਸਮਾਨ ਸਮੇਤ ਡੁੱਬ ਗਏ ਹਨ ਤੇ ਉਹ ਬਿਲਕੁਲ ਕੰਗਾਲ ਹੋ ਗਿਆ ਹੈ। ਹੁਣ ਕਿਉਂਕਿ ਉਹ ਲੱਖੋਂ ਕੱਖ ਹੋ ਗਿਆ ਸੀ, ਇਸ ਲਈ ਉਹ ਆਪਣਾ ਪੁਰਾਣਾ ਕਿਲ੍ਹਾ ਵੇਚ ਕੇ ਇੱਕ ਛੋਟੀ ਜਿਹੀ ਝੁੱਗੀ ਵਿੱਚ ਰਹਿਣ ਲੱਗ ਪਿਆ। ਸੁੰਦਰੀ ਦੇ ਮਨ ਤੇ ਇਸ ਦੁਰਘਟਨਾ ਦਾ ਕੋਈ ਅਸਰ ਨਾ ਹੋਇਆ। ਉਹ ਹੁਣ ਇਤਨੀ ਖੁਸ਼ ਸੀ ਕਿ ਜਿਸਨੀ ਪਹਿਲਾਂ ਸੀ। ਉਸਨੂੰ ਫੁੱਲਾਂ ਨਾਲ ਬੜਾ ਸ਼ੌਂਕ ਸੀ। ਉਸਨੇ ਆਪਣੀ ਝੁੱਗੀ ਦੇ ਲਾਗੇ ਇੱਕ ਬੜੀ ਸੁੰਦਰ ਬਗੀਚੀ ਲਾ ਲਈ। ਉਸ ਵਿੱਚ ਉਸਨੇ ਕਈ ਕਿਸਮ ਦੇ ਫੁੱਲ ਲਾਏ, ਪਰ ਉਸ ਵਿੱਚ ਗੁਲਾਬ ਦੇ ਫੁੱਲ ਨਹੀਂ ਸਨ। ਉਹਨੇ ਗੁਲਾਬ ਦੇ ਫੁੱਲਾਂ ਨੂੰ ਲਗਾਉਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਉਹ ਸੜ ਸੁੱਕ ਜਾਂਦੇ ਸਨ। ਫਿਰ ਵੀ ਉਸਨੂੰ ਇਹ ਆਸ ਸੀ ਕਿ ਕਿਸੇ ਨਾ ਕਿਸੇ ਦਿਨ ਉਸ ਦੀ ਫੁਲਵਾੜੇ ਵਿੱਚ ਫੁੱਲਾਂ ਦਾ ਰਾਜਾ ਗੁਲਾਬ ਵੀ ਮਹਿਕੇਗਾ। ਸੁੰਦਰੀ ਦੀਆਂ ਦੂਜੀਆਂ ਭੈਣਾਂ ਉਹਦੇ ਵਾਂਗ ਨਹੀਂ ਸਨ। ਉਹ ਸਾਰਾ ਦਿਨ ਸੜਦੀਆਂ ਪੁੱਜਦੀਆਂ ਰਹਿੰਦੀਆਂ ਸਨ। ਉਹ ਘਰ ਦੇ ਕੰਮ ਕਾਜ ਵਿੱਚ ਸੁੰਦਰੀ ਦੀ ਬਿਲਕੁਲ ਹੱਥ ਨਹੀਂ ਵਟਾਉਂਦੀਆਂ ਸਨ ਤੇ ਆਪਣੀ ਗਰੀਬੀ ਦਾ ਸਾਰਾ ਦੋਸ਼ ਆਪਣੇ ਪਿਓ ਤੇ ਲਾਉਂਦੀਆਂ ਸਨ। ਜਿਸ ਤਰ੍ਹਾਂ ਦੇ ਕਿਸੇ ਦੇ ਖਿਆਲ ਹੋਣ ਉਸੇ ਤਰ੍ਹਾਂ ਦੀ ਸ਼ਕਲ ਬਣ ਜਾਂਦੀ ਹੈ। ਸੋ ਸੁੰਦਰੀ ਦੀਆਂ ਦੋਵੇਂ ਭੈਣਾਂ ਕੋਝੀਆਂ ਤੇ ਕਰੂਪ ਬਣ ਗਈਆਂ, ਪਰ ਸੁੰਦਰੀ ਪਹਿਲਾਂ ਨਾਲੋਂ ਵੀ ਸੁੰਦਰ ਤੇ ਸਜੀਲੀ ਬਣ ਗਈ। ਇਸੇ ਤਰ੍ਹਾਂ 1 ਸਾਲ ਲੰਘ ਗਿਆ। ਇੱਕ ਦਿਨ ਇੱਕ ਅਜਨਬੀ ਨੇ ਆ ਕੇ ਇਤਲਾਹ ਦਿੱਤੀ ਕਿ ਵਪਾਰ ਦਾ ਇੱਕ ਜਹਾਜ਼ ਜੋ ਪਿਛਲੇ ਸਾਲ ਗਲਤੀ ਨਾਲ ਡੁੱਬ ਗਿਆ ਸਮਝਿਆ ਗਿਆ ਸੀ, ਠੀਕ ਠਾਕ ਬੰਦਰਗਾਹ ਤੇ ਆ ਪਹੁੰਚਿਆ ਹੈ। ਵਪਾਰੀ ਇਹ ਸੁਣ ਕੇ ਬੜਾ ਖੁਸ਼ ਹੋਇਆ ਤੇ ਆਪਣੀਆਂ ਲੜਕੀਆਂ ਨੂੰ ਕਹਿਣ ਲੱਗਾ, ਸੁਣਿਆ ਜੇ ਅਸੀਂ ਫਿਰ ਅਮੀਰ ਹੋ ਗਏ ਹਾਂ। ਮੈਂ ਹੁਣੇ ਬੰਦਰਗਾਹ ਤੇ ਜਾ ਕੇ ਦੇਖਦਾ ਹਾਂ ਕਿ ਇਸ ਜਹਾਜ਼ ਦੇ ਆਉਣ ਨਾਲ ਸਾਨੂੰ ਕਿਤਨਾ ਪੈਸਾ ਮਿਲੇਗਾ। ਉਸ ਦੀਆਂ ਵੱਡੀਆਂ ਲੜਕੀਆਂ ਕਹਿਣ ਲੱਗੀਆਂ, ਹਾਂ ਫਿਰ ਅਸੀਂ ਗਹਿਣੇ ਕੱਪੜੇ ਸਵਾ ਸਕਾਂਗੀਆਂ। ਪਰ ਸੁੰਦਰੀ ਇਸ ਖਬਰ ਨੂੰ ਸੁਣ ਕੇ ਉਦਾਸ ਜਿਹੀ ਹੋ ਗਈ ਤੇ ਆਪਣੇ ਪਿਤਾ ਨੂੰ ਕਹਿਣ ਲੱਗੀ, ਮੈਨੂੰ ਇਸ ਥਾਂ ਨਾਲ ਇਤਨਾ ਪਿਆਰ ਪੈ ਗਿਆ ਹੈ ਕਿ ਮੇਰਾ ਇਸ ਨੂੰ ਛੱਡਣ ਤੇ ਜੀ ਨਹੀਂ ਕਰਦਾ। ਪਰ ਇਹ ਤਾਂ ਛੱਡਣੀ ਪੈਣੀ। ਉਸਦੇ ਪਿਤਾ ਨੇ ਅੱਗੋਂ ਉੱਤਰ ਦਿੱਤਾ, ਇੱਥੇ ਤੂੰ ਸਾਰਾ ਦਿਨ ਆਪ ਕੰਮ ਕਰਨਾ ਪੈਂਦਾ ਹੈ। ਸੋਹਣੇ ਘਰ ਵਿੱਚ ਜਾ ਕੇ ਨੌਕਰਾਂ ਚਾਕਰਾਂ ਨਾਲ ਕੰਮ ਕਰੇਂਗੀ ਤਾਂ ਕੁਝ ਆਰਾਮ ਮਿਲ ਜਾਵੇਗਾ। ਫਿਰ ਉਸਨੇ ਆਪਣੀਆਂ ਦੂਜੀਆਂ ਲੜਕੀਆਂ ਵੱਲ ਮੂੰਹ ਕਰਕੇ ਕਿਹਾ, ਹੁਣ ਸਫ਼ਰ ਤੇ ਚੱਲਿਆ, ਦੱਸੋ ਤੁਹਾਡੇ ਵਾਸਤੇ ਕੀ ਲਿਆਵਾਂ। ਵੱਡੀ ਨੇ ਕਿਹਾ, ਪਿਤਾ ਜੀ ਮੇਰੇ ਲਈ ਸੋਨੇ ਦੇ ਜੜਾਊ ਕੜੇ ਕਾਂਟੇ, ਸੁੱਚੇ ਮੋਤੀਆਂ ਦਾ ਹਾਰ। ਤੇ ਦੂਜੀ ਭੈਣ ਨੇ ਉਸਨੂੰ ਟੋਕਦਿਆਂ ਕਿਹਾ, ਸਾਰਾ ਪੈਸਾ ਤੂੰ ਹੀ ਖਰਚਾ ਦੇਣਾ ਹੈ, ਮੈਨੂੰ ਵੀ ਕੁਝ ਕਹਿ ਲੈਣ ਦੇ। ਪਿਤਾ ਜੀ ਮੇਰੇ ਲਈ ਜ਼ਰੀ ਦਾ ਸੂਟ ਤੇ 2 ਪਸ਼ਮੀਨੇ ਦੇ ਸ਼ਾਨਦਾਰ ਕੱਢੇ ਹੋਏ ਸ਼ਾਲ ਲੈ ਆਉਣ। ਫਿਰ ਉਸਦੇ ਪਿਤਾ ਨੇ ਸੁੰਦਰੀ ਪਾਸੋਂ ਪੁੱਛਿਆ, ਬੇਟਾ ਤੇਰੇ ਲਈ ਕੀ ਲਿਆਵਾਂ। ਸੁੰਦਰੀ ਨੇ ਕਿਹਾ, ਮੈਨੂੰ ਕੁਝ ਨਹੀਂ ਚਾਹੀਦਾ, ਬਸ ਮੇਰੀ ਇਹੀ ਖਾਹਿਸ਼ ਹੈ ਕਿ ਤੁਸੀਂ ਰਾਜੀ ਖੁਸ਼ੀ ਵਾਪਸ ਮੁੜੋ। ਉਸਦੇ ਪਿਤਾ ਨੇ ਫਿਰ ਆਖਿਆ, ਨਹੀਂ ਫਿਰ ਵੀ ਕੋਈ ਨਾ ਕੋਈ ਖਾਹਿਸ਼ ਹੁੰਦੀ ਹੈ। ਇਸ ਤੇ ਸੁੰਦਰੀ ਨੇ ਕਿਹਾ, ਚੰਗਾ ਜੇਕਰ ਤੁਸੀਂ ਮਜਬੂਰ ਕਰ ਦਿਓ, ਮੇਰੇ ਲਈ ਇੱਕ ਗੁਲਾਬ ਦਾ ਫੁੱਲ ਲੈ ਆਉਣਾ। ਮੈਂ ਬੜਾ ਜ਼ੋਰ ਲਾਇਆ ਹੈ, ਪਰ ਗੁਲਾਬ ਫੁੱਲ ਮੇਰੇ ਵਚਨ ਉਗਦਾ ਨਹੀਂ। ਅਗਲੇ ਦਿਨ ਸਵੇਰੇ ਸਵੇਰੇ ਸੁੰਦਰੀ ਦਾ ਪਿਤਾ ਸਫ਼ਰ ਤੇ ਤੁਰ ਪਿਆ ਤੇ ਆਪ ਕਾਰ ਵਿਹਾਰ ਕਰਕੇ ਆਪਣੀਆਂ ਵੱਡੀਆਂ ਲੜਕੀਆਂ ਦੇ ਸੁਗਾਤਾਂ ਲਈ 2 ਮਹੀਨਿਆਂ ਪਿੱਛੋਂ ਵਾਪਸ ਮੁੜ ਪਿਆ। ਸ਼ਾਮ ਪੈਣ ਤੇ ਉਹ ਇੱਕ ਜੰਗਲ ਵਿੱਚ ਪਹੁੰਚਿਆ। ਅਚਾਨਕ ਉੱਥੇ ਇਤਨਾ ਜ਼ਬਰਦਸਤ ਮੀਂਹ ਤੇ ਹਨੇਰੀ ਆਈ ਕਿ ਵਪਾਰੀ ਆਪਣਾ ਰਾਹ ਭੁੱਲ ਗਿਆ। ਉਸਨੂੰ ਪਤਾ ਨਹੀਂ ਸੀ ਲੱਗਦਾ ਕਿ ਉਹ ਕਿੱਥੇ ਜਾਵੇ। ਹਾਲੇ ਉਹ ਸੋਚ ਹੀ ਰਿਹਾ ਸੀ ਕਿ ਦੂਰੋਂ ਕਿਸੇ ਦੇ ਗਾਉਣ ਦੀ ਬੜੀ ਮਿੱਠੀ ਤੇ ਸੁਰੀਲੀ ਆਵਾਜ਼ ਆਈ। ਦੂਰ ਦਰਖਤਾਂ ਵਿੱਚ ਇੱਕ ਨਿੱਕੀ ਜਿਹੀ ਰੌਸ਼ਨੀ ਦਿਸੀ। ਰੌਸ਼ਨੀ ਵੱਡੀ ਹੁੰਦੀ ਗਈ। ਜਦੋਂ ਅਲੋਪ ਹੋਈ ਤਾਂ ਉਸ ਥਾਂ ਤੇ ਇੱਕ ਬੜਾ ਵੱਡਾ ਤੂਫਾਨ ਤੇ ਆਲੀਸ਼ਾਨ ਕਿਲ੍ਹਾ ਦਿਖਾਈ ਦਿੱਤਾ, ਜਿਸ ਦੇ ਬੂਹੇ ਤੇ ਲਿਖਿਆ ਸੀ, ਜੀ ਆਇਆਂ ਨੂੰ। ਉਸਦੇ ਦਰਵਾਜ਼ੇ ਚੌੜ ਚੁਪੱਟ ਖੁੱਲ੍ਹੇ ਸਨ। ਵਪਾਰੀ ਸਿੱਧਾ ਅੰਦਰ ਚਲਾ ਗਿਆ। ਜਦੋਂ ਘੋੜੇ ਤੋਂ ਉਤਰਿਆ ਤਾਂ ਉਸਦਾ ਘੋੜਾ ਆਪਣੇ ਆਪ ਅਸਤਬਲ ਵੱਲ ਭੱਜ ਗਿਆ। ਵਪਾਰੀ ਉਹਦੇ ਪਿੱਛੇ ਪਿੱਛੇ ਗਿਆ ਤੇ ਕੀ ਵੇਖਦਾ ਹੈ ਕਿ ਘੋੜੇ ਦੀ ਖੁਰਲੀ ਵਿੱਚ ਬਿਲਕੁਲ ਤਾਜ਼ੇ ਪੱਠੇ ਪਏ ਹੋਏ ਹਨ ਤੇ ਘੋੜਾ ਖੂਬ ਆਨੰਦ ਨਾਲ ਛਕ ਰਿਹਾ ਹੈ। ਪਰ ਘੋੜੇ ਤੋਂ ਸਿਵਾ ਉੱਥੇ ਕੋਈ ਹੋਰ ਆਦਮੀ ਨਾ ਆਦਮੀ ਦੀ ਜਾਤ ਹੈ। ਵਪਾਰੀ ਹੈਰਾਨ ਹੋ ਕੇ ਮਕਾਨ ਦੇ ਵਿਹੜੇ ਵੱਲ ਗਿਆ, ਜਿੱਥੇ ਇੱਕ ਪਾਸੇ ਇੱਕ ਵੱਡਾ ਸਾਰਾ ਹਾਲ ਕਮਰਾ ਸੀ। ਉਹ ਜਦ ਉਹਦੇ ਕੋਲੋਂ ਲੰਘਿਆ, ਉਹਦਾ ਬੂਹਾ ਇੱਕਦਮ ਆਪਣੇ ਆਪ ਖੁੱਲ੍ਹ ਗਿਆ। ਉਸ ਕਮਰੇ ਵਿੱਚ ਅੰਗੀਠੀ ਸੀ, ਜਿਸ ਵਿੱਚ ਅੱਗ ਬਲ ਰਹੀ ਸੀ। ਉਹ ਕਮਰੇ ਅੰਦਰ ਗਿਆ, ਪਰ ਉਸਨੇ ਡਰ ਦੇ ਮਾਰੇ ਕਿਸੇ ਚੀਜ਼ ਨੂੰ ਹੱਥ ਨਾ ਲਾਇਆ। ਅਚਾਨਕ ਉਹਦੇ ਕੰਨ ਬੜੀ ਸੁਰੀਲੀ ਆਵਾਜ਼ ਆਈ। ਉਹ ਇਹ ਸੀ, ਅੱਜ ਰਾਤ ਪ੍ਰਾਹੁਣਾ ਤੂੰ ਹੈ ਇਸ ਘਰ, ਜੋ ਚੀਜ਼ ਚਾਹੇ ਵਰਤ ਲੈ, ਤੂੰ ਜ਼ਰਾ ਨਾ ਡਰ। ਇਹ ਸੁਣ ਕੇ ਉਸਦਾ ਡਰ ਕੁਝ ਘਟ ਗਿਆ। ਉਸਨੇ ਗੁਸਲਖਾਨੇ ਵਿੱਚ ਜਾ ਕੇ ਇਸ਼ਨਾਨ ਕੀਤਾ ਤੇ ਉੱਥੇ ਪਏ ਕੱਪੜੇ ਪਾ ਕੇ ਉਹ ਲਾਗੇ ਹੀ ਖਾਣ ਵਾਲੇ ਕਮਰੇ ਵਿੱਚ ਪਹੁੰਚ ਗਿਆ। ਉੱਥੇ ਬੜੀ ਵੱਡੀ ਪਲੇਟ ਵਿੱਚ ਮੇਜ਼ ਖਾਣੇ ਨਾਲ ਸਜੀ ਹੋਈ ਸੀ, ਜਿਸ ਵਿੱਚ ਲਪਟਾਂ ਆ ਰਹੀਆਂ ਸਨ। ਜਿਉਂ ਇੱਕ ਚੀਜ਼ ਖਾ ਲੈਂਦਾ ਸੀ ਤਾਂ ਖਾਲੀ ਪਲੇਟ ਉਹਦੇ ਸਾਹਮਣੇ ਗਾਇਬ ਹੋ ਜਾਂਦੀ ਸੀ। ਉਹ ਵੇਖ ਕੇ ਨਾ ਕੇਵਲ ਹੈਰਾਨ ਹੋਇਆ, ਸਗੋਂ ਸਹਿਮ ਵੀ ਗਿਆ। ਜਦੋਂ ਉਸਨੇ ਪੇਟ ਭਰ ਕੇ ਖਾ ਲਿਆ ਤਾਂ ਲਾਗਿਓ ਹੀ ਆਪਣੇ ਆਪ ਇੱਕ ਹੋਰ ਦਰਵਾਜ਼ਾ ਖੁੱਲ੍ਹਿਆ ਜੋ ਸੌਣ ਵਾਲੇ ਕਮਰੇ ਵਿੱਚ ਜਾਂਦਾ ਸੀ। ਉਹ ਉੱਥੇ ਰਾਤ ਦੀ ਪ੍ਰਾਰਥਨਾ ਕਰਕੇ ਇੱਕ ਨਿੱਘੇ ਜਿਹੇ ਬਿਸਤਰੇ ਵਿੱਚ ਸੌਂ ਗਿਆ। ਸਵੇਰੇ ਸਵੇਰੇ ਉਹ ਉੱਠਿਆ ਤੇ ਨਾਸ਼ਤਾ ਕਰਕੇ ਬਾਹਰ ਬਾਗ ਵਿੱਚ ਟਹਿਲਣ ਲਈ ਗਿਆ। ਉੱਥੇ ਗੁਲਾਬ ਦੇ ਬੜੇ ਸੁੰਦਰ ਫੁੱਲ ਉੱਗੇ ਹੋਏ ਸਨ। ਉਹਨਾਂ ਵਿੱਚੋਂ ਵਪਾਰੀ ਨੇ ਇੱਕ ਫੁੱਲ ਆਪਣੀ ਲੜਕੀ ਲਈ ਤੋੜ ਲਿਆ, ਪਰ ਉਹ ਟੁੱਟਦੇ ਸਾਰ ਹੀ ਮੁਰਝਾ ਗਿਆ ਤੇ ਉਸੇ ਵੇਲੇ ਇੱਕ ਬੜੇ ਡਰਾਉਣੇ ਸ਼ੇਰ ਵਾਲੀ ਮੂੰਹ ਵਾਲੇ ਆਦਮੀ ਨੇ ਉਹਨੂੰ ਧੋਣੋਂ ਆ ਫੜਿਆ
ਤੇ ਉਹਨੂੰ ਕਹਿਣ ਲੱਗਿਆ, ਓਏ ਤੇ ਮੇਰੀ ਬਾਣੀ ਇਹ ਫਲ ਦੇ ਰਿਹਾ, ਮੈਂ ਤੇਰੀ ਕੀ ਸੇਵਾ ਕਰਾਂ, ਹਾਜ਼ਰ ਕੀਤਾ, ਤੂੰ ਮੇਰੇ ਇੱਥੇ ਫੁੱਲ ਚੜਾ ਕੇ ਲੈ ਚੱਲਿਆ। ਵਪਾਰੀ ਨੇ ਉੱਤਰ ਦਿੱਤਾ, ਹਜ਼ੂਰ ਮੈਨੂੰ ਮਾफ़ ਕਰੋ। ਸ਼ੇਰ ਨੇ ਅੱਗੋਂ ਕੜ ਕੇ ਕਿਹਾ, ਤੈਨੂੰ ਦਿਸਦਾ ਨਹੀਂ ਮੈਂ ਜਾਨਵਰ ਹਾਂ, ਮੈਨੂੰ ਹਜ਼ੂਰ ਨਾ ਕਹਿ, ਮੈਨੂੰ ਜਾਨਵਰ ਕਹਿ ਕੇ ਸੱਦ। ਵਪਾਰੀ ਨੇ ਡਰਦਿਆਂ ਡਰਦਿਆਂ ਉੱਤਰ ਦਿੱਤਾ, ਹੇ ਜਾਨਵਰ ਮੈਨੂੰ ਮਾफ़ ਕਰੋ, ਤੁਹਾਨੂੰ ਨੁਕਸਾਨ ਪਹੁੰਚਾਉਣ ਦਾ ਮੇਰਾ ਕੋਈ ਖਿਆਲ ਨਹੀਂ ਸੀ। ਸ਼ੇਰ ਨੇ ਫਿਰ ਕੜ ਕੇ ਕਿਹਾ, ਇਹ ਫੁੱਲ ਤੇਰੇ ਨਹੀਂ, ਦੱਸ ਤੂੰ ਤੋੜੇ ਕਿਉਂ ਨੇ। ਵਪਾਰੀ ਨੇ ਉੱਤਰ ਦਿੱਤਾ, ਇਹ ਤਾਂ ਮੈਂ ਦੱਸ ਨਹੀਂ ਸਕਦਾ ਕਿ ਕਿਉਂ ਤੋੜੇ ਨੇ। ਸ਼ੇਰ ਨੇ ਫਿਰ ਗਰਜ ਕੇ ਕਿਹਾ, ਜੇਕਰ ਤੂੰ ਨਹੀਂ ਦੱਸ ਸਕਦਾ ਤਾਂ ਤੂੰ ਮਰਨ ਲਈ ਤਿਆਰ ਹੋ ਜਾ। ਵਪਾਰੀ ਨੇ ਸਿਰ ਝੁਕਾ ਕੇ ਉੱਤਰ ਦਿੱਤਾ, ਮੇਰਾ ਸਿਰ ਹਾਜ਼ਰ ਹੈ। ਇਸ 'ਤੇ ਸ਼ੇਰ ਦਾ ਗੁੱਸਾ ਕੁਝ ਠੰਡਾ ਹੋਇਆ ਤੇ ਉਸਨੇ ਕਿਹਾ, ਮੈਨੂੰ ਪਤਾ ਹੈ ਕਿ ਇਹ ਫੁੱਲ ਤੂੰ ਆਪਣੀ ਲੜਕੀ ਲਈ ਲਿਜਾ ਰਿਹਾ ਹੈ। ਅੱਛਾ, ਮੈਂ ਤੇਰੀ ਜਾਨ ਬਖਸ਼ੀ ਕਰਦਾ ਹਾਂ, ਪਰ ਇਸ ਸ਼ਰਤ 'ਤੇ ਕਿ ਤੂੰ 1 ਹਫ਼ਤੇ ਦੇ ਅੰਦਰ ਅੰਦਰ ਮੁੜ ਆਈ ਜਾਂ ਆਪਣੀ ਥਾਂ ਕਿਸੇ ਹੋਰ ਨੂੰ ਭੇਜ ਦੇਵੀਂ। ਜੇ ਤੂੰ 1 ਫੁੱਲ ਲੈਣਾ ਚਾਹਵੇ ਤਾਂ ਲੈ ਕੇ ਜਾ ਸਕਦਾ ਹੈ। ਵਪਾਰੀ ਨੇ 1 ਫੁੱਲ ਲਿਆ ਤੇ ਉਹ ਸਿੱਧਾ ਅਸਤਬਲ ਵਿੱਚ ਜਾ ਕੇ ਘੋੜੇ 'ਤੇ ਚੜ੍ਹ ਗਿਆ ਤੇ ਵਾਪਸੀ ਸਫ਼ਰ 'ਤੇ ਤੁਰ ਪਿਆ। ਘਰ ਪਹੁੰਚਦਿਆਂ ਹੀ ਉਸਨੂੰ ਸੁੰਦਰੀ ਨੂੰ ਦੂਰੋਂ ਵੇਖ ਲਿਆ ਤੇ ਉਹ ਨੱਸੀ ਨੱਸੀ ਆ ਕੇ ਆਪਣੇ ਪਿਤਾ ਨੂੰ ਗਲੇ ਮਿਲੀ। ਉਹਦੇ ਪਿਤਾ ਨੇ ਉਸਨੂੰ ਗੁਲਾਬ ਦਾ ਫੁੱਲ ਦਿੱਤਾ। ਸੁੰਦਰੀ ਇਹ ਵੇਖ ਕੇ ਬੜੀ ਹੈਰਾਨ ਹੋਈ ਕਿ ਉਹਦੇ ਛੂਹਣ ਨਾਲ ਕੁਮਲਾਇਆ ਹੋਇਆ ਫੁੱਲ ਫੇਰ ਖਿੜ ਗਿਆ ਹੈ। ਉਹ ਆਪਣੇ ਪਿਤਾ ਨੂੰ ਇਸ ਦਾ ਕਾਰਨ ਪੁੱਛਣ ਲੱਗੀ। ਉਹਦੇ ਪਿਤਾ ਨੇ ਘਰ ਜਾ ਕੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸਾਰੀ ਕਹਾਣੀ ਸੁਣਾਈ ਤੇ ਕਿਹਾ ਕਿ ਸ਼ੇਰ ਨੇ ਉਸਨੂੰ ਵਾਪਸ ਆਉਣ ਲਈ ਹੁਕਮ ਦਿੱਤਾ ਹੈ। ਸੁੰਦਰੀ ਨੇ ਉੱਤਰ ਦਿੱਤਾ, ਤੁਸੀਂ ਵਾਪਸ ਬਿਲਕੁਲ ਨਾ ਜਾਣਾ, ਤੁਸੀਂ ਫੁੱਲ ਮੇਰੇ ਲਈ ਲਿਆਂਦਾ ਹੈ, ਇਸ ਲਈ ਮੇਰਾ ਹੱਕ ਬਣਦਾ ਹੈ ਕਿ ਮੈਂ ਸ਼ੇਰ ਵੱਲ ਜਾਵਾਂ। ਵਪਾਰੀ ਨੇ ਕਿਹਾ, ਬੇਟਾ ਤੂੰ ਨਿੱਕੀ ਜਿਹੀ ਲੜਕੀ ਹੈ ਤੇ ਖਤਰੇ ਵਾਲੀ ਗੱਲ ਹੈ। ਸੁੰਦਰੀ ਨੇ ਅੱਗੋਂ ਜਵਾਬ ਦਿੱਤਾ, ਤੁਸੀਂ ਰਤਾ ਫਿਕਰ ਨਾ ਕਰੋ, ਤੁਹਾਡੀ ਜ਼ਿੰਦਗੀ ਮੇਰੀ ਜ਼ਿੰਦਗੀ ਨਾਲੋਂ ਜ਼ਿਆਦਾ ਕੀਮਤੀ ਹੈ। ਹਾਲੀ ਉਹ ਇਹ ਗੱਲਾਂ ਕਰ ਰਹੇ ਸਨ ਕਿ ਸੁੰਦਰੀ ਦੀਆਂ ਦੋਵੇਂ ਭੈਣਾਂ ਭੱਜੀਆਂ ਭੱਜੀਆਂ ਅੰਦਰ ਆਈਆਂ ਤੇ ਕਹਿਣ ਲੱਗੀਆਂ, ਕਿੱਥੇ ਨੇ ਸਾਡੇ ਗਹਿਣੇ ਕੱਪੜੇ। ਅੱਗੋਂ ਸੁੰਦਰੀ ਨੇ ਉੱਤਰ ਦਿੱਤਾ, ਪਿਤਾ ਜੀ ਬੜੇ ਉਦਾਸ ਨੇ, ਹਾਲੀ ਇਹਨਾਂ ਨੂੰ ਕੁਝ ਨਾ ਕਹੋ, ਜ਼ਰਾ ਸਬਰ ਕਰੋ, ਹੁਣੇ ਸਭ ਚੀਜ਼ਾਂ ਮਿਲ ਜਾਣਗੀਆਂ। ਇਹ ਕਹਿ ਕੇ ਉਹਨੇ ਆਪਣੇ ਪਿਤਾ ਦੀ ਉਦਾਸੀ ਦਾ ਸਾਰਾ ਕਾਰਨ ਦੱਸਿਆ। ਸਾਰੀ ਗੱਲਾਂ ਸੁਣਦਿਆਂ ਦੋਵੇਂ ਭੈਣਾਂ ਲਾਲ ਪੀਲੀਆਂ ਹੋ ਗਈਆਂ ਤੇ ਕਹਿਣ ਲੱਗੀਆਂ, ਤੇਰੇ ਗੁਲਾਬ ਦੇ ਫੁੱਲ ਨੇ ਇਹ ਸਾਰਾ ਯੱਬ ਪਾਇਆ ਹੈ, ਅਸੀਂ ਇਸ ਫੁੱਲ ਨੂੰ ਅੱਗ ਵਿੱਚ ਫੂਕ ਦੇਣਾ ਹੈ। ਇਹ ਕਹਿ ਕੇ ਦੋਵੇਂ ਝਪਟ ਕੇ ਫੁੱਲ 'ਤੇ ਪਈਆਂ, ਪਰ ਉਹ ਫੁੱਲ ਉਹਨਾਂ ਦੇ ਹੱਥ ਨਾ ਆਇਆ ਤੇ ਉੱਡ ਕੇ ਸੁੰਦਰੀ ਦੇ ਹੱਥ ਵਿੱਚ ਜਾ ਡਿੱਗਾ। ਇਹ ਵੇਖ ਕੇ ਦੋਵੇਂ ਭੈਣਾਂ ਹੱਕੀਆਂ ਬੱਕੀਆਂ ਰਹਿ ਗਈਆਂ। ਉਹ ਇਹਨਾਂ ਵੇਖ ਕੇ ਇਤਨਾ ਡਰੀਆਂ ਕਿ ਫਿਰ ਉਹਨਾਂ ਨੇ ਫੁੱਲ ਨੂੰ ਫੜਨ ਤੱਕ ਦਾ ਨਾਂ ਨਾ ਲਿਆ। ਇਸ ਤਰ੍ਹਾਂ 1 ਹਫ਼ਤਾ ਲੰਘ ਗਿਆ। ਇਕਰਾਰ ਅਨੁਸਾਰ ਸੁੰਦਰੀ ਅਤੇ ਉਸਦਾ ਪਿਤਾ ਸ਼ੇਰ ਦੇ ਮਹਿਲ ਵੱਲ ਤੁਰ ਪਏ। ਉਹਨਾਂ ਨੇ ਮਹਿਲ ਵਿੱਚ ਪਹੁੰਚਦਿਆਂ ਹੀ ਦਰਵਾਜ਼ੇ ਚੌੜ ਚਪਟ ਖੁੱਲ੍ਹ ਗਏ। ਉੱਥੇ ਇੱਕ ਕਮਰਾ ਖਾਸ ਸੁੰਦਰੀ ਲਈ ਸਜਾਇਆ ਗਿਆ ਸੀ। ਜਦੋਂ ਉੱਥੇ ਇੱਕ ਕੁਰਸੀ 'ਤੇ ਜਾ ਬੈਠੀ ਤਾਂ ਉੱਥੋਂ ਸੰਗੀਤ ਦੀ ਬੜੀ ਮਨਮੋਹਣੀ ਆਵਾਜ਼ ਆਈ, ਲੁੱਟ ਮੌਜ ਬਹਾਰਾਂ ਸਮਝ ਕੇ ਆਪਣਾ ਕਰ, ਜੋ ਮਨ ਵਿੱਚ ਆਵੇ ਜੋ ਦਿਲ ਚਾਹੇ ਕਰ। ਇਹ ਸੁਣ ਕੇ ਸੁੰਦਰੀ ਉੱਠੀ ਤੇ ਇਸ਼ਨਾਨ ਕਰਕੇ ਨਵੇਂ ਕੱਪੜੇ ਪਾਏ ਤੇ ਖਾਣ ਵਾਲੇ ਕਮਰੇ ਵਿੱਚ ਆਪਣੇ ਪਿਤਾ ਪਾਸ ਗਈ। ਉਹਨਾਂ ਨੇ ਖੂਬ ਖਾਧਾ। ਇਤਨੇ ਨੂੰ ਫੇਰ ਗਾਇਬ ਵਿੱਚੋਂ ਆਵਾਜ਼ ਆਈ, ਆ ਰਿਹਾ ਤੁਹਾਨੂੰ ਮਿਲਣ ਲਈ ਸ਼ੇਰ, ਹੁਣ ਉਸ ਕਰਨੀ ਰਤਾ ਨਹੀਂ ਦੇਰ। ਇਹ ਸੁਣ ਕੇ ਦੋਵੇਂ ਡਰ ਨਾਲ ਕੰਬਣ ਲੱਗ ਪਏ। ਉਸ ਵੇਲੇ ਦਰਵਾਜ਼ਾ ਖੁੱਲ੍ਹਿਆ ਤੇ ਸ਼ੇਰ ਅੰਦਰ ਦਾਖਲ ਹੋਇਆ। ਸੁੰਦਰੀ ਉਸਨੂੰ ਵੇਖ ਕੇ ਭੈਭੀਤ ਹੋ ਗਈ ਤੇ ਉਸਨੇ ਮੂੰਹ ਦੂਜੇ ਪਾਸੇ ਫੇਰ ਲਿਆ। ਸ਼ੇਰ ਨੇ ਅੰਦਰ ਵੜਦਿਆਂ ਹੀ ਵਪਾਰੀ ਨੂੰ ਕਿਹਾ, ਤੂੰ ਆਪਣਾ ਵਚਨ ਪੂਰਾ ਕੀਤਾ ਹੈ, ਇਸ ਲਈ ਸੁੰਦਰੀ ਇੱਥੇ ਨਿਧੜਕ ਹੋ ਕੇ ਖੂਬ ਮੌਜ ਵਿੱਚ ਰਹਿ ਸਕਦੀ ਹੈ, ਉਸਦੀ ਹਰ ਇੱਛਾ ਪੂਰੀ ਕੀਤੀ ਜਾਵੇਗੀ। ਇਹ ਕਹਿ ਕੇ ਸ਼ੇਰ ਉੱਥੋਂ ਚਲਾ ਗਿਆ। ਅਗਲੇ ਪਲਕ ਸਵੇਰੇ ਸਵੇਰੇ ਸੁੰਦਰੀ ਨੂੰ ਉੱਥੇ ਛੱਡ ਕੇ ਉਸਦਾ ਪਿਤਾ ਉੱਥੋਂ ਚਲਾ ਗਿਆ। ਪਹਿਲਾਂ ਸੁੰਦਰੀ ਆਪਣੇ ਆਪ ਨੂੰ ਇਕੱਲੀ ਵੇਖ ਕੇ ਬੜੀ ਉਦਾਸ ਹੋ ਗਈ, ਪਰ ਹੌਲੀ ਹੌਲੀ ਮਹਲ ਦੇ ਸੁੰਦਰ ਨਜ਼ਾਰੇ ਵੇਖ ਕੇ ਉਹਦਾ ਦਿਲ ਲੱਗ ਗਿਆ। ਉਸੇ ਤਲਾਬ ਵਿੱਚ ਸੁਨਹਿਰੀ ਮੱਛੀਆਂ ਲਿਸ਼ਕਾਂ ਮਾਰੀਆਂ ਸਨ। ਬਾਗਾਂ ਵਿੱਚ ਸੁੰਦਰ ਝਾੜੀਆਂ ਵਿੱਚ ਖਿੜੇ ਹੋਏ ਫੁੱਲ ਸਨ। ਬਾਗ ਦੀ ਇੱਕ ਝੀਲ ਵਿੱਚ ਇੱਕ ਕਿਸ਼ਤੀ ਸੀ ਜਿਹੜੀ ਆਪਣੇ ਆਪ ਚੱਲਦੀ ਸੀ। ਸੁੰਦਰੀ ਜੋ ਖਾਹਿਸ਼ ਦਿਲ ਵਿੱਚ ਕਰਦੀ ਸੀ ਉਸੇ ਵੇਲੇ ਪੂਰੀ ਹੋ ਜਾਂਦੀ ਸੀ। ਉੱਥੇ ਕੋਈ ਵੀ ਬੰਦਾ ਨਹੀਂ ਸੀ ਜਿਸ ਨਾਲ ਉਹ ਗੱਲ ਕਰ ਸਕੇ, ਇਸ ਲਈ ਉਹ ਬਹੁਤ ਉਦਾਸ ਹੋ ਗਈ। ਇੱਕ ਦਿਨ ਅਚਾਨਕ ਉਸਨੂੰ ਉਹੀ ਆਵਾਜ਼ ਆਈ, ਆ ਰਿਹਾ ਤੈਨੂੰ ਮਿਲਣ ਲਈ ਸ਼ੇਰ, ਹੁਣ ਉਸ ਕਰਨੀ ਰਤਾ ਨਾ ਦੇਰ। ਨਾਲ ਹੀ ਸ਼ੇਰ ਉਸਦੇ ਸਾਹਮਣੇ ਆ ਖੜਾ ਹੋਇਆ। ਸੁੰਦਰੀ ਉਸਨੂੰ ਵੇਖ ਕੇ ਕੰਬਣ ਲੱਗ ਪਈ ਤੇ ਅੱਖਾਂ ਨੀਵੀਆਂ ਪਾ ਲਈਆਂ। ਸ਼ੇਰ ਉਸਨੂੰ ਕਹਿਣ ਲੱਗਾ, ਤੂੰ ਮੈਥੋਂ ਕਿਉਂ ਡਰਦੀ ਹੈ, ਮੈਂ ਤੈਨੂੰ ਜ਼ਰਾ ਨੁਕਸਾਨ ਨਹੀਂ ਪਹੁੰਚਾਵਾਂਗਾ। ਇਹ ਸੁਣ ਕੇ ਸੁੰਦਰੀ ਦਾ ਡਰ ਦੂਰ ਹੋਇਆ। ਸ਼ੇਰ ਕਿੰਨਾ ਚਿਰ ਇਹ ਹੋਰ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਰਿਹਾ। ਉਹਦੀਆਂ ਗੱਲਾਂ ਸੁੰਦਰੀ ਨੂੰ ਇਤਨੀਆਂ ਚੰਗੀਆਂ ਲੱਗੀਆਂ ਕਿ ਜਦੋਂ ਸ਼ੇਰ ਜਾਣ ਲੱਗਾ ਤਾਂ ਸੁੰਦਰੀ ਨੂੰ ਬਹੁਤ ਅਫਸੋਸ ਹੋਇਆ। ਇਸ ਤਰ੍ਹਾਂ ਸ਼ੇਰ ਸੁੰਦਰੀ ਨੂੰ ਰੋਜ਼ ਮਿਲਣ ਲਈ ਆਉਂਦਾ ਤੇ ਉਹ ਦੋਵੇਂ ਗੂੜੀਆਂ ਗੱਲਾਂ ਕਰਦੇ ਰਹਿੰਦੇ। ਇਸ ਤਰ੍ਹਾਂ 6 ਮਹੀਨੇ ਹੋਰ ਲੰਘ ਗਏ। ਇੱਕ ਦਿਨ ਸ਼ੇਰ ਨੇ ਸੁੰਦਰੀ ਦਾ ਹੱਥ ਆਪਣੇ ਹੱਥ ਵਿੱਚ ਫੜ ਲਿਆ ਤੇ ਕਹਿਣ ਲੱਗਾ, ਸੁੰਦਰੀ ਤੂੰ ਮੇਰੇ ਨਾਲ ਵਿਆਹ ਕਰਾ ਲੈ। ਸੁੰਦਰੀ ਨੇ ਆਖਿਆ, ਨਹੀਂ, ਬਿਲਕੁਲ ਨਹੀਂ। ਇਹ ਸੁਣ ਕੇ ਸ਼ੇਰ ਦਾ ਦਿਲ ਟੁੱਟ ਗਿਆ ਤੇ ਉਹ ਬੜਾ ਉਦਾਸ ਹੋ ਕੇ ਉੱਥੋਂ ਚਲਾ ਗਿਆ। ਇਸ ਘਟਨਾ ਤੋਂ 2 ਦਿਨ ਬਾਅਦ ਵੀ ਸ਼ੇਰ ਸੁੰਦਰੀ ਨੂੰ ਮਿਲਣ ਨਾ ਆਇਆ। ਸੁੰਦਰੀ ਇਸ ਗੱਲ ਦਾ ਕਾਰਨ ਸੋਚ ਹੀ ਰਹੀ ਸੀਗੀ। ਅਚਨਚੇਤ ਸ਼ੇਰ ਵੀ ਉੱਥੇ ਆ ਪਹੁੰਚਿਆ ਤੇ ਕਿੰਨਾ ਚਿਰ ਤੱਕ ਗੱਪਾਂ ਮਾਰਦਾ ਰਿਹਾ। ਜਦੋਂ ਉਹ ਉੱਥੋਂ ਜਾਣ ਲੱਗਾ ਤਾਂ ਸੁੰਦਰੀ ਨੂੰ ਉਹਨੇ ਕਿਹਾ, ਸ਼ੇਰ ਕੀ ਤੂੰ ਕੱਲ੍ਹ ਵੀ ਆਵੇਂਗਾ? ਸ਼ੇਰ ਨੇ ਉੱਤਰ ਦਿੱਤਾ,
ਜੇਕਰ ਤੂੰ ਮੇਰੇ ਆਉਣ ਵਿੱਚ ਖੁਸ਼ ਹੈ ਤਾਂ ਮੈਂ ਆਵਾਂਗਾ। ਜਦੋਂ ਸ਼ੇਰ ਚਲਾ ਗਿਆ ਤਾਂ ਸੁੰਦਰੀ ਸੋਚਣ ਲੱਗੀ, ਇਹ ਸ਼ੇਰ ਬੜਾ ਨੇਕ ਦਿਲ ਹੈ, ਪਰ ਮੈਂ ਇਸ ਨਾਲ ਵਿਆਹ ਨਹੀਂ ਕਰਵਾ ਸਕਦੀ। ਇੱਕ ਦਿਨ ਸੁੰਦਰੀ ਆਪਣੇ ਪਿਤਾ ਤੇ ਭੈਣਾਂ ਦੀ ਯਾਦ ਸਤਾਉਣ ਲੱਗੀ ਤੇ ਉਹਨਾਂ ਨੂੰ ਵੇਖਣ ਲਈ ਉਸਦਾ ਬੜਾ ਦਿਲ ਕੀਤਾ। ਇਹ ਖਾਸ਼ ਕਰਦਿਆਂ ਹੀ ਉਸਨੇ ਸ਼ੀਸ਼ੇ ਵਿੱਚ, ਜਿਸ ਲਾਗੇ ਉਹ ਖੜੀ ਸੀ, ਆਪਣਾ ਪਿਤਾ ਮੰਜੇ ਤੇ ਸਖਤ ਬਿਮਾਰ ਪਿਆ ਵੇਖਿਆ। ਜਦੋਂ ਸ਼ੀਸ਼ੇ ਵਿੱਚ ਇਹ ਤਸਵੀਰ ਧੁੰਦਲੀ ਹੋ ਗਈ ਤਾਂ ਉਸ ਵੇਲੇ ਸ਼ੇਰ ਕਮਰੇ ਅੰਦਰ ਦਾਖਲ ਹੋਇਆ ਤੇ ਕਹਿਣ ਲੱਗਾ, ਕੀ ਗੱਲ ਹੈ ਸੁੰਦਰੀ, ਤੂੰ ਉਦਾਸ ਕਿਉਂ ਹੈ? ਸੁੰਦਰੀ ਨੇ ਉੱਤਰ ਦਿੱਤਾ, ਮੈਂ ਹੁਣੇ ਸ਼ੀਸ਼ੇ ਵਿੱਚੋਂ ਆਪਣੇ ਪਿਤਾ ਨੂੰ ਵੇਖਿਆ ਹੈ, ਉਹ ਸਖਤ ਬਿਮਾਰ ਹੈ। ਸ਼ੇਰ ਨੇ ਪੁੱਛਿਆ, ਕੀ ਤੂੰ ਆਪਣੇ ਪਿਤਾ ਨੂੰ ਮਿਲਣਾ ਚਾਹੁੰਦੀ ਹੈ? ਸੁੰਦਰੀ ਨੇ ਉੱਤਰ ਦਿੱਤਾ, ਹਾਂ, ਮੈਂ ਫਿਰ ਉਸ ਨੂੰ ਆਪਣੇ ਪਿਤਾ ਪਾਸ ਪਹੁੰਚਣਾ ਚਾਹੁੰਦੀ ਹਾਂ। ਸ਼ੇਰ ਨੇ ਉਸੇ ਵੇਲੇ ਬਾਗ ਵਿੱਚੋਂ ਇੱਕ ਫੁੱਲ ਲਿਆ ਕੇ ਉਸਨੂੰ ਦਿੱਤਾ ਤੇ ਕਹਿਣ ਲੱਗਾ, ਇਹ ਉਹੀ ਫੁੱਲ ਹੈ ਜਿਹੜਾ ਤੇਰਾ ਪਿਤਾ ਇੱਥੋਂ ਤੋੜ ਕੇ ਲੈ ਗਿਆ ਸੀ। ਜਿੰਨਾ ਤੱਕ ਤੇਰੇ ਪਾਸ ਹੈ, ਜੋ ਵੀ ਖਾਹਿਸ਼ ਤੂੰ ਮਨ ਵਿੱਚ ਕਰੇਂਗੀ ਉਹ ਪੂਰੀ ਹੁੰਦੀ ਜਾਵੇਗੀ। ਪਰ ਇੱਕ ਖਿਆਲ ਰੱਖੀ, ਬਹੁਤ ਚਿਰ ਲਈ ਮੇਰੇ ਕੋਲੋਂ ਦੂਰ ਨਾ ਰਹੀ, ਨਹੀਂ ਤਾਂ ਮੈਂ ਉਦਾਸ ਹੋ ਜਾਵਾਂਗਾ। ਸੁੰਦਰੀ ਨੇ ਉੱਤਰ ਦਿੱਤਾ, ਕੋਈ ਫਿਕਰ ਨਾ ਕਰ, ਮੈਂ ਜਲਦੀ ਆ ਜਾਵਾਂਗੀ। ਸੁੰਦਰੀ ਆਪਣੇ ਪਿਤਾ ਕੋਲ ਜਾਣ ਦੀ ਖਾਹਿਸ਼ ਕਰਦਿਆਂ ਹੀ ਆਪਣੇ ਘਰ ਪਹੁੰਚ ਗਈ। ਬੂਹੇ ਸਾਹਮਣੇ ਉਸਦੀ ਭੈਣ ਮਿਲੀ, ਜੋ ਸੁੰਦਰੀ ਨੂੰ ਵੇਖ ਕੇ ਕਹਿਣ ਲੱਗੀ, ਸੁੰਦਰੀ ਤੂੰ ਠੀਕ ਸਮੇਂ ਤੇ ਆਈ ਹੈ, ਤੇਰੇ ਵਿਛੋੜੇ ਵਿੱਚ ਪਿਤਾ ਜੀ ਸਖਤ ਬਿਮਾਰ ਹੋ ਗਏ ਨੇ। ਸੁੰਦਰੀ ਸਿੱਧਾ ਉਸ ਕਮਰੇ ਵੱਲ ਗਈ ਜਿੱਥੇ ਪਿਤਾ ਉਸਦਾ ਬਿਮਾਰ ਪਿਆ ਸੀ। ਸੁੰਦਰੀ ਨੂੰ ਵੇਖਦੇ ਸਾਰੇ ਉਸਦੇ ਪਿਤਾ ਦਾ ਮਨ ਟਿਕਾਣੇ ਆ ਗਿਆ ਤੇ ਉਹ 2-4 ਦਿਨ ਵਿੱਚ ਰਾਜ਼ੀ ਹੋ ਗਿਆ। ਸੁੰਦਰੀ ਨੇ ਆਪਣੇ ਪਿਤਾ ਤੇ ਭੈਣਾਂ ਨੂੰ ਜੋ ਕੁਝ ਸ਼ੇਰ ਦੇ ਮਹੱਲ ਵਿੱਚ ਉਸ 'ਤੇ ਵਾਪਰੀ ਸਭ ਕਹਿ ਸੁਣਾਈ। ਇਹ ਸਭ ਕੁਝ ਸੁਣ ਕੇ ਉਸਦੀਆਂ ਭੈਣਾਂ ਬੜੀਆਂ ਹੈਰਾਨ ਹੋਈਆਂ। ਉਹਦੀ ਵੱਡੀ ਭੈਣ ਦੇ ਦਿਲ ਵਿੱਚ ਮਹੱਲ ਨੂੰ ਵੇਖਣ ਲਈ ਪ੍ਰਬਲ ਇੱਛਾ ਪੈਦਾ ਹੋਈ। ਉਹਨੇ ਸੁੰਦਰੀ ਕੋਲੋਂ ਗੁਲਾਬ ਦਾ ਫੁੱਲ ਲਿਆ ਤੇ ਮਨ ਵਿੱਚ ਆਪਣੀ ਇੱਛਾ ਦੁਹਰਾਈ। ਗੁਲਾਬ ਦਾ ਫੁੱਲ ਉਸ ਵੇਲੇ ਕੁਮਲਾ ਗਿਆ ਤੇ ਮਹੱਲ ਵਿੱਚ ਲੈ ਜਾਣ ਦੀ ਥਾਂ ਉਹਨੂੰ ਜਾ ਸੂਰਾਂ ਦੇ ਇੱਜੜ ਵਿੱਚ ਸੁੱਟਿਆ। ਸੁੰਦਰੀ ਉਹਨਾਂ ਸੂਰਾਂ ਕੋਲੋਂ ਬੜੀ ਮੁਸ਼ਕਿਲ ਨਾਲ ਪਿੱਛਾ ਛੁਡਾ ਕੇ ਆਪਣੀ ਝੁੱਗੀ ਵੱਲ ਦੌੜ ਆਈ, ਪਰ ਗੁਲਾਬ ਦਾ ਫੁੱਲ ਉੱਥੇ ਹੀ ਡਿੱਗਾ ਰਹਿ ਗਿਆ। ਅਗਲੇ ਦਿਨ ਸੁੰਦਰੀ ਨੂੰ ਫੁੱਲ ਦੇ ਗੁੰਮ ਹੋਣ ਦਾ ਪਤਾ ਲੱਗਾ। ਉਹ ਵਿਚਾਰੀ ਘਬਰਾ ਗਈ ਤੇ ਲੱਗੀ ਇੱਧਰ ਉੱਧਰ ਫੁੱਲ ਦੀ ਤਲਾਸ਼ ਕਰਨ। ਲੱਭਦੇ ਲੱਭਦੇ ਉਹ ਉਸਨੂੰ ਆਖਰ ਚੌਥੇ ਦਿਨ ਇੱਕ ਰੂੜੀ ਦੇ ਢੇਰ ਤੇ ਪਿਆ ਮਿਲਿਆ। ਉਸਨੇ ਗੁਲਾਬ ਦੇ ਫੁੱਲ ਨੂੰ ਵੇਖਦਿਆਂ ਹੀ ਇਹ ਖਾਹਿਸ਼ ਜ਼ਾਹਰ ਕੀਤੀ ਕਿ ਉਹ ਸ਼ੇਰ ਦੇ ਮਹੱਲ ਵਿੱਚ ਜਾਣਾ ਚਾਹੁੰਦੀ ਹੈ। ਉਹ ਫੌਰਨ ਮਹੱਲ ਵਿੱਚ ਪਹੁੰਚ ਗਈ। ਉੱਥੇ ਉਹ ਸਾਰਾ ਦਿਨ ਉਡੀਕਦੀ ਰਹੀ, ਪਰ ਸ਼ੇਰ ਕਿਤੇ ਵੀ ਨਜ਼ਰ ਨਾ ਆਇਆ। ਰਾਤ ਵੀ ਉਡੀਕ ਵਿੱਚ ਲੰਘ ਗਈ। ਅਗਲੇ ਦਿਨ ਸਵੇਰੇ ਉਹਨੇ ਗੁਲਾਬ ਦਾ ਫੁੱਲ ਹੱਥ ਵਿੱਚ ਲੈ ਕੇ ਸ਼ੇਰ ਨੂੰ ਵੇਖਣ ਦੀ ਖਾਹਿਸ਼ ਮਨ ਵਿੱਚ ਧਾਰੀ। ਉਹ ਇੱਕ ਪਲ ਵਿੱਚ ਬਾਗ ਦੇ ਕੋਨੇ ਵਿੱਚ ਪਹੁੰਚ ਗਈ ਜਿੱਥੇ ਸ਼ੇਰ ਬਿਲਕੁਲ ਨਿਢਾਲ ਪਿਆ ਹੋਇਆ ਸੀ। ਉਹ ਸੁੰਦਰੀ ਨੂੰ ਵੇਖਦਿਆਂ ਹੀ ਬੋਲਿਆ, ਸੁੰਦਰੀ ਤੂੰ ਇਹ 1 ਹਫ਼ਤੇ ਤੋਂ ਵੱਧ ਕਿਉਂ ਗਾਇਬ ਰਹੀ ਹੈ? ਮੈਂ ਤੇਰੇ ਬਿਨਾਂ ਜਿਉਂਦਾ ਨਹੀਂ ਰਹਿ ਸਕਦਾ। ਹੁਣ ਮੇਰੇ ਅੰਤਲੇ ਸਵਾਸ ਨੇੜੇ ਹਨ। ਸੁੰਦਰੀ ਨੇ ਘਬਰਾ ਕੇ ਕਿਹਾ, ਪਿਆਰੇ ਸ਼ੇਰ, ਤੂੰ ਆਪਣੇ ਸਵਾਸ ਨਾ ਤਿਆਗ, ਦੱਸ ਮੈਂ ਤੈਨੂੰ ਬਚਾਉਣ ਲਈ ਕੀ ਕਰ ਸਕਦੀ ਹਾਂ? ਸ਼ੇਰ ਨੇ ਉੱਤਰ ਦਿੱਤਾ, ਕਿ ਤੂੰ ਮੇਰੇ ਨਾਲ ਵਿਆਹ ਕਰੇਂਗੀ? ਸੁੰਦਰੀ ਨੇ ਉੱਤਰ ਦਿੱਤਾ, ਹਾਂ ਪਿਆਰੇ ਸ਼ੇਰ, ਤੈਨੂੰ ਬਚਾਉਣ ਦੀ ਖਾਤਰ ਮੈਂ ਸਭ ਕੁਝ ਕਰ ਸਕਦੀ ਹਾਂ। ਸੁੰਦਰੀ ਦੇ ਮੂੰਹੋਂ ਇਹ ਸ਼ਬਦ ਨਿਕਲਣ ਦੀ ਦੇਰ ਸੀ ਕਿ ਸ਼ੇਰ ਉੱਥੋਂ ਗਾਇਬ ਹੋ ਗਿਆ ਤੇ ਉਹਦੀ ਥਾਂ ਇੱਕ ਬੜਾ ਹੀ ਸਜੀਲਾ ਤੇ ਸੁੰਦਰ ਸ਼ਹਿਜ਼ਾਦਾ ਸਾਹਮਣੇ ਆ ਖੜਾ ਹੋਇਆ। ਉਹ ਕਹਿਣ ਲੱਗਾ, ਮੈਂ ਇੱਕ ਸ਼ਹਿਜ਼ਾਦਾ ਹਾਂ। ਮੇਰੀ ਸੁੰਦਰਤਾ ਤੇ ਇੱਕ ਡੈਣ ਮੋਹਿਤ ਹੋ ਗਈ ਸੀ। ਉਹਨੇ ਮੇਰੇ ਨਾਲ ਵਿਆਹ ਕਰਾਉਣਾ ਚਾਹਿਆ, ਪਰ ਜਦ ਮੈਂ ਉਸਦੀ ਗੱਲ ਨਾ ਮੰਨੀ ਤਾਂ ਉਸਨੇ ਗੁੱਸੇ ਵਿੱਚ ਆ ਕੇ ਆਪਣੇ ਜਾਦੂ ਦੇ ਜ਼ੋਰ ਨਾਲ ਮੈਨੂੰ ਇੱਕ ਬਦਸ਼ਕਲ ਸ਼ੇਰ ਬਣਾ ਕੇ ਇਸ ਜਾਦੂ ਦੇ ਮਹੱਲ ਵਿੱਚ ਕੈਦ ਕਰ ਦਿੱਤਾ। ਮੈਂ ਆਪਣੀ ਕਿਸਮਤ ਤੇ ਬੜਾ ਰੋਇਆ। ਮੈਨੂੰ ਰੋਂਦੇ ਨੂੰ ਵੇਖ ਕੇ ਇੱਕ ਨੇਰਕ ਪਰੀ ਨੂੰ ਮੇਰੇ ਤੇ ਤਰਸ ਆ ਗਿਆ। ਉਹਨੇ ਮੈਨੂੰ ਇੱਕ ਗੁਲਾਬ ਦਾ ਫੁੱਲ ਦਿੱਤਾ ਤੇ ਜੋ ਮੈਂ ਆਪਣੇ ਬਾਗ ਵਿੱਚ ਲਾ ਦਿੱਤਾ। ਉਹਨੇ ਮੈਨੂੰ ਕਿਹਾ ਕਿ ਜਦ ਕੋਈ ਤੇਰੀ ਬਦਸ਼ਕਲ ਸੂਰਤ ਦੀ ਪਰਵਾਹ ਨਾ ਕਰਦਿਆਂ ਹੋਇਆ ਤੇਰੇ ਨਾਲ ਕੋਈ ਪਿਆਰ ਕਰੇਗਾ ਤਾਂ ਉਹ ਤੋਂ ਮੁੜ ਮਨੁੱਖੀ ਰੂਪ ਧਾਰਨ ਕਰ ਲਵੇਗਾ। ਤੂੰ ਇਸ ਮਨਸ਼ੇ ਵਿੱਚ ਤਦ ਹੀ ਸਫਲ ਹੋਏਗਾ ਜੇ ਤੂੰ ਹਰ ਆਏ ਗਏ ਦੀ ਚੰਗੀ ਤਰ੍ਹਾਂ ਆਓ ਭਗਤ ਕਰੇਗਾ। ਸਮਾਂ ਪਾ ਕੇ ਤੇਰਾ ਪਿਤਾ ਗੁਲਾਬ ਦੇ ਫੁੱਲ ਦੀ ਭਾਲ ਵਿੱਚ ਇੱਥੇ ਪਹੁੰਚਿਆ। ਫਿਰ ਤੂੰ ਇਸ ਜਾਦੂ ਦੇ ਫੁੱਲ ਦੀ ਮਦਦ ਨਾਲ ਮੇਰੇ ਮਹੱਲ ਵਿੱਚ ਆਈ ਤੇ ਮੇਰੀ ਸ਼ਕਲ ਦੀ ਪਰਵਾਹ ਨਾ ਕਰਦਿਆਂ ਹੋਇਆਂ ਮੇਰੇ ਨਾਲ ਵਿਆਹ ਦਾ ਇਕਰਾਰ ਕੀਤਾ। ਇਸ ਨਾਲ ਡੈਣ ਦੇ ਜਾਦੂ ਦਾ ਅਸਰ ਜਾਂਦਾ ਰਿਹਾ ਤੇ ਮੁੜ ਮੈਂ ਆਪਣੇ ਅਸਲੀ ਰੂਪ ਵਿੱਚ ਆ ਗਿਆ ਹਾਂ। ਇਸ ਘਟਨਾ ਤੋਂ ਜਲਦੀ ਹੀ ਪਿੱਛੋਂ ਦੋਹਾਂ ਦਾ ਵਿਆਹ ਹੋ ਗਿਆ ਤੇ ਉਹ ਖੁਸ਼ੀ-ਖੁਸ਼ੀ ਰਹਿਣ ਲੱਗ ਪਏ। ਰਪੁੰਜ਼ਲ। ਬੜਾ ਚਿਰ ਹੋਇਆ ਕਿਸੇ ਪਿੰਡ ਵਿੱਚ ਇੱਕ ਗਰੀਬ ਕਿਸਾਨ ਤੇ ਉਸਦੀ ਵਹੁਟੀ ਰਹਿੰਦੇ ਸਨ। ਉਹਨਾਂ ਦਾ ਵਿਆਹ ਹੋਇਆ ਕਿੰਨਾ ਚਿਰ ਹੋ ਗਿਆ ਸੀ, ਪਰ ਉਹਨਾਂ ਦੇ ਘਰ ਕੋਈ ਔਲਾਦ ਨਹੀਂ ਸੀ ਹੋਈ। ਉਹ ਔਲਾਦ ਨੂੰ ਬੜਾ ਤਰਸਦੇ ਸਨ। ਆਖਰ ਰੱਬ ਨੇ ਉਹਨਾਂ ਦੀ ਸੁਣ ਲਈ ਤੇ ਖੁਸ਼ੀ ਦੀ ਖਬਰ ਕਿਸਾਨ ਦੀ ਵਹੁਟੀ ਨੇ ਕਿਸਾਨ ਨੂੰ ਦੱਸੀ। ਕਿਸਾਨ ਇਹ ਸੁਣ ਕੇ ਬੜਾ ਖੁਸ਼ ਹੋਇਆ ਤੇ ਆਪਣੀ ਵਹੁਟੀ ਨੂੰ ਕਹਿਣ ਲੱਗਾ ਕਿ ਮੈਂ ਤੈਨੂੰ ਮੂੰਹ ਮੰਗੀ ਚੀਜ਼ ਲਿਆ ਕੇ ਦੇਣ ਨੂੰ ਤਿਆਰ ਹਾਂ, ਦੱਸ ਤੈਨੂੰ ਕੀ ਚਾਹੀਦਾ ਹੈ? ਕਿਸਾਨ ਦੀ ਵਹੁਟੀ ਨੇ ਉੱਤਰ ਦਿੱਤਾ, ਸਾਡੀ ਗੁਆਂਢਣ ਦੇ ਘਰ ਬੜੇ ਲਾਲ ਸੂਏ ਸੇਬ ਲੱਗੇ ਹੋਏ ਨੇ, ਮੇਰਾ ਉਹਨਾਂ ਨੂੰ ਖਾਣ 'ਤੇ ਬੜਾ ਜੀਅ ਕਰਦਾ ਹੈ, ਮੈਨੂੰ ਉਹ ਲਿਆ ਦਿਓ। ਇਹ ਸੁਣ ਕੇ ਕਿਸਾਨ ਕਹਿਣ ਲੱਗਾ, ਸਾਡੀ ਗੁਆਂਢਣ ਇੱਕ ਬੜੀ ਨਿਰਦਈ ਡੈਣ ਹੈ, ਉਹਦੇ ਬਾਗ ਵਿੱਚੋਂ ਸੇਬ ਲੈ ਕੇ ਜੱਬ ਪਾਉਣਾ ਹੈ। ਇਹ ਸੁਣ ਕੇ ਉਹਦੀ ਵਹੁਟੀ ਨੇ ਕਿਹਾ, ਮੇਰਾ ਤਾਂ ਬਸ ਉਹਨਾਂ ਸੇਬਾਂ ਨੂੰ ਹੀ ਖਾਣ ਨੂੰ ਜੀਅ ਕਰਦਾ ਹੈ। ਹੁਣ ਤੁਹਾਡਾ ਇਕਰਾਰ ਕਿੱਥੇ ਗਿਆ? ਤੁਸੀਂ ਤਾਂ ਕਹਿੰਦੇ ਸੀ ਜੋ ਮੰਗਾਂਗੇ ਉਹ ਲਿਆ ਕੇ ਦਿਓਗੇ। ਚੰਗਾ, ਉਹਦਾ ਪਤੀ ਨੇ ਉੱਤਰ ਦਿੱਤਾ, ਕੁਝ ਵੀ ਹੋਵੇ ਮੈਂ ਤੈਨੂੰ ਉਹੀ ਸੇਬ ਲਿਆ ਕੇ ਦੇਵਾਂਗਾ। ਕਿਸਾਨ ਆਪਣੀ ਕੰਧ ਟੱਪ ਕੇ ਗੁਆਂਢਣ ਦੇ ਬਾਗ ਵਿੱਚ ਗਿਆ ਤੇ ਡੈਣ ਤੋਂ ਚੋਰੀ ਸੇਬ ਤੋੜਨ ਲੱਗਾ।
ਉਹ ਸੇਬ ਤੋੜ ਕੇ ਵਾਪਸ ਮੁੜਨ ਹੀ ਲੱਗਾ ਸੀ ਕਿ ਡੈਨ ਨੂੰ ਦੀ ਨਜ਼ਰ ਉਸ 'ਤੇ ਪੈ ਗਈ। ਕ੍ਰੋਧ ਤੇ ਘਿਰਨਾ ਨਾਲ ਅੱਖਾਂ ਲਾਲ ਕਰਕੇ ਉਹ ਕਿਸਾਨ ਨੂੰ ਕਹਿਣ ਲੱਗੀ, ਤੈਨੂੰ ਸ਼ਰਮ ਨਹੀਂ ਆਉਂਦੀ? ਤੂੰ ਮੇਰੇ ਬਾਗ ਵਿੱਚੋਂ ਚੋਰੀ ਸੇਬ ਤੋੜ ਕੇ ਲਿਆ ਜਾ ਰਿਹਾ ਹੈ। ਤੈਨੂੰ ਪਤਾ ਨਹੀਂ ਮੈਂ ਕਿੰਨੀ ਮਿਹਨਤ ਨਾਲ ਇਹ ਉਗਾਏ ਨੇ। ਅੱਗੋਂ ਸਹਿਮੇ ਹੋਏ ਕਿਸਾਨ ਨੇ ਕਿਹਾ, ਮਾਈ ਨਾਰਾਜ਼ ਨਾ ਹੋ, ਇਹ ਸੇਬ ਮੈਂ ਆਪਣੀ ਵਹੁਟੀ ਲਈ ਤੋੜੇ ਹਨ। ਚੰਗਾ, ਡੈਨ ਨੇ ਉੱਤਰ ਦਿੱਤਾ, ਜਿਹੜੇ ਸੇਬ ਤੋੜੇ ਹੀ ਲੈ ਜਾ, ਪਰ ਇੱਕ ਸ਼ਰਤ ਏ, ਉਹ ਸ਼ਰਤ ਹੈ ਕਿ ਤੂੰ ਆਪਣੇ ਘਰ ਔਲਾਦ ਹੁੰਦਿਆਂ ਸਾਰੀ ਹੀ ਉਹਨੂੰ ਮੇਰੇ ਹਵਾਲੇ ਕਰ ਦੇਵੀਂ। ਕਿਸਾਨ ਦੀ ਜਾਨ ਕੜਕੀ ਵਿੱਚ ਫਸੀ ਹੋਈ ਸੀ। ਉਸਨੇ ਡੈਨ ਕੋਲੋਂ ਪਿੱਛਾ ਛੁਡਾਉਣ ਲਈ ਕਹਿ ਦਿੱਤਾ, ਜਿਵੇਂ ਤੂੰ ਕਵੇਂਗੀ ਉਸੇ ਤਰ੍ਹਾਂ ਕਰ ਦੇਵਾਂਗੇ। ਕੁਝ ਸਮਾਂ ਬੀਤ ਗਿਆ। ਕਿਸਾਨ ਡੈਨ ਦੇ ਕੀਤੇ ਇਕਰਾਰ ਨੂੰ ਭੁੱਲ ਭੁਲਾ ਗਿਆ। ਉਹਦੇ ਘਰ ਇੱਕ ਬੜੀ ਸੁੰਦਰ ਲੜਕੀ ਹੋਈ। ਕਿਸਾਨ ਅਤੇ ਉਸਦੀ ਵਹੁਟੀ ਨੇ ਬੜੀਆਂ ਖੁਸ਼ੀਆਂ ਮਨਾਈਆਂ ਤੇ ਉਹ ਕੁੜੀ ਨੂੰ ਫੁੱਲਾਂ ਵਾਂਗ ਪਾਲਦੇ ਰਹੇ। ਅਚਾਨਕ ਇੱਕ ਦਿਨ ਉਹਨਾਂ ਦੇ ਖੁਸ਼ੀ ਭਰੇ ਜੀਵਨ 'ਤੇ ਗਮਾਂ ਦੇ ਬੱਦਲ ਛਾ ਗਏ। ਉਸ ਲੜਕੀ ਬਾਰੇ ਡੈਨ ਨੂੰ ਵੀ ਪਤਾ ਲੱਗਿਆ ਤੇ ਆਪਣੇ ਇੱਕ ਦਿਨ ਆਪਣੀ ਅਮਾਨਤ ਲੈਣ ਲਈ ਉੱਥੇ ਟਪਕ ਪਈ ਤੇ ਕਿਸਾਨ ਨੂੰ ਕਹਿਣ ਲੱਗੀ, ਮੈਂ ਤੇਰੇ ਕੀਤੇ ਇਕਰਾਰ ਅਨੁਸਾਰ ਆਈ ਹਾਂ, ਇਹ ਲੜਕੀ ਫੌਰਨ ਮੇਰੇ ਹਵਾਲੇ ਕਰ। ਇਹ ਸੁਣ ਕੇ ਕਿਸਾਨ ਦਾ ਚਿਹਰਾ ਉਤਰ ਗਿਆ ਤੇ ਉਸਨੇ ਡੈਨ ਅੱਗੇ ਬਥੇਰਾ ਵਾਵੇਲਾ ਪਾਇਆ। ਉਸਦੀਆਂ ਬੜੀਆਂ ਮਿੰਨਤਾਂ ਕੀਤੀਆਂ, ਤਰਲੇ ਕੀਤੇ, ਪਰ ਉਹਨੇ ਇੱਕ ਨਾ ਸੁਣੀ। ਆਖਰ ਕਿਸਾਨ ਦੀ ਵਹੁਟੀ ਨੂੰ ਰੋਂਦਿਆਂ ਕੁਰਲਾਉਂਦਿਆਂ ਲੜਕੀ ਉਹਦੇ ਹਵਾਲੇ ਕਰਨੀ ਹੀ ਪਈ। ਡੈਨ ਕਿਸਾਨ ਦੀ ਵਹੁਟੀ ਨੂੰ ਕਹਿਣ ਲੱਗੀ, ਤੂੰ ਰਤਾ ਫਿਕਰ ਨਾ ਕਰ, ਮੈਂ ਇਸ ਨੂੰ ਬੜੇ ਪਿਆਰ ਨਾਲ ਪਾਲਾਂਗੀ ਤੇ ਇਹਦਾ ਨਾਂ ਰਪੁੰਜ਼ਲ ਰੱਖਾਂਗੀ। ਡੈਨ ਰਪੁੰਜ਼ਲ ਨੂੰ ਆਪਣੇ ਘਰ ਲੈ ਗਈ। ਉਹਨੇ ਰਪੁੰਜ਼ਲ ਨੂੰ ਬੜੇ ਪਿਆਰ ਨਾਲ ਪਾਲਿਆ। ਜਿਉਂ-ਜਿਉਂ ਰਪੁੰਜ਼ਲ ਵੱਡੀ ਹੁੰਦੀ ਗਈ, ਤਿਉਂ-ਤਿਉਂ ਨਾ ਕੇਵਲ ਉਹ ਗੁਲਾਬ ਵਾਂਗ ਖਿੜਦੀ ਗਈ, ਬਲਕਿ ਉਹਦੇ ਸੁਨਹਿਰੀ ਵਾਲ ਵੀ ਲੰਬੇ ਹੁੰਦੇ ਗਏ। ਜਦੋਂ 12 ਸਾਲਾਂ ਦੀ ਹੋਈ ਤਾਂ ਡੈਨ ਨੇ ਉਹਨੂੰ ਇੱਕ ਜੰਗਲ ਵਿੱਚ ਇੱਕ ਬੜੇ ਉੱਚੇ ਸਾਰੇ ਬੁਰਜ ਵਿੱਚ ਬੰਦ ਕਰ ਦਿੱਤਾ। ਉਸ ਬੁਰਜ ਵਿੱਚ ਜਾਣ ਦਾ ਇੱਕ ਬਾਰੀ ਵਿੱਚੋਂ ਸਿਵਾਏ ਉਸਦੇ ਸਿਰ ਦੇ ਲਾਗੇ ਸੀ, ਹੋਰ ਕੋਈ ਰਾਹ ਨਹੀਂ ਸੀ। ਰਪੁੰਜ਼ਲ ਨੂੰ ਵੱਡੀ ਸਾਰੀ ਪੌੜੀ ਲਾ ਕੇ ਬਾਰੀ ਥਾਣੀ ਅੰਦਰ ਭੇਜਣ ਪਿੱਛੋਂ ਡੈਨ ਨੇ ਕਿਹਾ, ਮੈਂ ਤੈਨੂੰ ਹਰ ਰੋਜ਼ ਸਵੇਰੇ ਮਿਲਣ ਆਇਆ ਕਰਾਂਗੀ। ਇਸ ਬੁਰਜ ਦਾ ਨਾ ਕੋਈ ਬੂਹਾ ਸੀ, ਨਾ ਹੀ ਇਸ ਚੜ੍ਹਨ ਲਈ ਕੋਈ ਪੌੜੀ ਏ, ਇਸ ਲਈ ਤੂੰ ਇਸ ਵਿੱਚੋਂ ਬਾਹਰ ਨਹੀਂ ਨਿਕਲ ਸਕਦੀ। ਜਦ ਮੈਂ ਤੈਨੂੰ ਮਿਲਣ ਆਇਆ ਕਰਾਂਗੀ ਤਾਂ ਤੂੰ ਬਾਰੀ ਥਾਣੀ ਆਪਣੇ ਲੰਮੇ ਵਾਲ ਲਮਕਾ ਦਿਆ ਕਰੀਂ, ਮੈਂ ਉਹਨਾਂ ਵਾਲਾਂ ਦੇ ਸਾਰੇ ਉੱਪਰ ਚੜਾਇਆ ਕਰਾਂਗੀ। ਇਹ ਕਹਿ ਕੇ ਉਹ ਪੌੜੀ ਰਾਹੀਂ ਥੱਲੇ ਉਤਰ ਗਈ ਅਤੇ ਪੌੜੀ ਨੂੰ ਭੰਨ ਤੋੜ ਦਿੱਤਾ ਤਾਂ ਜੋ ਕੋਈ ਅਜਨਬੀ ਉਸ ਪੌੜੀ ਰਾਹੀਂ ਉੱਪਰ ਨਾ ਚੜ੍ਹ ਸਕੇ ਤੇ ਨਾ ਹੀ ਰਪੁੰਜ਼ਲ ਉੱਥੋਂ ਥੱਲੇ ਉਤਰ ਸਕੇ। ਇਸ ਤੋਂ ਪਿੱਛੋਂ ਡੈਨ ਹਰ ਰੋਜ਼ ਰਪੁੰਜ਼ਲ ਨੂੰ ਮਿਲਣ ਆਉਂਦੀ, ਉੱਚੀ ਸਾਰੀ ਕਹਿੰਦੀ, ਰਪੁੰਜ਼ਲ ਆ ਆਪਣੇ ਵਾਲ ਥੱਲੇ ਲਮਕਾ। ਇਹ ਸੁਣ ਕੇ ਰਪੁੰਜ਼ਲ ਵਾਲਾਂ ਨੂੰ ਥੱਲੇ ਲਮਕਾ ਦਿੰਦੀ ਤੇ ਉਹਨਾਂ ਦੇ ਸਾਰੇ ਡੈਨ ਉੱਪਰ ਚੜ੍ਹ ਜਾਂਦੀ। ਉਹਨੂੰ ਖਾਣਾ ਆਦਿ ਖਵਾ ਕੇ ਤੇ 2-4 ਗੱਲਾਂ ਕਰਕੇ ਉਹ ਫੇਰ ਵਾਪਸ ਚਲੀ ਜਾਂਦੀ। ਇਸ ਤਰ੍ਹਾਂ ਕਈ ਸਾਲ ਬੀਤ ਗਏ। ਰਪੁੰਜ਼ਲ ਨੇ ਡੈਨ ਤੋਂ ਸਿਵਾ ਕਦੀ ਕਿਸੇ ਮਨੁੱਖ ਦੀ ਸ਼ਕਲ ਨਾ ਵੇਖੀ। ਦੁਨੀਆ ਉਹਦੇ ਲਈ ਇੱਕ ਸੁਪਨਾ ਬਣ ਗਈ। ਉਹ ਇਸ ਦੁਖਦਾਈ ਕੱਲ ਵਿੱਚ ਬਹੁਤ ਉਦਾਸ ਹੋ ਗਈ ਤੇ ਆਪਣੇ ਮਨ ਦੀ ਉਦਾਸੀ ਲਈ ਬੜੇ ਸੁਰੀਲੇ ਗੀਤ ਗਾ ਕੇ ਦੂਰ ਕਰਨ ਦੀ ਕੋਸ਼ਿਸ਼ ਕਰਨ ਲੱਗੀ। ਇੱਕ ਦਿਨ ਅਚਾਨਕ ਇੱਕ ਸ਼ਹਿਜ਼ਾਦਾ ਸ਼ਿਕਾਰ ਕਰਦਾ ਉਸ ਜੰਗਲ ਵਿੱਚੋਂ ਲੰਘਿਆ। ਜਦ ਉਹ ਇਸ ਬੁਰਜ ਕੋਲੋਂ ਦੀ ਜਾ ਰਿਹਾ ਸੀ ਤਾਂ ਇਸ ਗੀਤ ਦੀ ਸੁਰੀਲੀ ਆਵਾਜ਼ ਸੁਣ ਕੇ ਬਹੁਤ ਅਚਰਜ ਹੋਇਆ। ਉਹ ਹੈਰਾਨ ਸੀ ਕਿ ਇਸ ਬੀਆਜਾਵਾਨ ਜੰਗਲ ਵਿੱਚ ਆਦਮੀ ਤਾਂ ਕਿਤੇ ਦਿਸਦਾ ਨਹੀਂ, ਪਰ ਇਹ ਮਨਮੋਹਣੀ ਗੀਤ ਕੌਣ ਗਾ ਰਿਹਾ ਹੈ? ਆਵਾਜ਼ ਬੜੇ ਗੌਰ ਨਾਲ ਸੁਣਨ ਪਿੱਛੋਂ ਉਹਨੇ ਜਾਂਚ ਲਿਆ ਕਿ ਇਹ ਆਵਾਜ਼ ਬੁਰਜ ਵਿੱਚੋਂ ਆ ਰਹੀ ਹੈ, ਪਰ ਉਹ ਹੈਰਾਨ ਸੀ ਕਿ ਨਾ ਉੱਥੇ ਕੋਈ ਪੌੜੀ ਹੈ ਤੇ ਨਾ ਹੀ ਕੋਈ ਬੁਰਜ ਚੜ੍ਹਨ ਦਾ ਰਸਤਾ ਹੈ, ਪਰ ਗਾਉਣ ਵਾਲਾ ਬੁਰਜ ਵਿੱਚ ਕਿਵੇਂ ਚੜ੍ਹ ਗਿਆ ਹੈ? ਸ਼ਹਿਜ਼ਾਦੇ ਨੇ ਪੱਕਾ ਇਰਾਦਾ ਕਰ ਲਿਆ ਉਹ ਇਹ ਵੇਖਣ ਲਈ ਕਿ ਇਹ ਸੁਰੀਲੇ ਗੀਤ ਕੌਣ ਗਾ ਰਿਹਾ ਹੈ। ਜ਼ਰੂਰ ਕਿਸੇ ਨਾ ਕਿਸੇ ਤਰ੍ਹਾਂ ਇਸ ਬੁਰਜ ਵਿੱਚ ਚੜ੍ਹਨ ਦਾ ਉਪਾਅ ਲੱਭੇਗਾ। ਸੋ ਉਹ ਰੋਜ਼ ਗੀਤ ਸੁਣਨ ਲਈ ਉਸ ਬੁਰਜ ਲਾਗੇ ਆਉਂਦਾ। ਇੱਕ ਦਿਨ ਉਹਨੇ ਦੂਰੋਂ ਕਿਸੇ ਔਰਤ ਨੂੰ ਉਸ ਬੁਰਜ ਵੱਲ ਆਉਂਦਿਆਂ ਵੇਖਿਆ ਤੇ ਉਹ ਇੱਕ ਝਾੜੀ ਪਿੱਛੇ ਲੁਕ ਗਿਆ। ਇਹ ਔਰਤ ਅਸਲ ਵਿੱਚ ਡੈਨ ਸੀ, ਜੋ ਹਰ ਰੋਜ਼ ਸਵੇਰੇ ਰਪੁੰਜ਼ਲ ਨੂੰ ਮਿਲਣ ਆਉਂਦੀ ਸੀ। ਡੈਨ ਨੇ ਹਰ ਰੋਜ਼ ਵਾਂਗ ਕਿਹਾ, ਰਪੁੰਜ਼ਲ ਆ ਆਪਣੇ ਵਾਲ ਥੱਲੇ ਲਮਕਾ। ਇਹ ਸੁਣਦਿਆਂ ਹੀ ਰਪੁੰਜ਼ਲ ਨੇ ਬਾਰੀ ਵਿੱਚੋਂ ਆਪਣੇ ਵਾਲ ਥੱਲੇ ਲਮਕਾਏ ਤਾਂ ਇਤਨੇ ਲੰਬੇ ਸਨ ਕਿ ਜ਼ਮੀਨ ਤੱਕ ਪਹੁੰਚ ਜਾਂਦੇ ਸਨ। ਡੈਨ ਉਹਨਾਂ ਦੀ ਮਦਦ ਨਾਲ ਉੱਪਰ ਚੜ੍ਹ ਗਈ ਤੇ ਫਿਰ ਜਲਦੀ ਹੀ ਉਸੇ ਤਰ੍ਹਾਂ ਉਤਰ ਕੇ ਵਾਪਸ ਚਲੀ ਗਈ। ਜਦੋਂ ਡੈਨ ਅੱਖਾਂ ਤੋਂ ਉੱਲੇ ਹੋਈ ਤਾਂ ਸ਼ਹਿਜ਼ਾਦੇ ਨੇ ਬੁਰਜ ਦੇ ਥੱਲੇ ਖਲੋ ਕੇ ਡੈਨ ਵਾਂਗ ਉੱਚੀ ਕਿਹਾ, ਰਪੁੰਜ਼ਲ ਆ ਆਪਣੇ ਵਾਲ ਥੱਲੇ ਲਮਕਾ। ਇਹ ਆਵਾਜ਼ ਸੁਣਦਿਆਂ ਹੀ ਉਸਨੇ ਵਾਲ ਥੱਲੇ ਲਮਕਾਏ ਤੇ ਸ਼ਹਿਜ਼ਾਦਾ ਦਬਾ-ਦਬ ਉੱਪਰ ਚੜ੍ਹ ਗਿਆ। ਇੱਕ ਅਜਨਬੀ ਨੂੰ ਆਪਣੇ ਸਾਹਮਣੇ ਖੜਾ ਦੇਖ ਕੇ ਰਪੁੰਜ਼ਲ ਘਬਰਾ ਗਈ। ਸ਼ਹਿਜ਼ਾਦੇ ਨੇ ਉਹਨੂੰ ਘਬਰਾਹਟ ਵਿੱਚ ਦੇਖ ਕੇ ਕਿਹਾ, ਤੂੰ ਡਰ ਨਾ ਸੁੰਦਰੀ ਰਪੁੰਜ਼ਲ, ਜਦੋਂ ਤੋਂ ਮੈਂ ਤੇਰੇ ਗੀਤ ਸੁਣੇ ਨੇ ਉਦੋਂ ਤੋਂ ਹੀ ਮੇਰੇ ਮਨ ਵਿੱਚ ਤੈਨੂੰ ਮਿਲਣ ਦਾ ਚਾਅ ਪੈਦਾ ਹੋ ਗਿਆ ਸੀ। ਤੂੰ ਇਸ ਬੁਰਜ ਵਿੱਚ ਇਕੱਲੀ ਕਿਉਂ ਰਹਿੰਦੀ ਹੈ? ਰਪੁੰਜ਼ਲ ਨੇ ਕਿਹਾ, ਕੀ ਕਰਾਂ, ਮੈਨੂੰ ਇੱਕ ਨਿਰਦਈ ਡੈਨ ਨੇ ਇੱਥੇ ਕੈਦ ਕੀਤਾ ਹੋਇਆ ਹੈ, ਮੇਰਾ ਇੱਥੋਂ ਨਿਕਲਣਾ ਅਸੰਭਵ ਹੈ। ਸ਼ਹਿਜ਼ਾਦੇ ਨੇ ਪੁੱਛਿਆ ਕਿ ਮੈਂ ਤੈਨੂੰ ਇੱਥੇ ਹਰ ਰੋਜ਼ ਮਿਲਣ ਲਈ ਆ ਸਕਦਾ ਹਾਂ? ਰਪੁੰਜ਼ਲ ਨੇ ਉੱਤਰ ਦਿੱਤਾ, ਕਿਉਂ ਨਹੀਂ, ਜ਼ਰੂਰ ਆਇਆ ਕਰ। ਇਸ ਤਰ੍ਹਾਂ ਸ਼ਹਿਜ਼ਾਦਾ ਰਪੁੰਜ਼ਲ ਨੂੰ ਰੋਜ਼ ਮਿਲਣ ਆਉਂਦਾ। ਰਪੁੰਜ਼ਲ ਉਸ ਨੂੰ ਮਿਲ ਕੇ ਬਹੁਤ ਖੁਸ਼ ਹੁੰਦੀ। ਇੱਕ ਦਿਨ ਸ਼ਹਿਜ਼ਾਦੇ ਨੇ ਰਪੁੰਜ਼ਲ ਨੂੰ ਕਿਹਾ ਕਿ ਤੂੰ ਮੇਰੇ ਨਾਲ ਵਿਆਹ ਕਰਨਾ ਪਸੰਦ ਕਰੇਂਗੀ? ਰਪੁੰਜ਼ਲ ਨੇ ਉੱਤਰ ਦਿੱਤਾ, ਬੜੀ ਖੁਸ਼ੀ ਨਾਲ,
ਪਹਿਲਾਂ ਇਸ ਕੈਦ ਵਿੱਚੋਂ ਨਿਕਲਣ ਦਾ ਰਾਹ ਤਾਂ ਲੱਭ ਲਈਏ। ਸ਼ਹਿਜ਼ਾਦੇ ਨੂੰ ਇੱਕਦਮ ਇੱਕ ਫੁਰਨਾ ਫੁਰਿਆ। ਉਸਨੇ ਕਿਹਾ, ਮੈਂ ਹਰ ਰੋਜ਼ ਇੱਕ ਰੇਸ਼ਮ ਦੀ ਰੱਸੀ ਲਿਆਇਆ ਕਰਾਂਗਾ। ਉਸ ਨਾਲ ਅਸੀਂ ਹੌਲੀ ਹੌਲੀ ਇੱਕ ਲੰਮੀ ਸਾਰੀ ਪੌੜੀ ਬਣਾ ਲਵਾਂਗੇ ਅਤੇ ਇਸ ਬੁਰਜ ਵਿੱਚੋਂ ਨਿਕਲ ਕੇ ਆਪਣੇ ਦੇਸ਼ ਚਲੇ ਜਾਵਾਂਗੇ। ਇਸ ਤਰ੍ਹਾਂ ਕੁਝ ਦਿਨਾਂ ਵਿੱਚ ਦੋਹਾਂ ਨੇ ਥੱਲੇ ਉਤਰਨ ਲਈ ਇੱਕ ਪੌੜੀ ਤਿਆਰ ਕਰ ਲਈ। ਅਗਲੇ ਦਿਨ ਜਦ ਡੈਨ ਰਪੁੰਜ਼ਲ ਕੋਲ ਆਈ ਤਾਂ ਗੱਲਾਂ ਗੱਲਾਂ ਵਿੱਚ ਰਪੁੰਜ਼ਲ ਦੇ ਮੂੰਹੋਂ ਵਿੱਚ ਨਿਕਲ ਗਿਆ, ਜਦੋਂ ਸ਼ਹਿਜ਼ਾਦਾ ਮੇਰੇ ਵਾਲਾਂ ਨੂੰ ਫੜ ਕੇ ਚੜ੍ਹਦਾ ਹੈ ਤਾਂ ਮੇਰੇ ਵਾਲਾਂ ਨੂੰ ਰਤਾ ਖਿੱਚਣੀ ਪੈਂਦੀ, ਪਰ ਜਦੋਂ ਤੂੰ ਚੜ੍ਹਦੀ ਹੈ ਤਾਂ ਮੇਰੇ ਵਾਲਾਂ ਨੂੰ ਖਿੱਚ ਪੈਣ ਲੱਗਣ ਨਾਲ ਬੜੀ ਪੀੜ ਹੁੰਦੀ ਹੈ। ਡੈਨ ਨੇ ਅੱਖਾਂ ਲਾਲ ਕਰਕੇ ਕਿਹਾ, ਸ਼ਹਿਜ਼ਾਦੀ ਨੇ ਉੱਤਰ ਦਿੱਤਾ, ਉਹ ਰੋਜ਼ ਮੈਨੂੰ ਮਿਲਣ ਆਉਂਦਾ ਹੈ ਅਤੇ ਮੇਰੇ ਨਾਲ ਵਿਆਹ ਕਰਨਾ ਚਾਹੁੰਦਾ ਹੈ। ਡੈਨ ਨੇ ਕੱਢ ਕੇ ਕਿਹਾ, ਮੈਂ ਹੁਣ ਵੇਖਦੀ ਹਾਂ ਉਹ ਤੈਨੂੰ ਕਿਵੇਂ ਮਿਲਦਾ ਹੈ। ਇਹ ਕਹਿੰਦੇ ਡੈਨ ਨੇ ਰਪੁੰਜ਼ਲ ਦੇ ਲੰਬੇ ਲੰਬੇ ਸੁਨਹਿਰੀ ਵਾਲ ਕੱਟ ਕੇ ਸੁੱਟ ਮਾਰੇ ਅਤੇ ਉਹਨਾਂ ਬਾਰੀ ਵਿੱਚ ਬੰਨ੍ਹ ਕੇ ਉਹਨੇ ਰਪੁੰਜ਼ਲ ਨੂੰ ਉਸੇ ਬੁਰਜ ਵਿੱਚ ਇੱਕ ਮਾਰੂਥਲ ਵਿੱਚ ਲੈ ਗਈ, ਜਿੱਥੇ ਚਾਰੋਂ ਪਾਸੇ ਰੇਤ ਤੇ ਸਿਵਾਏ ਕੁਝ ਨਜ਼ਰ ਨਹੀਂ ਸੀ ਆਉਂਦਾ। ਕਿਤੇ ਕਿਤੇ ਕੇਵਲ ਥੋੜ ਦੇ ਬੂਟੇ ਉੱਗੇ ਹੋਏ ਸਨ। ਡੈਨ ਨੇ ਰਪੁੰਜ਼ਲ ਨੂੰ ਕਿਹਾ, ਹੁਣ ਮਿਲ ਗਈ ਆਪਣੇ ਸ਼ਹਿਜ਼ਾਦੇ ਨੂੰ, ਤੂੰ ਆਪ ਵੀ ਹੁਣ ਥੋੜ ਖਾ ਕੇ ਆਪਣੇ ਦਿਨ ਕੱਟੀ ਤੇ ਉਹਨੂੰ ਵੀ ਖਵਾਈ। ਇਹ ਕਹਿ ਕੇ ਨਿਰਦਈ ਡੈਨ ਰਪੁੰਜ਼ਲ ਨੂੰ ਉੱਥੇ ਹੀ ਰੋਂਦੀ ਕੁਰਲਾਉਂਦੀ ਛੱਡ ਕੇ ਉੱਥੋਂ ਗਾਇਬ ਹੋ ਗਈ ਤੇ ਸ਼ਹਿਜ਼ਾਦੇ ਦੇ ਆਉਣ ਤੋਂ ਪਹਿਲਾਂ ਬੁਰਜ ਵਿੱਚ ਪਹੁੰਚ ਗਈ। ਜਦ ਸ਼ਹਿਜ਼ਾਦੇ ਨੇ ਥੱਲੇ ਉੱਚੀ ਸਾਰੀ ਆਵਾਜ਼ ਦਿੱਤੀ, ਰਪੁੰਜ਼ਲ ਰਪੁੰਜ਼ਲ ਆਹ ਆਪਣੇ ਵਾਲ ਥੱਲੇ ਲਮਕਾ, ਤਾਂ ਡੈਨ ਨੇ ਝਟਪਟ ਰਪੁੰਜ਼ਲ ਦੇ ਵਾਲ ਥੱਲੇ ਲਮਕਾ ਦਿੱਤੇ ਤੇ ਸ਼ਹਿਜ਼ਾਦਾ ਦਵਾ ਦਵ ਉੱਪਰ ਚੜ੍ਹ ਆਇਆ। ਪਰ ਉੱਥੇ ਰਪੁੰਜ਼ਲ ਦੀ ਥਾਂ ਇੱਕ ਬਦਸ਼ਕਲ ਡੈਨ ਨੂੰ ਵੇਖ ਕੇ ਉਹਦੇ ਹੋਸ਼ ਉੱਡ ਗਏ ਤੇ ਉਹ ਡੈਨ ਨੂੰ ਕਹਿਣ ਲੱਗਾ, ਤੂੰ ਕੌਣ ਹੈ ਤੇ ਕਿੱਥੇ ਹੈ ਰਪੁੰਜ਼ਲ? ਡੈਨ ਨੇ ਇੱਕ ਡਰਾਉਣਾ ਹਾਸਾ ਹੱਸਦਿਆਂ ਕਿਹਾ, ਮੂਰਖਾ, ਉਹ ਹੁਣ ਤੇਰੇ ਹੱਥ ਨਹੀਂ ਆ ਸਕਦੀ। ਸ਼ਹਿਜ਼ਾਦਾ ਬੜਾ ਉਦਾਸ ਚਿੱਤ ਹੋ ਕੇ ਕਹਿਣ ਲੱਗਾ, ਕੋਈ ਗੱਲ ਨਹੀਂ, ਮੈਂ ਦੁਨੀਆ ਦਾ ਕੋਨਾ ਕੋਨਾ ਛਾਣ ਮਾਰਾਂਗਾ ਤੇ ਰਪੁੰਜ਼ਲ ਨੂੰ ਲੱਭ ਕੇ ਹੀ ਛੱਡਾਂਗਾ। ਇਹ ਕਹਿ ਕੇ ਸ਼ਹਿਜ਼ਾਦਾ ਬਾਰੀ ਵਿੱਚ ਟੰਗੇ ਵਾਲਾਂ ਰਾਹੀਂ ਥੱਲੇ ਉਤਰਨ ਲੱਗਾ। ਹਾਲੇ ਉਹ 2-3 ਗਜ਼ ਹੀ ਥੱਲੇ ਉਤਰਿਆ ਸੀ ਕਿ ਉੱਤੋਂ ਡੈਨ ਨੇ ਵਾਲ ਕੱਟ ਦਿੱਤੇ ਤੇ ਸ਼ਹਿਜ਼ਾਦਾ ਧੜਮ ਕਰਦਾ ਵਾਲਾਂ ਸਮੇਤ ਥੱਲੇ ਜਾ ਡਿੱਗਿਆ। ਪਰ ਭਾਗਾਂ ਨਾਲ ਜ਼ਮੀਨ ਨਰਮ ਸੀ, ਇਸ ਲਈ ਸ਼ਹਿਜ਼ਾਦੇ ਨੂੰ ਮਾਮੂਲੀ ਜਿਹੀਆਂ ਝੀਟਾਂ ਹੀ ਆਈਆਂ। ਉੱਧਰ ਵਾਲਾਂ ਨੂੰ ਕੱਟਦਿਆਂ ਹੀ ਡੈਨ ਨੂੰ ਆਪਣੀ ਬੇਵਕੂਫੀ ਦਾ ਪਤਾ ਲੱਗ ਗਿਆ ਕਿ ਉਹਨੇ ਸੋਚਿਆ ਨਹੀਂ ਸੀ ਕਿ ਵਾਲਾਂ ਤੋਂ ਬਿਨਾਂ ਹੁਣ ਆਪ ਕਿਸ ਤਰ੍ਹਾਂ ਥੱਲੇ ਉਤਰੇਗੀ। ਬੁਰਜ ਦੀ ਕੈਦ ਵਿੱਚੋਂ ਕੱਲ੍ਹ ਤੇ ਪੁਖਤ ਤੰਗ ਆ ਕੇ ਡੈਨ ਕੁਝ ਦਿਨਾਂ ਪਿੱਛੋਂ ਮਰ ਖਪ ਗਈ। ਉਧਰ ਸ਼ਹਿਜ਼ਾਦਾ ਰਪੁੰਜ਼ਲ ਨੂੰ ਥਾਂ ਥਾਂ ਲੱਭਦਾ ਹੋਇਆ ਉਸ ਮਾਰੂਥਲ ਵੱਲ ਪਹੁੰਚਿਆ, ਜਿੱਥੇ ਰਪੁੰਜ਼ਲ ਆਪਣੇ ਦੁੱਖ ਭਰੇ ਗੀਤਾਂ ਨਾਲ ਆਪਣਾ ਗਮ ਗਲਤ ਕਰ ਰਹੀ ਸੀ। ਸ਼ਹਿਜ਼ਾਦਾ ਉਸ ਆਵਾਜ਼ ਦੇ ਮਗਰ ਮਗਰ ਗਿਆ ਤੇ ਉਹਨੇ ਜਲਦੀ ਹੀ ਰਪੁੰਜ਼ਲ ਨੂੰ ਜਾ ਲੱਭਿਆ। ਦੋਵੇਂ ਇੱਕ ਦੂਜੇ ਨੂੰ ਮਿਲ ਕੇ ਬੜੇ ਖੁਸ਼ ਹੋਏ। ਸ਼ਹਿਜ਼ਾਦਾ ਰਪੁੰਜ਼ਲ ਨੂੰ ਘੋੜੇ ਪਿੱਛੇ ਬਿਠਾ ਕੇ ਆਪਣੀ ਰਾਜਧਾਨੀ ਵਿੱਚ ਲੈ ਗਿਆ। ਲੋਕਾਂ ਨੇ ਆਪਣੇ ਸ਼ਹਿਜ਼ਾਦੇ ਨੂੰ ਬਹੁਤ ਚਿਰਾਂ ਪਿੱਛੋਂ ਵਾਪਸ ਆਉਂਦਾ ਵੇਖ ਕੇ ਖੁਸ਼ੀ ਵਿੱਚ ਉਹਨਾਂ ਦਾ ਫੁੱਲਾਂ ਦੇ ਹਾਰਾਂ ਨਾਲ ਸਵਾਗਤ ਕੀਤਾ। ਮਹਿਲ ਵਿੱਚ ਪਹੁੰਚ ਕੇ ਸ਼ਹਿਜ਼ਾਦੇ ਨੇ ਰਪੁੰਜ਼ਲ ਨੂੰ ਆਪਣੇ ਮਾਤਾ ਪਿਤਾ ਨਾਲ ਮਿਲਾਇਆ। ਉਹ ਰਪੁੰਜ਼ਲ ਦੀ ਸੁੰਦਰਤਾ ਵੇਖ ਕੇ ਬਹੁਤ ਖੁਸ਼ ਹੋਏ। ਅਗਲੇ ਦਿਨ ਉਹਨਾਂ ਦਾ ਵਿਆਹ ਹੋ ਗਿਆ ਤੇ ਉਹ ਜੀਵਨ ਦੇ ਦਿਨ ਖੁਸ਼ੀ ਖੁਸ਼ੀ ਕੱਟਣ ਲੱਗ ਪਏ। ਅੱਜ ਤੁਸੀਂ ਮੇਰੇ ਨਾਲ ਬੱਚਿਆਂ ਲਈ ਜਰਮਨ ਪਰੀ ਕਹਾਣੀਆਂ ਜਿਹੜੀਆਂ ਗ੍ਰਿਮ ਭਰਾਵਾਂ ਦੁਆਰਾ ਲਿਖੀਆਂ ਗਈਆਂ ਸਨ ਨੂੰ ਪੜ੍ਹਿਆ ਅਤੇ ਸੁਣਿਆ। ਇਹ ਸਾਰੀਆਂ ਕਹਾਣੀਆਂ ਬੱਚਿਆਂ ਅਤੇ ਪਰਿਵਾਰਾਂ ਦੀਆਂ ਹਨ ਕਿ ਕਿਵੇਂ ਉਹਨਾਂ ਨੇ ਔਖੇ ਸਮੇਂ ਵਿੱਚ ਆਪਣੇ ਆਪ ਨੂੰ ਸਹੀ ਰੱਖਿਆ। ਅਤੇ ਤੁਸੀਂ ਸੁਣਿਆ ਕਿ ਹਰ ਕਹਾਣੀ ਵਿੱਚ ਚੰਗੇ ਨੂੰ ਇਨਾਮ ਅਤੇ ਬੁਰੇ ਨੂੰ ਸਜ਼ਾ ਮਿਲਦੀ ਹੈ ਅਤੇ ਜਰਮਨ ਸੱਭਿਆਚਾਰ ਦੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਨੇੜੇ ਹੋ ਕੇ ਤੁਸੀਂ ਵੇਖਿਆ ਹੈ। ਇਹਨਾਂ ਦਾ ਮੁੱਖ ਮੰਤਵ ਧਰਮ, ਬਦਲਾਅ, ਚਲਾਕੀ, ਵਫਾਦਾਰੀ, ਵਿਆਹ, ਨਿਆਂ ਅਤੇ ਫੈਸਲਾ ਕੁਝ ਮੁੱਖ ਨੁਕਤੇ ਇਹਨਾਂ ਕਹਾਣੀਆਂ ਵਿੱਚ ਸਾਂਝੇ ਕੀਤੇ ਗਏ ਹਨ। ਸ਼ੁਭ ਇੱਛਾਵਾਂ ਸਹਿਤ ਧੰਨਵਾਦ। ਹਰਜੀਤ ਬਮਰਾ।